ना साडे 10वें पातशाह तलवार चकदे साहिबजादे ते बाकी कुर्बानियां करके अज तक ना लियाउंदे ते ये दिल्ली दा तख्त जिहड़ा सी ये किन्ना कोल होना सी जिन्हां दे 8 सदियां तुसीं गुलामी भोगी है ते बीबी जी तुसीं तख्त ते नहीं होना सी, तुसीं बुरका पा के किते घरे बैठे होना सी। अज मत्था टेकन आए ते एहसान करदे जे साडे ते, यही मत्था टेकन आए आ, एहसान नहीं तुहाडा साडे ते जी। तुसीं जिन्ने शरीर ते रोम ने इन्नी वारी सिर वड्ढ के भी रख दिओ गुरु तेग बहादुर साहब दे दर ते करजा नहीं उतार सकदे गुरु तेग बहादुर साहब। ਉਹ ਸਮੇਂ ਉਹਦੀ ਨਿਗਾਹ ਦੇ ਵਿੱਚ ਇੱਕ ਸਾਧ ਜੀ, ਇੱਕ ਡੇਰੇਦਾਰ, ਇੱਕ ਵਿਅਕਤੀ ਚੋਲੇ ਵਾਲਾ, ਗੋਲ ਪੱਗ ਵਾਲਾ, ਐਂ ਉਹਨੂੰ ਜਿਵੇਂ ਕਿਸੇ ਨੂੰ ਫਨੀਅਰ ਸੱਪ ਦਿਸਦਾ ਹੈ ਨਾ ਜੀ, ਜਾਂ ਤਗੜਾ ਸ਼ੇਰ ਦਿਸਦਾ ਮੂਹਰੋਂ ਆਉਂਦਾ, ਉਹਨੂੰ ਐਂ ਵਜ੍ਹਾ ਵੀ ਇਹ ਕੀ ਮੇਰੇ ਨਾਲ ਹੋਇਆ ਜੱਕ। ਸੰਗ ਜੀ ਉੱਠੇ ਸੀਗਾ, ਸਾਧ ਸੰਗਤ ਜੀ ਮੇਰੀ ਬੇਨਤੀ ਹੈ ਸਾਰੇ ਬੈਠ ਜਾਓ, ਕੋਈ ਨਹੀਂ ਹਿੱਲੇਗਾ, ਕੋਈ ਨਹੀਂ ਬੋਲੇਗਾ, ਉਹ ਸਾਰੇ ਬਹਿ ਗਏ ਜੀ। ਉਹ ਹਿੰਦੁਸਤਾਨ ਦੀ ਸਰਕਾਰ ਦੀ ਲੀਡਰਸ਼ਿਪ ਹੈ ਵੀ ਇੱਕ ਬੰਦੇ ਨੇ ਕਿਹਾ ਬੈਠ ਜਾਓ ਤੇ ਸਾਰੇ ਬਹਿ ਗਏ ਆ ਜੀ। ਸੰਗਤ ਅਕਾਲੀ ਦਲ ਦੀ ਹੈ, ਇਕੱਠ ਅਕਾਲੀ ਦਲ ਦਾ, ਲੋਕ ਬੈਠ ਗਏ ਨੇ, ਇਹ ਕੀ ਹੋਇਆ ਜੀ। ਉਹ ਮਤਲਬ ਕਿ ਡਾਇਰੈਕਸ਼ਨ ਸੈਂਟਰ ਸਰਕਾਰ ਦੇ ਯਕਦਮ ਵੱਜੀ ਜਰਨੈਲ ਸਿੰਘ ਦੀ ਵੀ ਇਹ ਇੱਕ ਸ਼ਕਤੀ ਹੈ। ਸੰਤਾਂ ਨੇ ਫਿਰ ਕਿਹਾ, ਕਹਿੰਦਾ ਜੇ ਪਾਸੇ ਨਹੀਂ ਗੱਡੀਆਂ ਕਰਦਾ ਧੱਕੇ ਮਾਰ ਕੇ ਬਾਹਰ ਕਰਦੇ ਉਹਨਾਂ ਨੂੰ ਇਹ ਜੀ। ਮੈਂ ਸਿੰਘਾਂ ਨੂੰ ਬੇਨਤੀ ਕਰਦਾ ਜੀ, ਤੇ ਸਿੰਘ ਭੱਜ ਗਏ ਉਹਨਾਂ ਗੱਡੀਆਂ ਵਾਲੇ ਗਏ ਤੇ ਸਰਾਂ ਦੇ 4 ਚੁਫੇਰੇ ਕਮਰੇ ਵਿਚਾਲੇ ਖਾਲੀ ਥਾਂ ਦੀ ਖਿਲਾਰ ਕੇ ਲੋਕਾਂ ਨੂੰ ਉੱਤੋਂ ਬੰਬ ਸਿੱਟਣੇ, ਫੌਜ ਨੇ ਬੰਦਿਆਂ ਨੇ ਮਰ ਜਾਣਾ, ਲਾਸ਼ਾਂ ਪਾਸੇ ਫਿਰ ਖਿਲਾਰਦੇ ਨੇ, ਫਿਰ ਬੰਬ ਸਿੱਟਣੇ, ਖਿਲਾਰ ਕੇ ਬੰਦੇ ਬੰਬ ਮਾਰ ਕੇ ਬੰਦੇ ਮਾਰਦੇ ਨੇ। ਰਾਜਨੀਤਿਕ ਲੀਡਰਸ਼ਿਪ ਜਿਹੜੀ ਇਹੋ ਜਿਹੇ ਬੰਦਿਆਂ ਨੂੰ ਆਪਣੀ ਪਟਾਰੀ 'ਚ ਪਾ ਕੇ ਰੱਖਣਾ ਚਾਹੁੰਦੀ ਹੈ ਜੀ, ਉਹਨੇ ਉਹਨਾਂ ਦੀਆਂ ਪਟਾਰੀਆਂ ਤੋੜ ਕੇ ਤੇ ਉਹਨਾਂ ਸਾਰਿਆਂ ਨੂੰ ਪਟਾਰੀ 'ਚ ਪਾ ਦਿੱਤਾ। ਲਾਲਾ ਜਗਤ ਨਾਰਾਇਣ ਦੇ ਕੇਸ ਦੇ ਵਿੱਚ ਉਹਨਾਂ ਦੀ ਜਦੋਂ ਗ੍ਰਿਫਤਾਰੀ ਹੋਈ, ਉਹਨੇ ਕਿਹਾ ਮੈਂ ਫਲਾਣੇ ਤਰੀਕ ਨੂੰ ਗ੍ਰਿਫਤਾਰੀ ਦਿਆਂ। ਹੁਣ ਇੱਕ ਮੁਲਜ਼ਮ ਸਰਕਾਰ ਨੂੰ ਕਹਿ ਰਿਹਾ ਮੈਂ ਗ੍ਰਿਫਤਾਰੀ ਦੇਵਾਂਗਾ ਤੇ ਫਲਾਣੇ ਦਿਨ ਦਿਆਂਗਾ ਤੇ ਆਹ ਮੇਰੀਆਂ ਸ਼ਰਤਾਂ ਹੋਣ। ਔਰ ਉਹਨੇ ਜਿੱਥੇ ਪੁਲਿਸ ਹਰਾਤੀ, ਰਾਜਨੀਤੀ ਹਲਾਤੀ, ਮੀਡੀਆ ਹਰਾ ਦਿੱਤਾ ਪੰਜਾਬ ਦਾ, ਤੇ ਇਹ ਬਵਸ ਹੋ ਗਿਆ। ਅੱਛਾ, ਜੇ ਕੋਈ ਗੁਰੂ ਗ੍ਰੰਥ ਸਾਹਿਬ ਜਾਂ ਗੁਰਮਤ ਦੇ ਵਿਰੋਧੀ ਹੈ, ਉਹਦੇ ਸਾਹਮਣੇ ਕੋਈ ਚਟਾਂਗ ਦੀ ਵਾਰ ਖੜਾ ਹੋ ਗਿਆ, ਜਦੋਂ ਨਿਰੰਕਾਰੀਆਂ ਦੇ ਵਿਰੁੱਧ ਖੜ ਗਿਆ, ਚਾਹੇ ਉਹ ਅਮਰੀਕਾ ਦੇ ਡਾਲਰ ਹੋਣ, ਚਾਹੇ ਰੂਸ ਦੇ ਰੂਬਲ ਹੋਣ, ਚਾਹੇ ਇੰਡੀਆ ਦਾ ਪੈਸਾ ਹੋਵੇ, ਉਹ ਉਹਦੇ ਵੱਲੋਂ ਉਹਦੇ ਵਾਸਤੇ ਮਿੱਟੀ ਸੀ ਜੀ, ਕੋਈ ਖਰੀਦ ਨਹੀਂ ਪਾਇਆ। ਅੱਛਾ, ਉਹਦੀ ਕਲਾ ਦੇ ਸਾਹਮਣੇ ਨਾ ਕਾਂਗਰਸੀ ਹੰਗ ਸਕੇ ਆ, ਨਾ ਉਹਦੇ ਸਾਹਮਣੇ ਅਕਾਲੀ ਜਿਹੜੇ ਉਹ ਮਤਲਬ ਕਿ ਫਰ ਮਾਰ ਸਕੇ ਆ, ਨਾ ਉਹਨਾਂ ਦੇ ਸਾਹਮਣੇ ਕੋਈ ਹੋਰ। ਉਹਨਾਂ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਜਲੌ ਦੇ ਰੂਪ 'ਚ ਕੌਮੀ ਜਲੌ ਦੇ 37 ਜਲੌ ਕੱਢ ਕੇ ਦਿੱਲੀ ਦੀ ਇੰਦਰਾ ਗਾਂਧੀ ਨੂੰ ਮਤਲਬ ਸਿੱਧਾ ਚੈਲੰਜ ਦਿੱਤਾ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਧੂਰ। 1984 ਜੂਨ ਦੇ ਵਿੱਚ ਜੋ ਕੁਝ ਵਾਪਰਿਆ ਸੀ, ਉਸ ਸਾਰੇ ਕਾਸੇ ਦੇ ਸੰਬੰਧ ਦੇ ਵਿੱਚ ਲਗਾਤਾਰ ਉਸ ਸਾਕੇ ਦੇ ਨਾਲ ਸੰਬੰਧਿਤ ਜਿੰਨੇ ਵੀ ਲੋਕ ਸੀ, ਜਿਨ੍ਹਾਂ ਨੇ ਆਪਣੇ ਪਿੰਡੇ ਤੇ ਸਭ ਕੁਝ ਹੰਢਾਇਆ ਜਾਂ ਫਿਰ ਉਹਨਾਂ ਦੇ ਆਪਣੇ ਇਸ ਸਾਕੇ ਦੇ ਵਿੱਚ ਸ਼ਹੀਦ ਹੋਏ, ਉਹਨਾਂ ਸਭਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਲਗਾਤਾਰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਪ੍ਰਚਾਰਿਆ ਗਿਆ ਸਰਕਾਰਾਂ ਦੇ ਵੱਲੋਂ ਸਭ ਸੱਚ ਨਹੀਂ ਸੀ, ਸਭ ਹਕੀਕਤ ਨਹੀਂ ਸੀ। ਹਕੀਕਤ ਕੀ ਸੀ, ਉਸ ਵੇਲੇ ਦੇ ਚਸ਼ਮਦੀਦ ਲੋਕਾਂ ਨਾਲ ਬੈਠ ਕੇ ਜਾਣਿਆ ਜਾ ਸਕਦਾ ਹੈ, ਤੇ ਉਹਨਾਂ ਲੋਕਾਂ ਦੇ ਨਾਲ ਹੀ ਬੈਠ ਕੇ ਲਗਾਤਾਰ ਔਨ ਏਅਰ ਯਤਨ ਕਰ ਰਿਹਾ ਕਿ ਤੁਹਾਡੇ ਤੱਕ ਸੁਨੇਹਾ ਪਹੁੰਚੇ। ਹਕੀਕਤ ਕੀ ਸੀ, ਸਰਕਾਰਾਂ ਵੱਲੋਂ ਪ੍ਰਚਾਰਿਆ ਕੀ ਗਿਆ, ਤੇ ਉਸ ਹਕੀਕਤ ਨੂੰ ਸਾਂਭ ਕੇ ਰੱਖਣ ਦੀ ਕੋਸ਼ਿਸ਼ ਦੇ ਵਿੱਚ ਮੈਂ ਫਿਰ ਇੱਕ ਮਹਾਨ ਸ਼ਖਸੀਅਤ ਦੇ ਨਾਲ ਬੈਠੀ ਹੋਈ ਹਾਂ, ਔਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੂਨ 1984 ਦੇ ਵਿੱਚ ਸਰਕਾਰ ਨੇ ਆਪਣੀਆਂ ਕੋਝੀਆਂ ਚਾਲਾਂ ਦੇ ਨਾਲ ਜਿਸ ਤਰੀਕੇ ਨਾਲ ਗੁਰਧਾਮਾਂ ਨੂੰ ਤਹਿਸ ਨਹਿਸ ਕਰਨ ਦਾ ਯਤਨ ਕੀਤਾ ਸੀ, ਉਹਦੇ ਵਿੱਚ ਕਿੰਨੇ ਨਿਰਦੋਸ਼ ਲੋਕ ਗਏ ਔਰ ਕਿੰਨੇ ਲੋਕ ਸੀ ਜਿਨ੍ਹਾਂ ਨੇ ਥੋੜੀ ਗਿਣਤੀ ਹੋਣ ਦੇ ਬਾਵਜੂਦ 1.25 ਲੱਖ ਸੀ ਇੱਕ ਲੜਾਊ ਵਾਲੀ ਜਿਹੜੀ ਇੱਕ ਗੁਰੂ ਸਾਹਿਬ ਦਾ ਬਚਨ ਸੀ, ਉਹ ਸੱਚ ਕਰਕੇ ਦਿਖਾਇਆ। ਸੋ ਇਸ ਵੇਲੇ ਮੈਂ ਭਾਈ ਮੋਹਕਮ ਸਿੰਘ ਜੀ ਦੇ ਨਾਲ ਬੈਠੀ ਹੋਈ ਹਾਂ, ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬੁਲਾਰੇ ਦੇ ਵਜੋਂ ਉਹਨਾਂ ਨੂੰ ਮਾਣ ਹਾਸਲ ਹੋਇਆ, ਤੇ ਸੰਤ ਕਰਤਾਰ ਸਿੰਘ ਜੀ ਦੇ ਵੇਲੇ ਤੋਂ ਤੁਰੇ ਆਉਂਦੇ ਉਹਨਾਂ ਨਾਲ ਜੁੜੇ ਸੰਤ ਜਰਨੈਲ ਸਿੰਘ ਜੀ ਦੇ ਨਾਲ ਆ ਕੇ ਵੀ ਲੰਬਾ ਸਮਾਂ ਉਹਨਾਂ ਨੇ ਸੇਵਾ ਨਿਭਾਈ, ਤੇ ਉਹਨਾਂ ਦੇ ਅੰਤਮ ਸਮੇਂ ਤੱਕ ਉਹਨਾਂ ਦੇ ਨਾਲ ਮੌਜੂਦ ਸੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇੱਕ ਮਹਾਨ ਸ਼ਖਸੀਅਤ ਕਹਿ ਸਕਦੇ ਹਾਂ ਕਿ ਦੋ ਇਹੋ ਜਿਹੀ ਕਹਿ ਸਕਦੇ ਹਾਂ ਕਿ ਧਰਤੀ ਦੇ ਉੱਤੇ ਸ਼ਖਸੀਅਤਾਂ ਸੀ ਜਿਨ੍ਹਾਂ ਦਾ ਤੁਹਾਨੂੰ ਸੰਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੰਤ ਕਰਤਾਰ ਸਿੰਘ ਜੀ ਤੋਂ ਸੰਤ ਜਰਨੈਲ ਸਿੰਘ ਜੀ ਤੱਕ ਕਿਵੇਂ ਆਏ ਤੁਸੀਂ? ਦੇਖੋ ਜੀ, ਮੈਂ ਸੰਤ ਕਰਤਾਰ ਸਿੰਘ ਜੀ ਕੋਲ 71 'ਚ ਆਇਆ ਸੀ ਜੀ। ਉਦੋਂ ਮੈਂ ਕੋਈ 12 ਸਾਲ ਦਾ ਹੋਊਗਾ ਅੰਦਾਜ਼ਨ, ਤੇ 77 ਤੱਕ ਮੈਂ ਉਹਨਾਂ ਦੇ ਨਾਲ ਰਿਹਾ।
ਜੀ। ਤੇ 77 ਤੋਂ ਲੈ ਕੇ 84 ਤੱਕ 7 ਸਾਲ ਮੈਂ ਸੰਤ ਜਰਨੈਲ ਸਿੰਘ ਜੀ ਨਾਲ ਗੁਜ਼ਾਰਿਆ ਜੀ। ਬਿਲਕੁਲ ਨਾਲ ਰਹਿ ਕੇ। ਜੀ। ਇਹ ਨਹੀਂ ਗਾ ਵੀ ਕੋਈ ਜਾਣ ਪਛਾਣ ਜਾਂਦੇ ਜਾਂਦੇ, ਨਹੀਂ, ਪੱਕੇ ਨਾਲ ਰਹਿ ਕੇ। ਪਹਿਲਿਆਂ ਦੇ ਵਿਦਿਆਰਥੀ ਵਜੋਂ ਤੇ ਦੂਜਿਆਂ ਦੇ ਵੇਲੇ ਵੀ ਮਤਲਬ ਕਿ ਵਿਦਿਆਰਥੀ ਵੀ ਕਹਿ ਲਓ, ਤੇ ਜਿਹੜੇ ਡਿਊਟੀਆਂ ਲੱਗਣੀਆਂ ਜਾਂ ਜ਼ਿੰਮੇਵਾਰੀਆਂ, ਕਿਉਂਕਿ ਇੰਨੇ ਆਉਂਦਿਆਂ ਤੱਕ ਬੰਦੇ ਨੂੰ ਕੁਝ ਮਤਲਬ ਕਿ ਹੋਰ ਵੀ ਵੱਡੀ ਜਥੇਬੰਦੀ ਦੇ ਵਿੱਚ ਕੁਝ ਨਾ ਕੋਈ ਕੰਮ ਕਰਨੇ ਪੈਂਦੇ ਆ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਇਹ ਮੈਂ ਨਿਭਾਈਆਂ ਜੀ। ਤੇ 84 ਤੋਂ ਲੈ ਕੇ ਬਾਬਾ ਠਾਕਰ ਸਿੰਘ ਦੇ ਅੰਤਮ ਸਮੇਂ ਤੱਕ ਵੀ ਮੈਂ ਉਹਨਾਂ ਮਹਾਂਪੁਰਖਾਂ ਦੇ ਨਾਲ ਰਿਹਾ ਜੀ। ਉਹ ਵੀ ਤਕਰੀਬਨ 20.5 ਸਾਲ ਦਾ ਸਮਾਂ ਜਿਹੜਾ ਹੈ ਉਹ ਮੇਰਾ ਉਹ ਵੀ ਜਥੇਬੰਦੀ 'ਚ ਹੀ ਰਿਹਾ। ਯਾਨੀ 71 ਤੋਂ ਲੈ ਕੇ ਤੇ 4 ਦੇ 84 5 6 ਤੱਕ ਮੈਂ ਟਕਸਾਲ ਦੇ ਵਿੱਚ ਲਗਾਤਾਰ ਰਿਹਾ ਜੀ। ਇੰਨਾ ਲੰਮਾ ਸਮਾਂ 31 ਸਾਲ ਉਹ ਤੇ ਉੱਪਰਲੇ 35 ਸਾਲ ਦਾ ਸਮਾਂ ਮੈਂ ਟਕਸਾਲ ਦੇ ਅੰਦਰ ਰਹਿ ਕੇ ਗੁਜ਼ਾਰਿਆ ਜੀ। ਇਹ ਮੈਂ ਸਮਝਦਾ ਕਿ ਮੇਰੇ ਧੰਨ ਭਾਗ ਨੇ ਕਿ ਐਡੀਆਂ ਵੱਡੀਆਂ ਸ਼ਖਸੀਅਤਾਂ ਦਾ, ਇੰਨੇ ਵੱਡੇ ਸ਼ਹੀਦ ਸਿੰਘ ਜਿਹੜੇ ਹੋਏ ਉਹਨਾਂ ਦਾ, ਇੰਨੀਆਂ ਵੱਡੀਆਂ ਹੋਰ ਜਿਹੜੀਆਂ ਕਮਾਈਆਂ ਵਾਲੇ ਜਿਹੜੇ ਵੱਡੇ ਵੱਡੇ ਵਿਦਵਾਨ ਇੱਥੇ ਆਏ, ਉਹਨਾਂ ਸਭ ਦਾ ਹੀ ਸਾਥ ਤੇ ਉਹਨਾਂ ਦੇ ਦਰਸ਼ਨ ਦੀਦਾਰ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਸਾਹਿਬ, ਜਦੋਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰ ਰਹੀ ਸੀ ਤੇ ਤੁਸੀਂ ਇਹ ਕਿਹਾ ਸੀ ਕਿ ਜਿਵੇਂ ਲੋਕ ਕਹਿ ਦਿੰਦੇ ਆ ਕਿ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਏ ਤੇ ਉਹਨਾਂ ਦੇ ਆਉਣ ਤੋਂ ਬਾਅਦ ਜਿਹੜੀਆਂ ਸਰਕਾਰਾਂ ਨੂੰ ਇੱਕ ਜਵਾਬ ਤਲਬੀ ਕਰਨ ਦੀ ਜਿਹੜੀ ਇੱਕ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਅੰਜਾਮ ਇਹ ਹੁੰਦਾ। ਪਰ ਤੁਸੀਂ ਇਹ ਕਿਹਾ ਕਿ ਨੀਮ ਜਿਹੜੀ ਆ ਬਹੁਤ ਪਹਿਲਾਂ ਹੀ ਰੱਖੀ ਗਈ ਸੀ ਔਰ 37 ਨਗਰ ਕੀਰਤਨ ਜਿਹੜੇ ਸੰਤ ਕਰਤਾਰ ਸਿੰਘ ਜੀ ਦੇ ਵੇਲੇ ਕੱਢੇ ਗਏ ਸੀ, ਕਿ ਕਹਿ ਸਕਦੇ ਕਿ ਕਿਤੇ ਨਾ ਕਿਤੇ ਉੱਥੋਂ ਨਹੀਂ ਰੱਖੀ ਗਈ। ਉਹ ਥੋੜਾ ਸਮਝਾਓਗੇ ਕਿ ਕਿਵੇਂ ਉਹ ਸਭ ਕੀ ਹੋਇਆ ਸੀ? ਇਹ ਬੀਬਾ ਇਸ ਤਰ੍ਹਾਂ ਹੈ ਕਿ ਸੰਤ ਜਰਨੈਲ ਸਿੰਘ ਜੀ ਨੂੰ ਸਮਝਣਾ ਜੀ, ਕਿਸੇ ਇੱਕ ਗੱਲ ਨੂੰ ਫੜ ਕੇ ਤੇ ਆਪਾਂ ਉਹਨੂੰ ਕਹੀਏ ਨਾ ਵੀ ਸੰਤ ਜਰਨੈਲ ਸਿੰਘ ਨੂੰ ਆਪਾਂ ਸਮਝ ਲਵਾਂਗੇ ਤੇ ਬੜਾ ਔਖਾ ਤੇ ਬੜਾ ਕਠਿਨ ਹੈ ਜੀ। ਜੇ ਕਿਸੇ ਅੰਨੇ ਦੇ ਪੱਟੀ ਵੱਧੀ ਹੋਵੇ ਤੇ ਉਹਨੂੰ ਹਾਥੀ ਦੇ ਕੋਲ ਖੜਾ ਕਰਕੇ ਪੁੱਛੇ ਵੀ ਹਾਥੀ ਕਿੱਦਾਂ ਦਾ, ਜੇ ਉਹਦੀ ਸੁੰਡ ਨੂੰ ਹੱਥ ਲਵਾ ਦਈਏ ਉਹ ਕਹੂਗਾ ਇਦਾਂ ਦਾ, ਲੱਤਾਂ ਨੂੰ ਹੱਥ ਲਾ ਦਈਏ ਉਹ ਥੰਮ ਵਰਗਾ, ਕੰਨਾਂ ਨੂੰ ਹੱਥ ਲਾ ਦਿਓ ਉਹ ਛੱਜ ਵਰਗਾ, ਸਿਰ ਨੂੰ ਹੱਥ ਲਾ ਕੇ ਤਾਂ ਖੁੰਡ ਵਰਗਾ, ਉਹਦੇ ਢਿੱਡ ਪੇਟ ਨੂੰ ਉਹ ਕਹੇ ਵੀ ਵੱਡੇ ਹਰੇ ਘੀਰੇ ਵਰਗਾ, ਜਿਹੜਾ ਪਾਥੀਆਂ ਵਾਲਾ ਘੀਰਾ, ਇਦਾਂ ਦਾ ਉਹ ਹਾਥੀ ਜੀ। ਦਰਅਸਲ ਸੱਚਾਈ ਇਹ ਹੈ ਕਿ ਜੇ ਉਹਦੇ ਦੰਦਾਂ ਨੂੰ ਹੱਥ ਲਾ ਕੇ ਵੀ ਕਹੂਗਾ ਨਹੀਂ ਜੀ ਉਹ ਬੜੇ ਲੰਮੇ ਲੰਮੇ ਕੋਈ ਉਹਦੇ ਉਹ ਹੈਗੇ ਨੇ ਮੂਹਰਲੇ ਪਾਸੇ, ਇਹ ਇਦਾਂ ਦਾ ਜੀ। ਤਾਂ ਸੰਤ ਜਰਨੈਲ ਸਿੰਘ ਦਾ ਜਿਹੜਾ ਕੱਦ ਹੈ ਉਹ ਕਈ ਸ਼ਖਸੀ ਮਾਮਲਿਆਂ ਦੇ ਵਿੱਚ ਗੁਜ਼ਰਦਾ ਹੈ ਜੀ। ਜਿੰਨਾ ਚਿਰ ਅਸੀਂ ਇਹ ਸਾਰੀ ਗੱਲ ਨੂੰ ਨਹੀਂ ਸਮਝਾਂਗੇ, ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਸਮਝ ਨਹੀਂ ਪਾਵਾਂਗੇ ਜੀ। ਇੱਕ ਪਾਸੇ ਉਹ ਸਿੱਖਾਂ ਦਾ ਇੱਕ ਮਹਾਨ ਪ੍ਰਚਾਰਕ ਹੈ ਜੀ, ਉਹ ਵਿਦਵਾਨ ਹੈ, ਉਹ ਕਥਾ ਸਿੱਖਿਆ ਸੰਤ ਗੁਰਬਚਨ ਸਿੰਘ ਤੋਂ, ਸੰਤ ਕਰਤਾਰ ਸਿੰਘ ਹਰਾਂ ਦੇ ਕੋਲੋਂ, ਤੇ ਉਹ ਨਾਲੇ ਉਹਨੇ ਗਾਂ ਵਿਦਿਆਰਥੀ ਪੜ੍ਹਾਏ ਆ 7 ਸਾਲ ਜੀ। ਇੱਕ ਪਾਸੇ ਉਹ ਤਪਸਵੀ ਸਾਧੂ ਸੀ ਜਿਹਨੇ ਬਹੁਤ ਸਿਮਰਨ ਕੀਤਾ, ਨਾਮ ਜਪਿਆ, ਕਮਾਈ ਕੀਤੀ, ਇਹ ਉਹਦੀ ਜ਼ਿੰਦਗੀ ਦਾ ਹਿੱਸਾ ਜੀ। ਇੱਕ ਪਾਸੇ ਉਹ ਲਗਾਤਾਰ ਟਕਸਾਲ ਦੇ ਵਿੱਚ ਰਹਿੰਦਿਆਂ ਹੋਏ ਖੇਤੀ ਦੇ ਜਦੋਂ ਬੀਜਣੀ ਹੈ, ਵੱਢਣੀ ਹੈ ਜਾਂ ਕੰਮ ਕਰਨਾ, ਤੇ ਉਹ ਖੇਤੀਬਾੜੀ ਕਰਕੇ ਕਿਰਤੀ ਸਿੱਖ ਹੈ ਜੀ। ਇੱਕ ਕਿਰਤੀ ਸਿੱਖ ਹੈ, ਇੱਕ ਪ੍ਰਚਾਰਕ ਸਿੱਖ ਹੈ, ਇੱਕ ਵਿਦਵਾਨ ਸਿੱਖ ਹੈ। ਇਹ ਤੇ ਇੱਕ ਲਾਗੇ ਉਹਨਾਂ ਦਾ ਇਸ ਚੀਜ਼ ਦਾ ਜੀ। ਚੌਥੀ ਜਿਹੜੀ ਗੱਲ ਉਹਨਾਂ ਦੀ, ਉਹਨਾਂ ਦਾ ਜਿਹੜਾ ਮਲਵਰਤਨ ਸੀ, ਹਰ ਵਿਅਕਤੀ ਕਹਿੰਦਾ ਸੀ ਕਿ ਮੇਰੇ ਨਾਲ ਹੀ ਸਭ ਤੋਂ ਵੱਧ ਪਿਆਰ ਹੈ ਜੀ, ਕੋਈ ਵੀ ਹੋਵੇ, ਇਹ ਉਹਨਾਂ ਦਾ। ਚੌਥੀ ਗੱਲ ਇਹ ਸੀ ਕਿ ਉਹ ਉਹਨਾਂ ਦੇ ਜੋ ਅੰਦਰ ਸੀ ਉਹ ਉਹਨਾਂ ਦੀ ਜ਼ੁਬਾਨ ਤੇ ਹੀ, ਜੋ ਜ਼ੁਬਾਨ ਤੇ ਸੀ ਉਹ ਉਹਨਾਂ ਦੇ ਅੰਦਰ ਸੀ ਜੀ ਜੀ। ਤੇ ਇਸ ਤੋਂ ਅਗਲੀ ਗੱਲ ਜਿਹੜੀ ਮੈਂ ਇਹ ਸਮਝਦਾ ਕਿ ਜੋ ਉਹ ਕਹਿੰਦਾ ਸੀ ਉਹ ਦਿਲ ਚੋਂ ਕਹਿੰਦਾ ਸੀ, ਸਿੱਧਾ ਹੀ ਅਗਲੇ ਦੇ ਦਿਲ ਤੇ ਵੱਜਦਾ ਸੀ ਜੀ, ਤੇ ਉਹਦਾ ਅਸਰ ਵੀ ਦਿਲ ਦੇ ਉੱਤੇ ਅਗਲੇ ਦੇ ਵੱਜ ਕੇ ਤੇ ਉਹਦੀ ਜ਼ਿੰਦਗੀ ਪਲਟ ਜਾਂਦੀ ਸੀ। ਇੱਕ ਦੂਜੀ ਗੱਲ ਮੈਂ ਇਹ ਵੀ ਸਮਝਦਾ ਕਿ ਉਹਦੀ ਅੱਖ ਵਿੱਚ ਇੰਨਾ ਪਾਰਖੂਪਣ ਸੀ ਕਿ ਉਹ ਰਾਜਨੀਤਿਕ ਲੀਡਰਸ਼ਿਪ ਨੂੰ ਵੀ, ਸਮਾਜਿਕ ਲੀਡਰਸ਼ਿਪ ਨੂੰ ਵੀ, ਧਾਰਮਿਕ ਲੀਡਰਸ਼ਿਪ ਨੂੰ ਵੀ, ਜਿਹੜੇ ਕੋਈ ਖਾੜਕੂ ਕਿਸਮ ਦੇ ਵਿਚਾਰ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਵੀ, ਤੇ ਜਿਹੜੇ ਕੋਈ ਕੇਵਲ ਵਿੱਦਿਆ ਪੜ੍ਹ ਕੇ ਜਾਂ ਧਰਮ ਕਰਮ ਕਰਨ ਵਾਲੇ ਆ ਉਹਨਾਂ ਨੂੰ ਵੀ, ਹਰ ਤਰ੍ਹਾਂ ਦੇ ਬੰਦੇ ਨੂੰ ਉਹ ਸਮਝਣ ਦੀ ਸਮਰੱਥਾ ਰੱਖਦਾ ਸੀ ਜੀ। ਅਗਲੀ ਗੱਲ ਇਹ ਹੈ ਕਿ ਉਹ ਵਿਅਕਤੀ ਜਿਹੜਾ ਹੈ ਜੀ, ਉਹਦਾ ਜਿਹੜਾ ਜਿੰਨਾ ਚਿਰ ਅਸੀਂ ਇਸ ਚੀਜ਼ ਨੂੰ ਨਹੀਂ ਨਾ ਸਮਝ ਪਾਵਾਂਗੇ ਕਿ ਉਹ ਹੈ ਕੀ ਹੈ, ਕੀ ਕੀਤਾ। ਦੇਖੋ ਉਹਦੇ ਨਾਲ ਇੱਕ ਜਨ ਸਧਾਰਨ ਜੁੜ ਗਿਆ, ਜਿਹੜਾ ਪਿੰਡਾਂ ਦੇ ਵਿੱਚ ਜਾਂ ਖੇਤਾਂ ਜਿਹੜਾ ਕਿਰਤ ਕਰਨ ਵਾਲਾ ਬੰਦਾ, ਦਿਨ ਰਾਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਰਤ ਕਰਨੀ, ਪਸੀਨੇ ਨਾਲ ਮਤਲਬ ਉਹਨੇ ਆਪਣਾ ਸਾਰਾ ਕਿਰਤ ਕਮਾਈ ਕਰਕੇ ਪਸੀਨਾ ਵਗਾਇਆ ਧਰਤੀ ਦੇ ਉੱਤੇ ਜੀ, ਚਾਹੇ ਉਹ ਖੇਤੀ ਦੇ ਵਿੱਚ ਹੈ ਜਾਂ ਕਿਰਤ, ਹੋਰ ਬੜੇ ਧੰਦੇ ਨੇ ਕਿਰਤ ਦੇ ਜੀ। ਕਿਰਤੀ ਲੋਕਾਂ ਦਾ ਉਹ ਕੇਂਦਰ ਬਿੰਦੂ ਬਣ ਗਿਆ।
ਅੱਛਾ, ਜਿਹੜੇ ਲੋਕ ਨੌਜਵਾਨ ਨੇ ਹੂੰ ਉਹਨਾਂ ਦੇ ਦਿਲਾਂ ਦੀ ਉਹ ਧੜਕਣ ਬਣ ਗਿਆ। ਜੀ ਜਿਹੜੇ ਧਾਰਮਿਕ ਲੋਕ ਨੇ ਹੂੰ ਉਹ ਕਹਿੰਦੇ ਆ ਵੀ ਇਹ ਸੱਚਾਈ ਦੀ ਮੂਰਤ ਹੈ, ਜੋ ਇਹਨੇ ਕਹਿਤਾ ਉਹ ਠੀਕ ਹੈ, ਇਹ ਗਲਤ ਨਹੀਂ ਬੋਲਦਾ। ਜੀ ਚੌਥੀ ਕਿਸਮ ਜਿਹੜੀ ਉਹ ਹੈ ਕਿ ਰਾਜਨੀਤਿਕ ਲੀਡਰਸ਼ਿਪ ਜਿਹੜੀ ਇਹੋ ਜਿਹੇ ਬੰਦਿਆਂ ਨੂੰ ਆਪਣੀ ਪਟਾਰੀ 'ਚ ਪਾ ਕੇ ਰੱਖਣਾ ਚਾਹੁੰਦੀ ਆ। ਜੀ ਉਹਨੇ ਉਹਨਾਂ ਦੀਆਂ ਪਟਾਰੀਆਂ ਤੋੜ ਕੇ ਤੇ ਉਹਨਾਂ ਸਾਰਿਆਂ ਨੂੰ ਪਟਾਰੀ 'ਚ ਪਾਤਾ। ਹੂੰ ਇਹ ਇੱਕ ਜਿਹੜੀ ਹੈ ਉਹਦੀ ਕਲਾ ਹੈ। ਅੱਛਾ, ਉਹਦੀ ਕਲਾ ਦੇ ਸਾਹਮਣੇ ਨਾ ਕਾਂਗਰਸੀ ਹੰਗ ਸਕੇ ਆ, ਨਾ ਉਹਦੇ ਸਾਹਮਣੇ ਅਕਾਲੀ ਜਿਹੜੇ ਉਹ ਮਤਲਬ ਕਿ ਫਰ ਮਾਰ ਸਕੇ ਆ, ਨਾ ਉਹਨਾਂ ਦੇ ਸਾਹਮਣੇ ਕੋਈ ਹੋਰ। ਜੀ ਉਹਨਾਂ ਸਾਹਮਣੇ ਪੰਜਾਬ ਦੀ ਪਹਿਲਾਂ ਗੱਲ ਕਰੀਏ ਤੇ ਇੱਥੋਂ ਦੀ ਸਰਕਾਰ ਬਵਸ ਹੋ ਗਈ, ਇੱਥੋਂ ਦੀ ਪੁਲਿਸ ਬਵਸ ਹੋ ਗਈ। ਜੀ ਜਿਹੜਾ ਮੀਡੀਆ ਹੁੰਦਾ ਹੈ ਸਰਕਾਰੀ ਹੁੰਦਾ ਸੀ, ਹੁਣ ਤਾਂ ਚਲੋ ਪ੍ਰਾਈਵੇਟ ਬਹੁਤ ਕੁਝ ਹੋ ਜੀ ਗਿਆ। ਜੀ ਉਹ ਸਾਰੇ ਦਾ ਸਾਰਾ ਵੀ ਉਹਨਾਂ ਨੇ ਝੂਠਾ ਪਾ ਮਤਲਬ ਉਹਨਾਂ ਦਾ ਉਹਦੇ ਤੇ ਕੋਈ ਅਸਰ ਨਹੀਂ। ਜੀ ਅੱਛਾ, ਜੇ ਕੋਈ ਗੁਰੂ ਗ੍ਰੰਥ ਸਾਹਿਬ ਜਾਂ ਗੁਰਮਤ ਦੇ ਵਿਰੋਧੀ ਹੈ ਤੇ ਉਹਦੇ ਸਾਹਮਣੇ ਵੀ ਉਹ ਚਟਾਂਗ ਦੀ ਵਾਂ ਖੜਾ ਹੋ ਗਿਆ, ਜਿਵੇਂ ਨਿਰੰਕਾਰੀਆਂ ਦੇ ਵਿਰੁੱਧ ਖੜ ਗਿਆ। ਅਗਰ ਕਿਸੇ ਅਕਾਲੀ ਦਲ ਦੇ ਬੰਦੇ ਨੇ ਕੋਈ ਕਮਜ਼ੋਰੀ ਵਿਖਾਈ ਤੇ ਉਸ ਬੰਦੇ ਦੇ ਸਾਹਮਣੇ ਜਿਵੇਂ ਉਹ ਕਹਿੰਦੇ ਡਾਂਗ ਲੈ ਕੇ ਖੜਾ ਹੋ ਜਾਂਦਾ ਨਾ ਬੰਦਾ, ਵੀ ਇਹ ਤੂੰ ਕਿਵੇਂ ਕਰ ਰਿਹਾ, ਵੀ ਮੈਂ ਆ ਖੜਾ, ਮੈਂ ਨਹੀਂ, ਇਹ ਪਹਿਰੇਦਾਰੀ ਕਰਾਂਗਾ। ਜੀ ਕੌਮ ਦੀ ਪਹਿਰੇਦਾਰੀ ਵੀ ਉਸ ਵਿਅਕਤੀ ਨੇ ਕੀਤੀ ਹੈ। ਕੀਤੀ ਉਹਨੇ ਹਰ ਪੱਧਰ ਤੇ ਹੈ, ਧਾਰਮਿਕ, ਰਾਜਨੀਤਿਕ, ਸਮਾਜਿਕ ਔਰ ਇਸੇ ਤਰ੍ਹਾਂ ਆਰਥਿਕ, ਹਰ ਚੀਜ਼ ਨੂੰ ਉਹਨੇ ਕੀਤਾ। ਸਿੱਖ ਨੂੰ ਇਸ ਥਾਂ ਤੋਂ ਲੈ ਕੇ ਕਿਸੇ ਦੁਨੀਆ ਦੇ ਥਾਂ ਤੇ ਮਾੜਾ ਜਿਹੀ ਤਕਲੀਫ ਆਈ, ਕੋਈ ਖਬਰ ਆਈ ਅਖਬਾਰ 'ਚ ਜਾਂ ਸੱਜੇ ਖੱਬਿਓਂ, ਜਦੋਂ ਉਹਨਾਂ ਵੀ ਆਹ ਸਿੱਖ ਨਾਲ ਧੱਕਾ ਤੇ ਉਹ ਜਦੋਂ ਉਹਦੇ ਚੀਜ਼ ਨਿਕਲਦੀ, ਜਦੋਂ ਐਂ ਕਰਕੇ ਉਹਦੇ ਚਿਹਰੇ ਤੋਂ, ਹਾਵ ਭਾਵ ਤੋਂ, ਉਹਦੀ ਬਾਡੀ ਲੈਂਗੁਏਜ ਜਿਹੜੀ ਸੀ ਉਹ ਦੱਸਦੀ ਸੀ ਕਿ ਸਿੱਖ ਦੂਰ ਦੁਨੀਆ ਦੇ ਪਰਲੇ ਕਿਨਾਰੇ ਖੜੇ ਹੋਏ ਦੇ ਦਰਦ ਜਿਹੜਾ ਹੈ ਉਹਨੂੰ ਮਹਿਸੂਸ ਹੋ ਰਿਹਾ। ਜੇ ਕਿਸੇ ਨੂੰ ਵੱਡੀ ਪ੍ਰਾਪਤੀ ਹੋਣੀ, ਕਿਸੇ ਨੂੰ ਦੁਨੀਆ ਦੇ ਵਿੱਚ ਕੋਈ ਵੱਡੇ ਥਾਵਾਂ ਮਿਲਣੀਆਂ, ਮਰਾਤਬੇ ਮਿਲਣੇ, ਕੋਈ ਵੱਡੇ ਜੱਜ ਬਣ ਗਏ, ਕੋਈ ਦੁਨੀਆ ਭਰ ਦੇ ਵਿੱਚ ਬੜਾ ਕੁਝ ਹੋਇਆ ਕਿ ਕਈ ਸਿੱਖਾਂ ਨੇ ਬਹੁਤ ਪ੍ਰਾਪਤੀਆਂ ਕੀਤੀਆਂ ਨੇ, ਜਾਂ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਉਦੋਂ ਉਹਦੀ ਖਬਰ ਜਦੋਂ ਦੇਖਣੀ ਜਾਂ ਕਿਸੇ ਨੇ ਦੱਸਣੀ ਜਾਂ ਗੱਲ ਕਰਨੀ ਤੇ ਉਹਦੇ ਚਿਹਰੇ ਦੇ ਉੱਤੇ ਇੱਕ ਲਾਲੀ ਟਪਕ ਆਉਣੀ ਕਿ ਮੇਰਾ ਸਿੱਖ, ਜਿਸ ਧਰਮ 'ਚ ਮੈਂ ਪੈਦਾ ਹੋਇਆ, ਗੁਰੂ ਨਾਨਕ ਦੀ ਸਿੱਖੀ ਜਿਹੜੀ ਹੈ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ, ਇਹ ਇੱਦਾਂ ਫੈਲ ਰਹੀ ਹੈ। ਤੇ ਉਹਨਾਂ ਨੂੰ ਖੁਸ਼ੀ ਉਹਨਾਂ ਦੇ ਬਿਨਾਂ ਦੱਸੇ ਤੋਂ ਉਹਨਾਂ ਦੇ ਚਿਹਰੇ ਤੇ, ਉਹਨਾਂ ਦੀ ਅੱਖਾਂ 'ਚ ਪੜੀ ਜਾ ਸਕਦੀ ਸੀ। ਇਹ ਉਸ ਬੰਦੇ ਦਾ ਇੱਕ ਕਰਤਾਰ ਸੀ ਬਹੁਤ ਵੱਡਾ। ਔਰ ਉਹਨੇ ਜਿੱਥੇ ਪੁਲਿਸ ਹਰਾਤੀ, ਰਾਜਨੀਤੀ ਹਲਾਤੀ, ਮੀਡੀਆ ਹਰਾ ਦਿੱਤਾ ਪੰਜਾਬ ਦਾ, ਤੇ ਇਹ ਬਵਸ ਹੋ ਗਏ। ਫਿਰ ਸਰਕਾਰ ਨੇ ਉਹਨਾਂ ਦੇ ਵਿਰੁੱਧ ਜਿਹੜੀਆਂ ਸਰਕਾਰ ਦੀਆਂ ਸ਼ਕਤੀਆਂ ਹੋਰ ਵੀ ਬਹੁਤ ਹੁੰਦੀਆਂ ਨੇ ਜੀ, ਸਾਮ ਸਰਨ ਪੈ ਜਾਓ ਜੀ, ਉਹਨੇ ਉਹ ਵੀ ਫੇਲ ਕਰਤੀ ਜੀ, ਪੰਜਾਬ ਵਾਲਿਆਂ ਦੀ ਤੇ ਦਿੱਲੀ ਵਾਲਿਆਂ ਦੀ ਵੀ। ਦੂਜਾ ਹੁੰਦਾ ਇੱਕ ਦਾਮ ਪੈਸਾ ਜੀ, ਪੈਸੇ ਦੇ ਮਾਮਲੇ 'ਚ ਉਹ ਮਤਲਬ ਕਿ ਖਰੇ ਕੁੰਦਨ ਵਰਗਾ ਸੀ। ਉਹਨੂੰ ਸਰਕਾਰਾਂ, ਚਾਹੇ ਉਹ ਅਮਰੀਕਾ ਦੇ ਡਾਲਰ ਹੋਣ, ਚਾਹੇ ਰੂਸ ਦੇ ਰੂਬਲ ਹੋਣ, ਚਾਹੇ ਇੰਡੀਆ ਦਾ ਪੈਸਾ ਹੋਵੇ, ਉਹ ਉਹਦੇ ਵੱਲੋਂ ਉਹਦੇ ਵਾਸਤੇ ਮਿੱਟੀ ਸੀ ਜੀ, ਕੋਈ ਖਰੀਦ ਨਹੀਂ ਪਾਇਆ ਉਹ ਬੰਦੇ ਨੂੰ। ਜਿਹੜਾ ਨਹੀਂ ਖਰੀਦਿਆ ਗਿਆ, ਅੱਜ ਤੱਕ ਲੋਕ ਉਹਨੂੰ ਖਰੀਦਣ ਲਈ ਭੱਜੇ ਫਿਰਦੇ ਆ ਵੀ ਸਾਨੂੰ ਉਹਦੇ ਦਰਸ਼ਨ ਹੋ ਜਾਣ ਜੀ, ਅਸੀਂ ਉਹਨੂੰ ਮਿਲ ਲਈਏ, ਅਸੀਂ ਕਿਉਂ ਨਾ ਉਹਦੇ ਸਮੇਂ ਜਨਮ ਲਿਆ, ਕਿ ਅਸੀਂ ਕਿਉਂ ਨਾ ਉਹਨੂੰ ਵੇਖ ਪਾਏ, ਉਹ ਕੀ ਸੀ, ਕਿੱਦਾਂ ਸੀ। ਹਰ ਸਿੱਖ ਆਪਣੇ ਹਿਰਦੇ 'ਚ ਉਹਨੂੰ ਖਰੀਦ ਰਿਹਾ, ਉਹਦੀ ਕਮਾਈ ਨੂੰ, ਉਹਦੀ ਕਿਰਤ ਨੂੰ, ਉਹਦੇ ਕਰਮ ਨੂੰ, ਉਹਦੇ ਧਰਮ ਨੂੰ, ਉਹਦੇ ਸਮਾਜ ਨੂੰ, ਉਹਦੇ ਕੀਤੀਆਂ ਹੋਈਆਂ ਚੀਜ਼ਾਂ ਨੂੰ ਮਤਲਬ ਕਿ ਆਪਣੇ ਅੰਦਰ ਖਿੱਚਣਾ ਚਾਹੁੰਦਾ, ਉਹਦੇ ਗੁਣਾਂ ਨੂੰ। ਇਹ ਖਰੀਦ ਹੋ ਰਹੀ ਹੈ ਕਿ ਉਹ ਆਪ ਵਿਕਿਆ ਨਹੀਂ ਜੀ। ਜਿਹੜੇ ਵਿਕ ਜਾਂਦੇ ਉਹਨਾਂ ਨੂੰ ਕੋਈ ਖਰੀਦਦਾ ਨਹੀਂਗਾ। ਬਿਲਕੁਲ, ਇਹ ਉਸ ਵਿਅਕਤੀ ਦੀ ਇੱਕ ਵੱਖਰੀ ਸੀ। ਸਾਮ ਵੀ ਉਹਨੇ ਫੇਦ ਕਰਤੀ, ਦਾਮ ਵੀ ਉਹਦੇ ਡੰਡ ਜਿਹੜਾ ਸੀ, ਜਿਵੇਂ ਉਹਦੀਆਂ ਗ੍ਰਿਫਤਾਰੀਆਂ ਮਤਲਬ ਹੋਈ ਆਪਣੇ ਲਾਲਾ ਜਗਤ ਰਾਏ ਕੇ ਕੇਸ ਵਿੱਚ, ਜਾਂ ਨਿਰੰਕਾਰੀਆਂ ਨਾਲ ਟਕਰਾਓ ਆਏ ਆ, ਮਤਲਬ ਬੜਾ ਕੁਝ ਹੋਇਆ। ਨਿਰੰਕਾਰੀ ਮਰਿਆ ਤੇ ਉਹਨਾਂ ਦੀ ਪੁੱਛਗਿੱਛ ਵੀ, ਸਾਰਾ ਕੁਝ, ਯਾਨੀ ਕਿ ਉਸ ਜਗ੍ਹਾ ਤੇ ਵੀ ਉਹ ਦੰਡ ਦੇ ਮੂਹਰੇ ਵੀ ਐਂ ਖੜਾ ਸੀ ਡਟ ਕੇ। ਤੇ ਜਿਹੜਾ ਭੇਦ ਹੁੰਦਾ ਹੈ ਕਿ ਇਹਨਾਂ 'ਚ ਫੁੱਟ ਪਾ ਦਿਓ ਇਹਦੀ ਜਥੇਬੰਦੀ ਦੇ ਅੰਦਰ, ਜਥੇਬੰਦੀ ਦਾ ਇੱਕ ਵੀ ਬੱਚਾ ਤੇ ਬਜ਼ੁਰਗ ਤੱਕ, ਬਾਬਾ ਠਾਕਰ ਸਿੰਘ ਤੋਂ ਲੈ ਕੇ ਇੱਕ ਬੱਚੇ ਤੱਕ ਵੀ, ਕੋਈ ਵਿਅਕਤੀ ਵੀ ਉਹਦੇ ਪਾਸੇ ਨਹੀਂ ਖੜਾ, ਉਹਦੇ ਨਾਲ ਖੜਾ, ਕੋਈ ਉਹਨੂੰ ਛੱਡ ਕੇ ਨਹੀਂ ਗਿਆ ਜੀ, ਕੋਈ ਦੌੜ ਕੇ ਨਹੀਂ, ਮਤਲਬ ਜਾਣੀ ਕਿ ਉਹਦੇ ਮਤਲਬ ਕਿ ਡਿਊਟੀ, ਕੰਮ ਕਾਜ ਉਹ ਵੱਖਰੀ ਗੱਲ, ਕਿਤੇ ਲਾ ਦੇਣਾ ਕੁਝ ਕਰਨਾ, ਉਹ ਉਹਦੇ ਨਾਲ ਲਗਾਤਾਰ। ਜੇ ਉਹਨਾਂ ਨਾਲ ਜਵਾਨੀ ਫੈਡਰੇਸ਼ਨ ਰਲ ਗਈ ਤੇ ਫੈਡਰੇਸ਼ਨ ਉਹਦੇ ਨਾਲ, ਜੇ ਉਹਨਾਂ ਨਾਲ ਬਹੁਤ ਸਾਰੇ ਵੱਡੇ ਵੱਡੇ ਅਫਸਰ, ਵੱਡੇ ਵੱਡੇ ਪੜ੍ਹੇ ਹੋਏ, ਚਾਹੇ ਉਹ ਫੌਜ ਦੇ ਸਨ ਜਾਂ ਪੁਲਿਸ ਦੇ ਸਨ ਜਾਂ ਕੋਈ ਹੋਰ, ਕੋਈ ਪ੍ਰੋਫੈਸਰ ਸਨ, ਡਾਕਟਰ ਸਨ, ਜਾਂ ਕੋਈ IAS ਅਫਸਰ, ਜਿਹੜੇ ਉਹਨਾਂ ਨਾਲ ਜੁੜ ਗਏ ਇੱਕ ਵਾਰ ਜੀ, ਉਹ ਨਿਖੜ ਨਹੀਂ ਪਾਇਆ ਉਹਦੇ ਕੋਲ। ਉਹ ਮਤਲਬ ਕਿ ਉਹ ਵਿਅਕਤੀ ਉਹਦਾ ਹੀ ਹੋ ਕੇ ਰਹਿ ਗਿਆ ਕਿ ਮੈਂ ਇਹਦਾ ਹੀ ਹੋ ਗਿਆ। ਤੇ ਉਹਦੇ ਵਾਸਤੇ ਰਸਤੇ 'ਚ ਭਾਵੇਂ ਉਹਦੇ ਇੰਨੀਆਂ ਖੁਆਰੀਆਂ ਹੋਣ, ਕਈ ਕੁਛ ਹੋਇਆ ਹੋਵੇ, ਪਰ ਉਹਨੇ ਕਿਸੇ ਨੇ
ਕੋਈ ਪਰਵਾਹ ਨਹੀਂ ਗੀ ਬਾਬਾ ਉਹਦੇ ਜੀ, ਨਾਲ। ਭਾਈ ਸਾਹਿਬ ਮੈਂ ਉਸ ਚੀਜ਼ ਤੇ ਵੀ ਆਉਂਗੀ ਕਿ ਕਿਸ ਤਰੀਕੇ ਦੇ ਨਾਲ ਇੱਕ ਸੰਤ ਜਰਨੈਲ ਇੱਕ ਫੌਜੀ ਦੇ ਵਾਂਗੂ ਪੇਸ਼ ਆਉਂਦਾ ਔਰ ਕਿੰਨੇ ਦਿਨ ਵਕਤ ਪਾਈ ਰੱਖਿਆ ਸਮੇਂ ਦੀਆਂ ਸਰਕਾਰਾਂ ਨੂੰ ਜਿਹੜੇ ਸੋਚ ਕੇ ਆਈਆਂ ਸੀ। ਮੈਂ ਇੱਕ ਹੋਰ ਵਾਰ ਉਹ ਜਿਹੜੀ ਤੁਸੀਂ ਮੈਨੂੰ ਪਹਿਲਾਂ ਗੱਲ ਕਲੀਅਰ ਕੀਤੀ ਸੀ ਵੀ 37 ਨਗਰ ਕੀਰਤਨਾਂ ਤੋਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਸਰਕਾਰ ਨੂੰ ਜਵਾਬ ਤਲਬੀ ਦਾ ਇੱਕ ਮੁੱਢ ਵੱਜ ਗਿਆ ਸੀ। ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਜਿਹੜੇ ਇਸ ਤਰੀਕੇ ਦੇ ਨਾਲ ਪੇਸ਼ ਆਉਂਦੇ ਆ। ਇੱਕ ਵਾਰੀ ਉਹ ਚੀਜ਼ ਮੈਂ ਸੰਖੇਪ 'ਚ ਜ਼ਰੂਰ ਚਾਹੁੰਦੀ ਹਾਂ, 37 ਨਗਰ ਕੀਰਤਨਾਂ ਤੋਂ ਕੀ ਸ਼ੁਰੂ ਹੋਇਆ ਸੀ ਜਿਹੜਾ ਤੁਸੀਂ ਕਿਹਾ ਕਿ ਬਾਅਦ ਦੇ ਵਿੱਚ ਇਸ ਰੂਪ ਦੇ ਵਿੱਚ ਵੇਖਣ ਨੂੰ ਮਿਲਦਾ? ਬੇਟਾ ਇਦਾਂ ਹੈ ਕਿ ਸੰਤ ਕਰਤਾਰ ਸਿੰਘ ਜਿਹੜੇ ਸੀ ਨਾ ਜੀ, ਜੇ ਮੈਨੂੰ ਕੋਈ ਪੁੱਛੇ ਹੂੰ ਤੇ ਮੈਂ ਕਹੂੰਗਾ ਇਸ ਸੰਘਰਸ਼ ਦੀ ਪਿੱਠ ਭੂਮੀ ਨੇ। ਮੈਂ ਇਹੀ ਚੀਜ਼ ਜਾਣਨਾ ਚਾਹ ਰਹੀ ਸੀ। ਉਹਨੂੰ ਅਸੀਂ ਇਗਨੋਰ ਕਰਕੇ ਸੰਤ ਜਰਨੈਲ ਸਿੰਘ ਦਾ ਰੂਪ ਨਹੀਂ ਵੇਖ ਸਕਦੇ ਜੀ। ਇਹ ਮਤਲਬ ਕਿ ਉਹਦਾ ਜਾਨਸ਼ੀਨ ਹੈ। ਹੂੰ ਉਸ ਵਿਅਕਤੀ ਉਹ ਇਸ ਸੰਘਰਸ਼ ਦੀ ਪਿੱਠ ਭੂਮੀ ਹੈ। ਹੂੰ ਪਿੱਠ ਭੂਮੀ ਨੂੰ ਜੇ ਸਮਝਣਾ ਹੈ ਤੇ ਉਹਨੂੰ 3 ਗੱਲਾਂ ਤੋਂ ਤੁਹਾਨੂੰ ਸਮਝਣਾ ਪਊਗਾ। ਇਹਦੀ ਫੋਲੋਇੰਗ ਕਿੱਦਾਂ ਦੀ ਸੀ। ਜਿੰਨਾ ਸੰਤ ਗੁਰਬਚਨ ਸਿੰਘ ਦਾ ਵਿਦਿਆਰਥੀ, ਉਹਨਾਂ ਦਾ ਆਪਣਾ ਵਿਦਿਆਰਥੀ, ਦੂਜੇ ਧਾਰਮਿਕ ਲੋਕ, ਤਖਤਾਂ ਦੇ ਜਥੇਦਾਰਾਂ ਤੋਂ ਹਰਿਮੰਦਰ ਸਾਹਿਬ ਤੋਂ ਲੈ ਕੇ ਇੱਕ ਪਿੰਡ ਦੇ ਗ੍ਰੰਥੀ ਤੱਕ, ਇੱਕ ਪ੍ਰਚਾਰਕ ਤੱਕ, ਇੱਕ ਸਮਾਜ ਢਾਡੀ ਕਵੀਸ਼ਰ ਤੱਕ, ਉਹ ਸਾਰੇ ਦੇ ਸਾਰੇ ਉਹਦੇ ਨਾਲ ਟੱਚ ਹੋ ਗਏ। ਸਾਰੇ ਹੀ ਉਹਦੇ ਵਰਕਰ ਬਣ ਗਏ। ਸਮਝ ਲਓ ਤੁਸੀਂ। ਇਹਦੇ ਮਤਲਬ ਕਿ ਉਹਨੇ ਆਵਾਜ਼ ਦੇਣੀ ਤੇ ਉਹਨਾਂ ਲੋਕਾਂ ਨੇ ਆਪ ਹੀ ਸਾਰਾ ਕੰਮ ਕਰਨਾ। ਇੱਕ ਦੂਜਾ, ਉਹ ਇੰਨਾ ਭੱਜ ਨੱਠ ਕਰਦਾ ਸੀ। ਵਿਦਿਆਰਥੀ ਉਹ ਪੜ੍ਹਾਈ ਜਾ ਰਿਹਾ ਸੀ, ਲਿਖਤਾਂ ਉਹਨੇ ਲਿਖੀਆਂ, ਸੰਤ ਕਰਤਾਰ ਸਿੰਘ ਨੇ ਸਾਰਾ ਕੁਝ ਕੀਤਾ। ਉਹਨੇ ਨਿਰੰਕਾਰੀਆਂ ਨਾਲ ਪਹਿਲੀਆਂ ਟੱਕਰਾਂ ਉਹਦੇ ਵੇਲੇ ਹੋਈਆਂ ਨੇ ਕਈ ਥਾਈਂ। ਕਮਾਣੀ ਹੋਈ, ਇੱਥੇ ਲੁਧਿਆਣੇ ਲਾਗੇ ਹੋਈ, ਖੇਮਕਰਨ ਲਾਗੇ ਹੋਈ, ਹੁਸ਼ਿਆਰਪੁਰ ਹੋਈ, ਏਦਾਂ ਕਈ ਥਾਈਂ। ਉਹ ਟਕਰਾਓ ਦੇ ਵਿੱਚ ਨਿਰੰਕਾਰੀਆਂ ਦੇ ਨਾਲ ਉਸ ਪਹਿਲਾਂ ਉਹ ਆਏ ਆ। ਉਹਨਾਂ ਵੇਲੇ ਐਮਰਜੈਂਸੀ ਵੇਲੇ ਸਰਕਾਰ ਨੇ ਐਮਰਜੈਂਸੀ ਲਾ ਦਿੱਤੀ। ਉਹਨਾਂ ਦਿਨਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦੀ ਗੁਰਪੁਰਬ ਆ ਗਿਆ। ਉਹਨਾਂ ਗੁਰਪੁਰਬ ਦੇ ਨਾਂ ਹੇਠ 37 ਮਹਾਨ ਜਲੂਸ ਜਿਹੜੇ ਸੀ ਕੱਢੇ। ਅੱਜ ਅਸੀਂ ਨਗਰ ਕੀਰਤਨ ਕਹਿੰਦੇ, ਉਹਦਾ ਜਲੂਸ ਕਹਿੰਦੇ ਹੁੰਦੇ। ਮੈਂ ਜਲੂਸ ਸ਼ਬਦ ਦਾ ਵਰਤਣਾ। ਜਲੂਸ ਸ਼ਬਦ ਦਾ ਮਤਲਬ ਹੁੰਦਾ ਕਿਸੇ ਕੌਮ ਦੀ ਸ਼ਕਤੀ ਦਾ ਵਿਖਾਵਾ। ਜਲਾਓ। ਜਿਵੇਂ ਰਾਜੇ ਮਹਾਰਾਜੇ ਜਾ ਰਹੇ ਸੀ, ਉਹਨਾਂ ਦੇ ਅੱਗੇ ਹੁੰਦੇ ਵਜ਼ੀਰ ਜਾਂਦੇ, ਉਹਦੇ ਅੱਗੇ ਪਿੱਛੇ ਫੌਜਾਂ ਆ ਰਹੀਆਂ ਹੁੰਦੀਆਂ, ਹੋਰ ਪਿੱਛੇ ਆ ਰਹੇ ਹੁੰਦੇ, ਅਗਲੇ ਪਾਸੇ ਤੂਤੀਆਂ ਵਾਜੇ ਵਜਾਉਂਦੇ ਜਾਂਦੇ ਜੀ, ਅੱਗੇ ਕੋਈ ਨੱਚਦੇ ਟੱਪਦੇ ਜਾਂਦੇ ਸੀ। ਇੱਦਾਂ ਦੇ ਹੁੰਦਾ। ਉਹਨਾਂ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਇੱਕ ਜਲਾਓ ਦੇ ਰੂਪ 'ਚ ਕੌਮੀ ਜਲਾਓ ਦੇ 37 ਜਲਾਓ ਕੱਢ ਕੇ ਦਿੱਲੀ ਦੀ ਇੰਦਰਾ ਗਾਂਧੀ ਨੂੰ ਮਤਲਬ ਕਿ ਸਿੱਧਾ ਚੈਲੰਜ ਦਿੱਤਾ ਕਿ ਅਸੀਂ ਤੇਰੇ ਕਾਨੂੰਨਾਂ ਨੂੰ ਬਿਲਕੁਲ ਨਹੀਂ ਮੰਨਦੇ। ਇੱਕ ਵਾਰ ਉਹਨਾਂ ਨੇ ਬੀੜ ਬਾਬਾ ਬੁੱਢਾ ਸਾਹਿਬ ਬੜਾ ਵੱਡਾ ਇਕੱਠ ਰੱਖਿਆ ਸੀ। ਬਾਬਾ ਖੜਕ ਸਿੰਘ ਜੀ ਵਿੱਚ ਬੈਠੇ ਸੀ, ਹੋਰ ਵੀ ਬੈਠੇ ਸੀ। ਉਹਨਾਂ ਨੇ ਜਦੋਂ ਐਮਰਜੈਂਸੀ ਲਾ ਕੇ ਉਹਨਾਂ ਨੇ 3 ਕਾਨੂੰਨ ਲਾਏ ਸੀ ਕਿ ਇੱਕ ਤਾਂ ਦੇਸ਼ ਦੇ ਵਿੱਚੋਂ ਐਂ ਕਰਿਆ, ਉਹ ਫੜ ਕੇ ਬਾਕੀ ਲੀਡਰ ਅੰਦਰ ਕੀਤੇ। ਉਹ 3 ਗੱਲਾਂ ਸਨ ਉੱਥੇ, ਤੇ ਉਹਨਾਂ 'ਚ ਮੈਂ ਅੱਗੇ ਜਾ ਕੇ ਜ਼ਿਕਰ ਕਰਦਾ। ਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਕਿ ਮੈਂ ਬਗਾਵਤ ਕਰਦਾ ਇਸ ਕਾਲੇ ਕਾਨੂੰਨ ਦੇ ਤੇ ਇਸ ਐਮਰਜੈਂਸੀ ਦਾ ਵਿਰੋਧ। ਮੈਂ ਗ੍ਰਿਫਤਾਰੀ ਦੇਣ ਲਈ ਤਿਆਰ ਹਾਂ ਜਦੋਂ ਸਰਕਾਰ ਕਹੇ ਮੈਨੂੰ ਗ੍ਰਿਫਤਾਰ ਕਰ ਸਕਦੀ ਹੈ। ਉਹਨਾਂ ਦੀ ਟੇਪ ਦੇ ਰੂਪ ਵਿੱਚ ਅੱਜ ਵੀ ਭਰਿਆ ਮੌਜੂਦ ਹੈ ਸਾਡੇ ਕੋਲ। ਸੰਤ ਕਰਤਾਰ ਸਿੰਘ ਜੀ ਦਾ, ਬਾਬਾ ਖੜਕ ਸਿੰਘ ਦੀ ਉਹਦੇ 'ਚ ਫੋਟੋ ਵੀ ਹੈ। ਤੋਂ ਕਹਿਣ ਤੋਂ ਮੁਰਾਦ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਇਸ ਐਮਰਜੈਂਸੀ ਦੇ ਵਿਰੋਧ ਦਾ। ਤੇ ਫਿਰ ਉਹ ਜਿਹੜੇ ਜਲੂਸ ਕੱਢੇ, ਉਹਨਾਂ ਨਾਲ ਪਬਲਿਕ ਵੀ ਜਾਗਣੀ ਸੀ, ਸਰਕਾਰ ਨੂੰ ਵੀ ਮੁਸ਼ਕਲਾਂ ਆਉਣੀਆਂ ਸੀ। ਐਮਰਜੈਂਸੀ ਦੀਆਂ ਧੱਜੀਆਂ ਵੀ ਉਹਨਾਂ ਨੇ ਉਡਾ ਕੇ ਰੱਖ ਦਿੱਤੀਆਂ। ਸਿੱਖਾਂ ਨੂੰ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਸੀ ਸਰਕਾਰ ਦੇ, ਉਹ ਸੰਤਾਂ ਨੇ ਕਿਹਾ ਬਿਲਕੁਲ ਨਹੀਂ ਕਰਨੀਆਂ। ਕੋਈ ਨਸਬੰਦੀ ਨਹੀਂ ਕਰੇਗਾ ਸਿੱਖ, ਕੋਈ ਮਤਲਬ ਇਹਨਾਂ ਦੇ ਆਪਣੇ ਜਿਹੜੇ ਉਹ 3-4 ਨਿਯਮ ਬਣਾਏ ਸੀ, ਨਹੀਂ ਮੰਨੇਗਾ ਇਹਨਾਂ ਨੂੰ ਬਿਲਕੁਲ। ਬਾਗੀ ਹੋ ਜਾਓ, ਮੈਂ ਬਾਗੀ ਹਾਂ, ਸਾਰੇ ਬਾਗੀ ਹੋ ਜਾਓ। ਜਾਣੀ ਕਿ ਸਿੱਖਾਂ ਨੇ ਪੰਜਾਬ ਵਿੱਚ ਦਿੱਲੀ ਸਰਕਾਰ ਦੇ ਪੈਰ ਨਹੀਂ ਲੱਗਣ ਦਿੱਤੇ। ਪੰਜਾਬ ਦੀ ਅਕਾਲੀ ਲੀਡਰਸ਼ਿਪ ਚੱਕ ਕੇ ਸਰਕਾਰ ਨੇ ਜੇਲ੍ਹਾਂ 'ਚ ਡੱਕ ਦਿੱਤੀ। ਤੇ ਉਹਦੇ ਦਾ ਆਖਰੀ ਨਗਰ ਕੀਰਤਨ ਜਿਹੜਾ ਇੱਕ ਆਖਰੀ ਨਿਕਲਦਾ ਮੂੰਹ, ਇੱਕ ਨਗਰ ਕੀਰਤਨ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਦਿੱਲੀ ਤੱਕ ਗਿਆ ਸੀ। ਸੀਸਗੰਜ ਸਾਹਿਬ ਤੱਕ ਜਾਣਾ ਸੀ, ਪਰ ਰਾਮਲੀਲਾ ਗਰਾਊਂਡ 'ਚ ਜਾ ਕੇ ਸਮਾਪਤ ਹੋਇਆ। ਉਹ ਇੱਕੋ ਗੱਲ ਹੀ ਹੁੰਦੀ ਹੈ, ਉੱਥੇ ਤਾਂ ਜਾ ਨਹੀਂ ਸਕਦਾ ਸੀਸਗੰਜ, ਇੰਨੀ ਪਬਲਿਕ ਜ਼ਿਆਦਾ ਸੀ। ਕਈ ਦਿਨਾਂ ਵਿੱਚ ਗਿਆ ਸੀ ਉਹ। ਉਹਦੇ 'ਚ ਇੰਨਾ ਵੱਡਾ ਇਕੱਠ, ਇੰਨਾ ਸਮਾਗਮ। ਉੱਥੇ ਸਭ ਤੋਂ ਪਹਿਲਾਂ ਜਦ ਟਕਰਾਓ ਕਈ ਵਾਰੀ ਆਇਆ। ਜਦੋਂ ਨਗਰ ਕੀਰਤਨ ਜਾ ਰਿਹਾ ਸੀ ਤੇ ਮੁੱਖ ਮੰਤਰੀ ਹੁੰਦਾ ਸੀ ਇੱਥੇ ਗਿਆਨੀ ਜੈਲ ਸਿੰਘ ਰੋਪੜ ਦੇ ਲਾਗੇ ਬੰਨੇ, ਮਤਲਬ ਉਹਨੇ ਲਿਆ ਕੇ ਨਗਰ ਕੀਰਤਨ ਅੱਗੇ ਗੱਡੀਆਂ ਲਾਤੀਆਂ। ਸੰਤ ਕਹਿੰਦੇ ਆ ਗੱਡੀਆਂ ਅੱਗੇ ਲਾਈਆਂ ਕੌਣ ਹੈ? ਹੌਲੀ ਪਤਾ ਲੱਗਾ ਇਹ CM ਆਇਆ ਤੇ ਉਹਨੇ ਅੱਗੇ ਗੱਡੀਆਂ ਲਾਈਆਂ। ਸੰਤਾਂ ਨੇ ਸਪੀਕਰ 'ਚ ਉੱਤੋਂ ਬੋਲਿਆ, ਜਿੱਥੇ ਮਾਰੇ ਦੀ ਹੂਰੀ 'ਚ ਉਹ ਖੜੇ ਸਨ, ਕਹਿੰਦੇ ਆ ਜਿਹੜੀਆਂ ਗੱਡੀਆਂ ਕਿਸੇ ਨੇ ਅੱਗੇ ਲਾਈਆਂ ਨਾ ਲਿਆ ਕੇ ਕਿਸੇ ਨੇ, ਇਹ ਪਾਸੇ ਕਰ ਲਵੇ। ਉਹਨਾਂ ਨੇ ਪ੍ਰਵਾਹ ਨਾ ਕਰੀ, ਡਰਾਈਵਰ ਲਈ ਜਾਂਦੇ। ਉਹ ਕੌਣ ਪੁੱਛਦਾ ਆਵਾਜ਼ ਨੂੰ ਵੀ, ਕੌਣ ਬੋਲ ਰਿਹਾ, ਕਿਸੇ ਨੂੰ ਕੀ ਪਤਾ। ਸੰਤਾਂ ਨੇ ਫਿਰ ਕਿਹਾ, ਕਹਿੰਦਾ ਜੇ ਪਾਸੇ ਨਹੀਂ ਗੱਡੀਆਂ ਕਰਦਾ ਧੱਕੇ ਮਾਰ ਕੇ ਬਾਹਰ ਕਰਦੇ ਉਹਨਾਂ ਨੂੰ। ਇਹ
ਜੀ ਮੈਂ ਸਿੰਘਾਂ ਨੂੰ ਬੇਨਤੀ ਕਰਦਾ। ਜੀ ਤੇ ਸਿੰਘ ਭੱਜ ਗਏ, ਉਹਨਾਂ ਗੱਡੀਆਂ ਵਾਲੇ ਗਏ ਤੇ ਪੁਲਿਸ ਵਾਲੇ ਵੀ ਤੇ ਆਉਣਾ ਸੀ ਤੇ ਜੈਲ ਸਾਹਿਬ ਪੁੱਛਦਾ ਵੀ ਕੀ ਗੱਲ ਹੈ। ਕਹਿੰਦੇ ਜੀ ਸੰਤ ਕਰਤਾਰ ਸਿੰਘ ਨੇ ਉੱਤੋਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੱਗੇ ਕਿਸੇ ਦੀ ਗੱਡੀ ਨਹੀਂ ਲੱਗ ਸਕਦੀ। ਜੀ 5 ਪਿਆਰੇ ਜਾ ਰਹੇ ਨੇ, ਨਿਸ਼ਾਨ ਸਾਹਿਬ ਵਾਲੇ ਜਾ ਰਹੇ ਆ, ਪਿੱਛੇ ਪਾਸੇ ਕਰ ਦਿਓ ਤੇ ਜੇ ਨਹੀਂ ਪਾਸੇ ਕਰਦੇ ਧੱਕੇ ਮਾਰ ਕੇ ਬਾਹਰ ਕੱਢ ਦਿਓ। ਜੀ ਉਹ ਸਮਝਦਾ ਸੀ, ਰਾਜਨੀਤਿਕ ਬੰਦਾ ਸੀ, ਉਹਨੇ ਯਕਦਮ ਜੀ ਗੱਡੀ ਜਿਹੜੀ ਹੈ ਸਾਈਡ ਤੇ ਲਾਤੀਆਂ। ਮੈਂ ਕਿਹਾ ਪਾਸੇ ਕਰੋ ਪਾਸੇ ਕਰੋ, ਪਿੱਛੇ ਵੜ ਗਿਆ, ਥੋੜਾ ਚਿਰ ਮਗਰ ਤੁਰਿਆ ਆਉਣਾ ਤੇ ਗਾਂਹ ਜਾ ਕੇ ਨਿਕਲ ਜਾਣਾ। ਉਹ ਤੇ ਇੱਕ ਫਾਰਮੈਲਿਟੀ ਹੋ ਜੇ ਲੋਕਾਂ 'ਚ ਆਉਂਦੇ ਨੇ। ਜੀ ਸੰਤ ਲੌਂਗੋਵਾਲ ਵੀ ਉਸ ਨਗਰ ਕੀਰਤਨ 'ਚ ਜਾ ਰਹੇ ਸੀ ਜੀ ਤੇ ਹੋਰ ਵੀ ਮਤਲਬ ਸਿੱਖਾਂ ਦੇ ਅਕਾਲ ਤਖ਼ਤ ਦਾ ਜਥੇਦਾਰ ਹੋਰ ਸਾਰੇ ਇਹ ਵੀ ਜਾ ਰਹੇ ਸਨ। ਜੀ ਤੋ ਦਿੱਲੀ ਤੱਕ ਜਾ ਕੇ ਲਾਲ ਕਿਲੇ ਗਰਾਊਂਡ ਵਿੱਚ ਸਰਕਾਰ ਦੇ ਨਾਲ ਲੜਾਈ ਦਾ ਮੁੱਢ ਉਸ ਦਿਨ ਵੱਜ ਗਿਆ ਸੀ। ਵੱਜ ਗਿਆ ਸੀ ਜੀ। ਜਿਸ ਦਿਨ ਉੱਥੇ ਦਿੱਲੀ ਰਾਮਲੀਲਾ ਗਰਾਊਂਡ 'ਚ ਬੜਾ ਵੱਡਾ ਇਕੱਠ ਸੀ। ਕੋਈ ਕਹਿੰਦਾ 22 ਲੱਖ ਸਿੱਖ ਸੀ, ਕੋਈ ਕੁਛ ਕਹਿੰਦਾ, ਕੋਈ ਰੱਬ ਜਾਣੇ, ਐਵੇਂ ਆਪਾਂ ਅੰਦਾਜ਼ੇ ਹੀ ਹੁੰਦੇ ਆ। ਕੋਈ ਕਹਿਣ ਦੀਆਂ ਵੱਡਾ ਸਾਰਾ ਗਰਾਊਂਡ ਵੀ ਭਰੀ ਹੋਈ ਸੀ, ਕਿਤੇ ਥਾਂ ਨਹੀਂ, ਬਾਹਰ ਵੀ ਲੋਕ ਪਤਾ ਨਹੀਂ ਕਿੰਨਾ ਕੁ ਦੁਨੀਆ ਸੀ ਜੀ। ਸੋ ਰੱਬ ਜਾਣੇ ਕਿ ਤੁਸੀਂ ਉਹਨਾਂ ਸਮੇਂ ਦੇ ਵਿੱਚ ਉੱਥੇ ਮੌਜੂਦ ਨਹੀਂ ਸੀ? ਮੈਂ ਉਸ ਸਮੇਂ ਨਾਲ ਸੀ। ਅੱਛਾ ਪਰ ਗਿਣਤੀ ਦਾ ਕੋਈ ਅੰਦਾਜ਼ਾ ਹੀ ਨਹੀਂ ਸਾਨੂੰ, ਤੇ ਐਵੇਂ ਕਹੀ ਜਾਈਏ ਵੀ ਇੰਨੀ ਘੱਟ ਸੀ, ਇੰਨਾ ਘੱਟ ਸੀ, ਕੋਈ ਅੰਦਾਜ਼ਾ ਹੀ ਨਹੀਂ ਸੀ ਹੈਗਾ। ਤੋ ਪਰ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉਸ ਵੇਲੇ ਪੜ ਰਹੇ ਸਾਂ, ਤੁਸੀਂ ਇਹ ਕਹਿ ਰਹੇ ਹੋ ਕਿ ਉਸ ਵੇਲੇ ਪਰ ਸੰਗਤ ਬਹੁਤ ਜ਼ਿਆਦਾ ਸੀ ਨਾਲ। ਹਾਂ ਕਿਉਂਕਿ ਨਗਰ ਕੀਰਤਨ ਨਾਲ ਵੀ ਆਈ ਸੀ, ਦਿੱਲੀ ਵਾਲੇ ਵੀ ਆ ਗਏ, ਜਿਹੜੇ ਪਰ ਯੂਪੀ ਵਾਲੇ ਸੀ ਇਧਰੋਂ ਹੋਰ ਸੱਜੇ ਖੱਬੇ ਰਾਜਸਥਾਨ, ਉਹ ਸਿੱਧੇ ਵੀ ਦਿੱਲੀ ਆ ਗਏ ਜੀ। ਉੱਥੇ ਆ ਕੇ ਇੰਨਾ ਸਿੱਖਾਂ ਦਾ ਇਕੱਠ ਵੱਡਾ ਹੋ ਗਿਆ ਜੀ ਕਿ ਉਹਦਾ ਅੰਦਾਜ਼ਾ ਨਹੀਂ ਲੱਗ ਰਿਹਾ ਕੋਈ। ਜਦੋਂ ਬੋਲ ਰਹੇ ਸੀ ਪਹਿਲਾਂ ਹੋਰ ਬੋਲੇ ਇੱਕ ਦੋ ਤੇ ਲੌਂਗੋਵਾਲ ਬੋਲਿਆ। ਲੌਂਗੋਵਾਲ ਸਾਊ ਕਿਸਮ ਦਾ ਬੰਦਾ, ਜਿਵੇਂ ਹੁੰਦਾ ਨਾ ਆਵਾਜ਼ ਹੁੰਦੀ ਹੈ, ਉਹ ਇਦਾਂ ਦੀ ਆਵਾਜ਼ ਸੀ ਹੁੰਦੀ, ਬੜੀ ਧੀਮਾ ਬੋਲਦਾ ਸੀ, ਠੰਡਾ ਬੋਲਦਾ ਸੀ, ਠੰਡੇ ਸੁਭਾਅ ਦਾ ਸੀ ਉਹ। ਜੀ ਜੀ ਇਹ ਸੱਚਾਈ ਹੈ। ਹਾਂ ਕਿ ਇਹ 'ਚ ਕੋਈ ਔਗਣ ਹੋਣਾ, ਗੁਣ ਹੋਣਾ, ਇਹ ਇੱਕ ਅਲੱਗ ਚੀਜ਼ ਹੈ, ਪਰ ਸੁਭਾਅ ਦਾ ਹਿੱਸਾ ਉਹ ਅਲੱਗ ਹੋਣਾ, ਇਹ ਕੁਦਰਤੀਆਂ ਪਾਈਆਂ ਗਲਤੀ ਹੁੰਦੇ ਤੋਂ ਬਰਨਾਲੇ ਰਾਮ ਦੂਜੇ ਤੀਜੇ ਨੇ ਕਰਾਤੀ, ਰਾਜੀਵ ਲੌਂਗੋਵਾਲ ਸਮਝੌਤੇ ਦੀ, ਉਹ ਇੱਕ ਅਲੱਗ ਚੀਜ਼ ਹੈ ਜੀ। ਪਰ ਉਹ ਬੰਦਾ ਐਜ ਇੱਕ ਵਿਅਕਤੀ ਵਜੋਂ ਇੱਕ ਸਾਊ ਬੋਲਦਾ ਸੀ ਸਟੇਜ ਤੇ। ਪੈਸੇ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਉਹਨਾਂ ਨਗਰ ਕੀਰਤਨਾਂ ਦੇ ਵਿੱਚ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਸੰਤ ਕਰਤਾਰ ਉਹ ਤਾਂ ਉਹਨਾਂ ਦੇ ਸਾਥੀ ਸਨ, ਤੇ ਉਹਨਾਂ ਨਗਰ ਕੀਰਤਨਾਂ ਦੇ ਵਿੱਚ ਇਹਨਾਂ ਦੀ, ਕਿਉਂਕਿ ਤੁਸੀਂ ਬਹੁਤ ਨੇੜੇ ਤੋਂ ਦੇਖਿਆ, ਇਹਨਾਂ ਦੀਆਂ ਗਤੀਵਿਧੀਆਂ ਕਿਵੇਂ ਦੀਆਂ ਹੁੰਦੀਆਂ? ਹਾਂ ਇਹ ਤਾਂ ਉਹਨਾਂ ਦੇ ਸਾਥੀ ਸੀ, ਉਹ ਡਿਊਟੀਆਂ ਲਾ ਦਿੰਦੇ ਸੀ ਨਾ। ਹੁਣ ਸੰਤ ਕਰਤਾਰ ਸਿੰਘ ਸਾਰਾ ਥੋੜਾ ਕਰਨਾ, ਜਿਵੇਂ ਕੋਈ ਸੰਗਤ ਦਾ ਪ੍ਰਬੰਧ ਕਰਨਾ, ਕੋਈ ਹੋਰ ਡਿਊਟੀਆਂ ਲਾਉਣੀਆਂ, ਆਹ ਕਰਨਾ ਉਹ ਕਰਨਾ, ਉਹ ਸਾਰੀਆਂ ਡਿਊਟੀਆਂ ਤਾਂ ਇਦਾਂ ਹੀ ਸੀ। ਕਿਸੇ ਤੇ ਰਾਮ ਸਿੰਘ ਦੀ ਡਿਊਟੀ ਲੱਗੀ, ਕਿਤੇ ਸੰਤ ਜਰਨੈਲ ਸਿੰਘ ਦੀ ਲੱਗੀ, ਕਿਤੇ ਭਾਈ ਮਰੀਕ ਸੋਏ ਲੱਗੀ, ਕਿਤੇ ਹੋਰ ਦੀ ਲੱਗੀ, ਜਾਂ ਬਾਬਾ ਠਾਰਾ ਹੁੰਦੀ ਲੱਗੀ, ਫੌਜੀ ਰਣਬੀਰ ਸਿੰਘ ਸ਼ਹੀਦ ਹੋ ਗਏ 84 ਉਹਦੀ ਲੱਗੀ। ਉਹ ਜਿਹੜੇ ਜ਼ਿੰਮੇਵਾਰ ਬੰਦੇ ਸੀ ਉਹਨਾਂ ਨੂੰ ਤਾਂ ਜ਼ਿੰਮੇਵਾਰੀਆਂ ਉਹ ਦਿੰਦੇ ਸਨ ਜੀ। ਹੁਣ 1984 ਵੱਲ ਨੂੰ ਆਉਣਾ ਚਾਹੁੰਦੇ ਆ। ਮੈਂ ਉੱਥੇ ਗੱਲ ਕਹਿਣਾ ਚਾਹੁੰਦਾ, ਜਿਹੜੀ ਤੁਸੀਂ ਕਿਹਾ ਵੀ ਲੜਾਈ ਦਾ ਮੁੱਢ ਕਿੱਥੋਂ ਵੱਜਾ। ਜੀ ਜੀ ਜੀ। ਮੁੱਢ ਇੱਥੇ ਵੱਜਾ ਕਿ ਜਦੋਂ ਬੋਲ ਰਿਹਾ ਸੀ ਲੌਂਗੋਵਾਲ ਜੀ, ਲੌਂਗੋਵਾਲ ਦੇ ਬਾਅਦ ਸੰਤ ਕਰਤਾਰ ਸਿੰਘ ਨੇ ਬੋਲਣਾ ਸੀ। ਇਹਦੇ ਦਰਮਿਆਨ ਇੰਦਰਾ ਗਾਂਧੀ ਉਸ ਸਟੇਜ ਤੇ ਆ ਗਈ। ਅੱਛਾ ਜੀ। ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਜੀ ਜੀ। ਇੰਦਰਾ ਗਾਂਧੀ ਉਹ ਸਟੇਜ ਤੇ ਆ ਗਈ, ਤੇ ਜਦੋਂ ਸਟੇਜ ਤੇ ਆਈ ਇੰਦਰਾ ਗਾਂਧੀ ਤਾਂ ਉਹ ਇੰਦਰਾ ਗਾਂਧੀ ਨੇ ਉਹਦੇ ਨਾਲ ਲਾਮ ਝਾਮ ਤਾਂ ਹੋਣਾ ਹੀ ਸੀ ਸਾਰਾ। ਜੀ ਜੀ ਜੀ। ਗਿਆਨੀ ਜੈਲ ਸਿੰਘ ਵੀ ਸੀ, ਹੋਰ ਵੀ ਕੋਈ ਮੰਤਰੀ ਜੋ ਵੀ ਹੈਗਾ, ਪ੍ਰਧਾਨ ਮੰਤਰੀ ਦੇ ਨਾਲ ਹੁੰਦਾ ਹੀ ਹੈ ਸਾਰਾ ਜੀ, ਤੁਹਾਨੂੰ ਪਤਾ ਹੀ ਹੈ। ਤਾਂ ਉਹ ਆ ਗਏ। ਜਦੋਂ ਉਹ ਆ ਗਏ ਤੇ ਸੰਤ ਲੌਂਗੋਵਾਲ ਉਦੋਂ ਬੋਲਣ ਰਿਹਾ ਸੀ ਜੀ, ਆ ਕੇ ਸਟੇਜ ਤੇ ਬੈਠ ਕੇ। ਉਹਨਾਂ ਨੇ ਸੰਤ ਕਰਤਾਰ ਸਿੰਘ ਦਾ ਨਾਮ ਪਹਿਲਾਂ ਬੋਲਤਾ ਸੀ, ਇਹਨਾਂ ਤੋਂ ਬਾਅਦ ਸੰਤ ਕਰਤਾਰ ਸਿੰਘ, ਉਹ ਇੱਕ ਜਿਹੜਾ ਬੁਲਾਰਾ ਹੁੰਦਾ ਨਾ, ਉਹ ਗੱਲ ਕਰਕੇ ਜਿਹੜੇ ਸਟੇਜ ਹੁੰਦੇ ਆ, ਕਹਿੰਦੇ ਜੀ ਇਹ ਹੁਣ ਆ ਗਏ ਤੇ ਕਾਹਲੇ ਪਏ ਨੇ ਵੀ ਸਾਨੂੰ ਛੇਤੀ ਬੁਲਾ ਦਿਓ, ਛੇਤੀ ਬੁਲਾ ਕੇ ਤੁਰ ਜੇ, ਤੇ ਇਹਨਾਂ ਨੂੰ ਜਾਣਦੀ ਹੈ ਜੀ। ਤੇ ਸੰਤ ਕਹਿੰਦੇ ਕੋਈ ਗੱਲ ਨਹੀਂ, ਬੁਲਾਓ ਪਹਿਲਾਂ ਇਹਨਾਂ ਨੂੰ। ਉਹ ਪਹਿਲਾਂ ਜੈਲ ਸਾਹਿਬ ਬੋਲਿਆ, ਇੱਕ ਅੱਧਾ ਹੋਰ ਬੋਲਿਆ ਵਿੱਚ, ਤੇ ਫਿਰ ਇੰਦਰਾ ਗਾਂਧੀ ਬੋਲੀ। ਉਹਨੇ 3 ਗੱਲਾਂ ਕਹੀਆਂ ਜੀ। ਕਹਿੰਦੇ ਵੀ ਜਿਹੜਾ ਤਖਤ ਗੁਰੂ ਸਾਹਿਬ ਨੂੰ ਸ਼ਹੀਦ ਕਰਦਾ ਸੀ, ਅੱਜ ਮੱਥਾ ਟੇਕਣ ਆਇਆ। ਮੇਰਾ ਇਹ ਸੱਦਾ ਹੈ ਕਿ ਦੇਸ਼ 'ਚੋਂ ਗਰੀਬੀ ਖਤਮ ਕੀਤੀ ਜਾਏ। ਤੇ ਤੀਸਰਾ ਸੀ ਜਿਹੜਾ ਉਹ ਪਬਲਿਕ ਨੂੰ ਕੰਟਰੋਲ ਕਰਨ ਲਈ ਉਹ ਇੱਕ ਜਿਹੜਾ ਪਰਿਵਾਰ ਨਿਯੋਜਨ ਦਾ ਸਿਸਟਮ ਹੁੰਦਾ, ਨਸਬੰਦੀ ਨੂੰ ਕਹਿੰਦੇ। ਇਹ ਇੰਦਰਾ ਗਾਂਧੀ ਬੋਲਦੇ ਆ। ਇਹ ਇੰਦਰਾ ਗਾਂਧੀ ਨੇ ਇਹੋ ਜਿਹੀਆਂ ਹੋਰ 1-2-4 ਗੱਲਾਂ ਛੋਟੀ-ਮੋਟੀਆਂ ਕੀਤੀਆਂ, ਜਿਹੜੀਆਂ ਉਹਨੇ ਕਿਹਾ ਵੀ ਜਿਹੜੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਵਾਸਤੇ ਆਏ, ਅਸੀਂ ਗੁਰੂ ਸਾਹਿਬ ਦਾ ਧੰਨਵਾਦ ਕਰਨ ਆਏ ਆ, ਵੀ ਉਹਨਾਂ ਦੇ ਕਾਰਨ ਜੀ ਉਹਨਾਂ ਨੇ ਕੁਰਬਾਨੀ ਕੀਤੀ ਤੇ ਅੱਜ ਅਸੀਂ ਇਸ ਦਿੱਲੀ ਤਖਤ ਤੇ ਬੈਠੇ ਹਾਂ। ਤੇ ਅੱਜ ਦਿੱਲੀ ਦਾ ਤਖਤ ਜਿਹੜਾ ਉਹਨਾਂ ਨੂੰ ਸ਼ਹੀਦ ਕਰਦਾ ਸੀ, ਉਹ ਦਿੱਲੀ ਤਖਤ ਜਿਹੜਾ ਉਹਨਾਂ ਨੂੰ ਮੱਥਾ ਟੇਕਣ ਆਇਆ। ਅੱਛਾ, ਇਹ ਉਹਨੇ ਕਿਹਾ। ਹਾਂ, ਉਹ ਜਦੋਂ ਬੋਲ ਕੇ ਹਟੀ ਤੇ ਸਰੂਪ ਤਾਂ ਦੇਣੇ ਹੁੰਦੇ ਇਹੋ ਜਿਹੇ ਟਾਈਮ ਤੇ, ਜਿਹੜਾ ਕੋਈ ਬਾਹਰੋਂ ਆਇਆ ਹੁੰਦਾ, ਜਿਹੜੇ ਉੱਥੇ ਜਥੇਦਾਰ ਸੰਤੋਖ ਜਾਂ ਜਿਹੜੇ ਪ੍ਰਬੰਧ ਸਨ ਹੋਰ ਦਿੱਲੀ ਕਮੇਟੀ ਦੇ ਜਾਂ ਹੋਰ ਨਾਲ, ਉਹ ਸਰੂਪੋ ਦੇ ਇੰਦਰਾ ਨੂੰ ਦਿੱਤਾ। ਉਹਦੇ ਤੋਂ ਬਾਅਦ 1-2 ਨੂੰ ਹੋਰ ਦੇਣੇ ਹੁੰਦੇ ਆ, ਉਹ ਦੇ ਹੀ ਰਹੇ। ਤੇ ਉਹਨੇ ਸਟੇਜ ਵਾਲੇ ਨੇ ਕਿਹਾ ਵੀ ਇਹ ਤੋਂ ਬਾਅਦ ਹੁਣ ਸੰਤ ਕਰਤਾਰ ਸਿੰਘ ਜੀ ਨੇ ਬੋਲਣਾ, ਉਹ ਸਰੂਪੋ ਦੇ ਰਹੇ ਇੱਕ ਪਾਸੇ ਉਹਨਾਂ ਨੂੰ ਜੀ। ਤੇ ਜਦੋਂ ਉਹ
ਬੋਲਿਆ ਤੇ ਸੰਤ ਉੱਠ ਕੇ ਸਟੇਜ ਤੇ ਖੜੇ ਹੋ ਗਏ ਸਪੀਕਰ ਕੋਲ। ਉਹ ਸਰੂਪੋ ਦਿੱਤਾ ਤੇ ਉਹਨਾਂ ਤੁਰਨਾ ਸੀ ਤੇ ਅਜੇ ਕਰਨ ਦੇ ਸੰਤ ਕਰਤਾਰ ਸਿੰਘ ਕਹਿਣ ਲੱਗੇ ਵੀ ਇੱਥੇ ਮੱਥਾ ਟੇਕਣ ਵਾਸਤੇ ਬੀਬੀ ਇੰਦਰਾ ਗਾਂਧੀ ਆਈ ਤੇ ਮੈਂ ਇਹਨੂੰ ਕਹਿੰਦਾ ਵੀ ਤੁਸੀਂ ਆਪਣੀ ਗੱਲ ਕੀਤੀ, ਅਸੀਂ ਸਾਰੇ ਬੜੇ ਧਿਆਨ ਨਾਲ ਸੁਣੀ ਆ ਜੀ, ਤੁਸੀਂ ਇੱਥੇ ਬੈਠੋ ਤੇ ਮੇਰੀ ਗੱਲ ਸੁਣ ਕੇ ਜਾਇਓ। ਅੱਛਾ ਜੀ, ਸੁਣ ਕੇ ਜਾਇਓ। ਅੱਛਾ। ਜਦੋਂ ਉਹਨਾਂ ਨੇ ਦਰਾ ਕੇ ਦੋਰੀ ਕਿਹਾ ਤੇ ਉਹ ਹੁਣ ਜੇ ਜਾਵੇ ਹਾਂ ਤੇ ਫਿਰ ਉਹਦਾ ਜਿਹੜਾ ਆਉਣਾ ਸੀ ਉਹ ਵੀ ਵਿਅਰਥ ਹੋ ਗਿਆ ਤੇ ਉਹਨੂੰ ਬਹਿਣਾ ਹੀ ਪਿਆ ਜੀ। ਉਹ ਬੈਠ ਗਈ, ਉਹ ਬਹਿ ਗਈ, ਦੂਜੇ ਵੀ ਬਹਿ ਗਏ। ਸੰਤ ਕਰਤਾਰ ਸਿੰਘ ਨੇ ਆਰੰਭ ਕਰਦੇ ਹੀ ਗੱਲ ਕਹੀ ਵੀ ਬੀਬੀ ਇੰਦਰਾ ਨੇ ਆਹ ਗੱਲਾਂ ਕਹੀਆਂ ਨੇ, ਇਹ ਟੇਪ ਰਿਕਾਰਡ ਦੇ ਵਿੱਚ ਹੈਗੀਆਂ ਨੇ ਜੀ। ਅੱਛਾ ਜੀ। ਹਾਂਜੀ। ਉਹ ਕਹਿੰਦੇ ਇਹਨਾਂ ਨੇ ਕਿਹਾ ਆਹ 3 ਗੱਲਾਂ, ਮੈਂ 3 ਗੱਲਾਂ ਦਾ ਜਵਾਬ ਪੁੱਛਣਾ ਚਾਹਣਾ। ਪਹਿਲੀ ਗੱਲ, ਇਹਨਾਂ ਗਰੀਬੀ ਦੀ ਗੱਲ ਕੀਤੀ, ਗਰੀਬੀ ਦੇਸ਼ ਚੋਂ ਨਹੀਂ ਹਟ ਸਕਦੀ। ਗਰੀਬੀ ਹਟਾਉਣ ਦਾ ਰਸਤਾ ਇੱਕ ਤਾਂ ਹੈ ਗੁਰੂ ਮਹਾਰਾਜ ਦਾ, ਜੋ ਤਾਂ ਕਿ ਮਾਰਗ ਮੇ ਆਏ ਦੁੱਖ ਭਉ ਕਬੂ ਨਾ ਸਤਾਏ, ਕਿਰਤ ਕਰਨੀ ਨਾਮ ਜਪਣਾ ਔਰ ਲੋਕਾਂ ਦਾ ਵੰਡ ਕੇ ਛਕਣਾ। ਇਹ ਇੱਕ ਰਸਤੇ ਨੇ ਜਿਹੜੇ ਗਰੀਬੀ ਢਾ ਸਕਦੇ ਆ, ਉਹ ਇਹਨਾਂ ਅਪਣਾਉਣੇ ਨਹੀਂਗੇ ਜੀ। ਤੇ ਦੂਜੀ ਗੱਲ ਇਹ ਆ ਕਿ ਗਰੀਬੀ ਹਟ ਨਹੀਂ ਸਕਦੀ, ਜੇ ਹਟਾਉਣੀ ਹੈ ਤੇ ਜਿੰਨੇ ਕਿਸਮ ਦਾ ਨਸ਼ਾ ਹੈ, ਸ਼ਰਾਬ ਤੰਬਾਕੂ ਨੂੰ ਲੈ ਕੇ ਸਾਰਿਆਂ ਦੇ ਨਸ਼ਿਆਂ ਦੇ, ਇਹ ਸਾਰੇ ਬੰਦ ਕਰ ਦਿੱਤੇ ਜਾਣ ਤੇ ਹਿੰਦੁਸਤਾਨ ਦੇ 4 ਚੁਫੇਰੇ ਫੁੱਟ ਚਾਂਦੀ ਦੀ ਕੰਧ ਖੜੀ ਹੋ ਸਕਦੀ ਹੈ। ਗਰੀਬੀ ਖੰਭ ਲਾ ਕੇ ਉੱਡ ਜੂਏ ਦੇਸ਼ ਚੋਂ ਜੀ, ਪਰ ਇਹਨਾਂ ਕਰਨੀ ਨਹੀਂ ਜੀ। ਇੱਕ ਦੂਜੀ ਗੱਲ ਮੈਂ ਤੁਹਾਨੂੰ ਸੁਝਾਅ ਦੱਸਣਾ ਚਾਹਣਾ, ਇਹ ਇੰਦਰਾ ਗਾਂਧੀ ਦੇ ਸਾਹਮਣੇ ਬੈਠੇ ਹੋਏ ਚੀਜ਼ਾਂ ਹੋ ਰਹੀਆਂ ਸਾਹਮਣੇ ਜੀ। ਮੈਂ ਉਹੀ ਕਹਿੰਦਾ ਟਕਰਾਓ ਦਾ ਮੁੱਢ ਕੀ ਹੈ। ਜੀ 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 ਜੀ, ਤੁਸੀਂ ਸਮਝ ਨਹੀਂ ਪਾਓਗੇ। ਬਿਲਕੁਲ ਸਹੀ। ਆ ਕੇ 2 ਫੌਜੀਆਂ ਨੂੰ ਲੜਦੇ ਹੋਏ ਵੇਖਣਾ ਚਾਹੁੰਦੇ ਆ। ਇੱਥੇ ਆ ਕੇ ਅਸੀਂ ਗੱਲ ਮੁਕਾਤੀ ਵੀ ਸਮਝ ਰਹੇ ਸੀ, ਲੜ ਰਿਹਾ ਸੀ, ਉਹ ਲੜਿਆ ਸੀ, ਅਗਲੇ ਪਾਸੋਂ ਲੜੇ ਸੀ, ਉਹ ਸ਼ਹੀਦੀ ਦੇ ਗਿਆ। ਜੀ ਜੀ ਜੀ। ਗੱਲ ਅਸਲ ਅਸੀਂ ਉਹਦੇ ਨਾਲ ਬੇਨਿਆਈ, ਬੜੀ ਬੇਸ਼ਰਮੀ ਨਾਲ ਕਰਦੇ ਆ। ਬਿਲਕੁਲ। ਜਿੰਨਾ ਚਿਰ ਅਸੀਂ ਉਹਦੇ ਸਾਰੇ ਪੱਖ ਨੂੰ, ਉਹਦੇ ਹਾਲਾਤਾਂ ਨੂੰ, ਦੀਆਂ ਗੱਲਾਂ ਨੂੰ ਨਹੀਂ ਜਾਣਦੇ ਜੀ। ਲੜਨ ਨੂੰ ਤਾਂ ਕੋਈ ਵੀ ਸਿਪਾਹੀ ਕਿਸੇ ਬਾਰਡਰ ਤੇ ਖੜ ਕੇ ਲੜੀ ਜਾਊਗਾ। ਤੁਸੀਂ ਦੂਜੀ ਜਿਹੜੀ ਗੱਲ ਮੈਂ ਅੰਦਰੂਨੀ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਇਹ ਕਿਹਾ ਕਿ ਦਿੱਲੀ ਦਾ ਤਖਤ ਮੱਥਾ ਟੇਕਣ ਆਇਆ, ਮੈਂ ਬੀਬੀ ਨੂੰ ਪੁੱਛਣਾ ਚਾਹਣਾ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦੇ, ਅਸੀਂ ਆਰਿਆਂ ਨਾਲ ਨਾ ਚਿਰਦੇ, ਦੇਗਾਂ 'ਚ ਨਾ ਉਬਲਦੇ, ਰੂਹਾਂ 'ਚ ਨਾ ਸੜਦੇ, ਨਾ ਸਾਡੇ 10ਵੇਂ ਪਾਤਸ਼ਾਹ ਤਲਵਾਰ ਚੱਕਦੇ ਸਾਹਿਬਜ਼ਾਦੇ ਤੇ ਬਾਕੀ ਕੁਰਬਾਨੀਆਂ ਕਰਕੇ ਅੱਜ ਤੱਕ ਨਾ ਲਿਆਉਂਦੇ, ਤੇ ਇਹ ਦਿੱਲੀ ਦਾ ਤਖਤ ਜਿਹੜਾ ਸੀ ਇਹ ਕਿੰਨਾ ਕੋਲ ਹੋਣਾ ਸੀ ਜਿਨ੍ਹਾਂ ਦੇ 8 ਸਦੀਆਂ ਤੁਸੀਂ ਗੁਲਾਮੀ ਭੋਗੀ ਆ। ਤੇ ਬੀਬੀ ਜੀ ਤੁਸੀਂ ਤਖਤ ਤੇ ਨਹੀਂ ਹੋਣਾ ਸੀ, ਤੁਸੀਂ ਬੁਰਕਾ ਪਾ ਕੇ ਕਿਤੇ ਘਰੇ ਬੈਠੇ ਹੋਣਾ ਸੀ। ਅੱਜ ਮੱਥਾ ਟੇਕਣ ਆਏ ਤੇ ਅਹਿਸਾਨ ਕਰਦੇ ਜੇ ਸਾਡੇ ਤੇ, ਅਸੀਂ ਮੱਥਾ ਟੇਕਣ ਆਏ ਆ, ਅਹਿਸਾਨ ਨਹੀਂ ਤੁਹਾਡਾ ਸਾਡੇ ਤੇ ਜੀ। ਤੁਸੀਂ ਜਿੰਨੇ ਸਰੀਰ ਤੇ ਰੋਮ ਨੇ ਇੰਨੀ ਵਾਰੀ ਸਿਰ ਵੱਢ ਕੇ ਵੀ ਰੱਖਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਕਰਜ਼ਾ ਨਹੀਂ ਉਤਾਰ ਸਕਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੀ। ਇਹ ਕਹਿ ਕੇ ਅਹਿਸਾਨ ਕਰਕੇ ਨਾ ਸਾਡੇ ਤੇ ਜਾ, ਇਹ ਇੱਕ ਬੜੀ ਵੱਡੀ, ਇੱਕ ਜਿਹਨੂੰ ਕਹਿ ਦਈਏ ਨਾ, ਇੱਕ ਵੱਡਾ ਜਵਾਬ, ਵੱਡਾ ਕਰਾਰਾ ਚਪੇੜ, ਰਾਜਨੀਤਿਕ ਚਪੇੜ ਕਹਿ ਦਿਓ ਜਾਂ ਸਮਾਜਿਕ ਕਹਿ ਲਓ, ਇਹ ਸੀ। ਤੀਜੀ ਗੱਲ ਸੰਤਾਂ ਨੇ ਇੱਕ ਹੋਰ ਕਹੀ ਜੀ, ਕਹਿੰਦਾ ਤੁਸੀਂ ਇਹ ਨਸਬੰਦੀ ਦੀ ਗੱਲ ਕੀਤੀ ਹੈ, ਸਾਡੇ ਧਰਮ ਇਸ ਦਾ ਆਗਿਆ ਨਹੀਂ ਦਿੰਦਾ, ਇਸਲਾਮ ਦਾ ਹਿੱਸਾ ਹੈ ਜੀ, ਅਸੀਂ ਨਹੀਂ ਬਰਦਾਸ਼ਤ ਕਰਦੇ ਜੀ। ਉਹ ਇਸਲਾਮ ਦਾ ਹਿੱਸਾ ਦਾ ਜ਼ਿਕਰ ਕਰਨ ਦਾ ਮਤਲਬ ਇਹ ਸੀ ਕਿ ਉਹਨੇ ਫਿਰੋਜ਼ ਖਾਨ ਨਾਲ ਵਿਆਹ ਕੀਤਾ ਸੀ ਇੰਦਰਾ ਗਾਂਧੀ ਨੇ। ਅੱਛਾ ਜੀ। ਸੁਨਤ ਸ਼ਬਦ ਸੰਤਾਂ ਨੇ ਇੱਕ ਬੜੇ ਬਰੀਕ ਢੰਗ ਦੇ ਨਾਲ ਉਹਨੇ ਐਡੀ ਮਤਲਬ ਗੱਲ ਉਹਦੇ ਮਾਰੀ ਜੀ। ਇਹ ਸਾਡੇ ਧਰਮ ਦਾ, ਸਾਡੇ ਅਖਲਾਕ ਦਾ, ਸਾਡੇ ਸਿਸਟਮ ਦਾ ਹਿੱਸਾ ਨਹੀਂ, ਅਸੀਂ ਬਿਲਕੁਲ ਨਹੀਂ ਮੰਨਦੇ। ਮੈਂ ਸੰਗਤ ਸਾਰੀ ਜਿੱਥੇ ਵੀ ਦੁਨੀਆ ਸਿੱਖ ਵਸਦੇ ਆ, ਦੁਨੀਆ ਵਸਦੀ, ਉਹਨਾਂ ਨੂੰ ਕਹਿੰਦਾ ਵੀ ਬਿਲਕੁਲ ਬਾਗੀ ਹੋ ਜਾਓ, ਇਹਨਾਂ ਮੰਨੋ ਨਾ ਪ੍ਰਵਾਹ ਨਾ ਮੰਨੋ ਕਿਸੇ ਦੀ ਜੀ। ਇਹ ਗੱਲਾਂ 3 ਜਦੋਂ ਕੀਤੀਆਂ ਤੇ ਉਸ ਸਮੇਂ ਇੰਦਰਾ ਗਾਂਧੀ ਉਸ ਸਮਾਤੀ, ਉਹਨਾਂ ਜੋ 2-4 ਗੱਲਾਂ ਹੋਰ ਕਹਿ ਕੇ ਜਿਹੜੀਆਂ ਕਹਿਣੀਆਂ ਸੀ ਗੁਰੂ ਸਾਹਿਬ ਬਾਰੇ, ਤੇ ਉਹ ਇੰਦਰਾ ਤੁਰ ਗਈ ਜੀ। ਉਹਦਾ ਸਾਹਮਣੇ ਬੈਠ ਕੇ ਸੁਣਨਾ ਤੇ ਤੁਰਨਾ, ਉਹ ਉਸ ਸਮੇਂ ਉਹਦੀ ਨਿਗਾਹ ਦੇ ਵਿੱਚ ਇੱਕ ਸਾਧ ਜੀ, ਇੱਕ ਡੇਰੇਦਾਰ, ਇੱਕ ਵਿਅਕਤੀ ਚੋਲੇ ਵਾਲਾ, ਗੋਲ ਪੱਗ ਵਾਲਾ, ਐਂ ਉਹਨੂੰ ਜਿਵੇਂ ਕਿਸੇ ਨੂੰ ਫਨੀਅਰ ਸੱਪ ਦਿਸਦਾ ਹੈ ਨਾ ਜੀ, ਜਾਂ ਤਗੜਾ ਸ਼ੇਰ ਦਿਸਦਾ ਮੂਹਰੋਂ ਆਉਂਦਾ, ਉਹਨੂੰ ਐਂ ਵਜ੍ਹਾ ਵੀ ਇਹ ਕੀ ਮੇਰੇ ਨਾਲ ਹੋਇਆ ਯਕਦਮ ਜੀ। ਇਹ ਇੱਕ ਟਕਰਾਓ ਦਾ ਮੁੱਢ ਸੀ। ਕਹਿੰਦੇ ਆ ਵੀ ਸੁਣਨ ਵਿੱਚ ਆਇਆ, ਅਖਬਾਰਾਂ ਖੁਰਾਂ ਮਾੜਾ ਮੋੜ ਬਹੁਤਾ ਅਸੀਂ ਵੀ ਨਹੀਂ ਖਿਆਲ ਕੀਤਾ ਵੀ ਸੰਜੇ ਗਾਂਧੀ ਨੇ ਕਿਹਾ ਵੀ ਇਹ ਸਾਧ ਨੂੰ ਫੜ ਕੇ ਅੰਦਰ ਕਰਦੇ ਜੈਲ ਸੋਂ। ਅੱਛਾ। ਉਹ ਜੈਲ ਸੋ ਕਹਿਣ ਲੱਗਾ ਜੀ ਇਹਨੂੰ ਫੜਨ ਤੋਂ ਪਹਿਲਾਂ ਘੱਟੋ ਘੱਟ ਵੱਡੀ ਤਾਦਾਦ 'ਚ ਜੀ ਜੇਲਾਂ ਤੇ ਕੁਝ ਪ੍ਰਾਈਵੇਟ ਜੇਲਾਂ, ਕੋਈ ਸਕੂਲਾਂ ਦੀਆਂ ਜੇਲਾਂ, ਹਸਪਤਾਲ, ਆਪਣੇ ਕਾਲਜਾਂ ਦੀਆਂ ਸਾਨੂੰ ਜੇਲਾਂ ਬਣਾਉਣੀਆਂ ਪੈਣੀਆਂ, ਉਹਦੇ ਵਾਸਤੇ ਸਾਨੂੰ ਤਿਆਰੀ ਲਈ ਸਮਾਂ ਚਾਹੀਦਾ, ਬਹੁਤ ਵੱਡੀ ਪਬਲਿਕ ਗ੍ਰਿਫਤਾਰ ਕਰਨੀ ਪਏਗੀ ਜੀ। ਕਹਿੰਦਾ ਇੰਨਾ, ਕਹਿੰਦਾ ਹਾਂ, ਕਹਿੰਦਾ ਦਫਾ ਕਰੋ ਪਰਾਂ ਹੈ। ਇਹ ਅਖਬਾਰਾਂ ਦੀ ਖਬਰ ਸੀ ਉਹਨਾਂ ਦਿਨਾਂ 'ਚ, ਜਾਣੀ ਕਿ ਸੰਤ ਕਰਤਾਰ ਸਿੰਘ ਨੇ ਇਸ ਚੀਜ਼ ਦਾ ਇੱਕ ਦਬਾਅ ਜਿਹੜਾ ਸੀ ਉਹ ਸਰਕਾਰ ਦੇ ਉੱਤੇ ਪਾ ਦਿੱਤਾ, ਟਕਰਾਓ ਦਾ ਆਰੰਭ ਹੋ ਗਿਆ। ਕਿਤੇ ਨਾ ਕਿਤੇ ਕਹਿ ਸਕਦੇ ਹਾਂ ਭਾਈ ਸਾਹਿਬ ਕਿ ਇਹ
ਕਿੱਥੋਂ ਨੀਂਹ ਵੱਜਦੀ ਆ ਜਾਂ ਇੱਕ ਕਹਿ ਲਓ ਵੀ ਬੀਜ ਫੁੱਟਦੇ ਆ ਸੰਤ ਜਰਨੈਲ ਸਿੰਘ ਜੀ ਦੇ ਅੰਦਰ, ਤੇ ਉਸ ਤੋਂ ਬਾਅਦ ਉਹ ਇੱਕ ਰੁੱਖ ਦਾ ਹਾਂ ਸੰਤ ਜਰਨੈਲ ਸਿੰਘ ਜਿਹੜਾ ਸੀ ਉਹਨੂੰ ਤਿਆਰ ਕਰ ਰਿਹਾ ਸੀ। ਉਹ ਮੈਂ ਇਹ ਸਮਝਦਾ ਕਿ ਉਹ ਜੀ। ਨਾਲ ਲਾਗੇ ਖੜੇ ਹੋਏ ਨੂੰ, ਬੈਠੇ ਹੋਏ ਨੂੰ ਉਹ ਦੱਸ ਰਿਹਾ ਵੀ ਮਿੱਤਰਾ ਵੀ ਇਸ ਰਸਤੇ ਤੁਰਨਾ ਤੂੰ, ਆ ਤੇਰਾ ਮਾਰਗ ਮੈਂ ਦੱਸ ਰਿਹਾ ਤੈਨੂੰ। ਜੀ ਉਸਤਾਦ ਜਿਵੇਂ ਵਿਦਿਆਰਥੀ ਨੂੰ ਘੜਦਾ ਹੈ ਨਾ, ਉਹਨੇ ਘੜਿਆ ਨੂੰ ਜੀ ਆਹ ਹੀ ਰਸਤਾ ਤੇਰਾ, ਟਕਰਾ ਜਾਣਾ ਦੁਨੀਆ ਦੀਆਂ ਸਰਕਾਰਾਂ ਨਾਲ, ਜੀ ਦੁਨੀਆ ਦੀਆਂ ਤਾਕਤਾਂ ਨਾਲ। ਔਰ ਟਕਰਾਇਆ, ਹਿੰਦੁਸਤਾਨ ਚੌਥੀ ਪੰਜਵੀਂ ਤਾਕਤ ਇੰਡੀਆ ਦੇ ਨਾਲ ਟਕਰਾ ਗਿਆ। ਰੂਸ ਮਦਦ ਕਰ ਰਿਹਾ, ਟਕਰਾ ਗਿਆ ਨਾਲ। ਬਰਤਾਨੀਆ ਤੱਕ ਦੇ ਹੁਣ ਤੱਕ ਰੌਲਾ ਪੈਣ ਡਿਆ ਵੀ ਉਹਨਾਂ ਮਦਦ ਕੀਤੀ, ਟਕਰਾ ਗਿਆ, ਦੁਨੀਆ ਨਾਲ ਟਕਰਾ ਗਿਆ। ਜੀ ਸੋ ਦੇਖੋ ਇਹ ਸੰਤ ਜਰਨੈਲ ਸਿੰਘ ਦੀ ਘਾੜਤ ਜਿਹੜੀ ਹੈ, ਇਹ ਸੰਤ ਕਰਤਾਰ ਸਿੰਘ ਨੇ ਸੰਤ ਜਰਨੈਲ ਸਿੰਘ ਦੀ ਘਾੜਤ ਘੜ ਕੇ ਕੌਮ ਨੂੰ ਇੱਕ ਚੀਜ਼ ਦਿੱਤੀ। ਔਰ ਉਸ ਸੂਰਮੇ ਨੇ ਜਿਹੜੀਆਂ ਅੱਗੇ ਕੰਮ ਕੀਤੇ ਨੇ, ਅਸੀਂ ਉਹਨਾਂ ਨੂੰ ਜਿੰਨਾ ਚਿਰ ਮਾਪਾਂਗੇ ਨਹੀਂ, ਦੇਖਾਂਗੇ ਨਹੀਂ, ਤੇ ਉਹਨਾਂ ਜੇ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਦਾ ਨਿਆਂ ਬਿਲਕੁਲ ਨਹੀਂ ਕਰ ਪਾਵਾਂਗੇ। ਜੀ ਜੇ ਲੜਦੇ ਹੀ ਵਿਖਾਉਣਾ ਤੇ ਉਦੋਂ ਫੌਜੀ ਲੜਦੇ ਨੇ, ਲੜ ਲੈਣਗੇ। ਲੜਨ ਨੂੰ ਤਾਂ ਹੋ ਸਕਦਾ ਉਹਨਾਂ ਨਾਲ ਜਰਨੈਲ ਜਨਰਲ ਸ਼ਵੇਕ ਸਿੰਘ ਉਹਨਾਂ ਨਾਲ ਵੱਧ ਲੜਿਆ ਹੋਏਗਾ। ਜੀ ਉਹ ਲਾਲ ਕਿਲੇ ਹੋ ਸਕਦਾ ਉੱਥੇ ਜਿਹੜੇ ਫੌਜ ਦੇ ਵਿੱਚ ਰਹਿ ਕੇ ਆਏ ਸੀ, ਉੱਥੇ ਉਹਨਾਂ ਦੇ ਕੋਲ ਰਹਿੰਦੇ ਸੀ ਫੌਜੀ, ਉਹ ਹੋ ਸਕਦਾ ਉਹਨਾਂ ਜ਼ਿਆਦੀਆਂ ਗੋਲੀਆਂ ਚਲਾਈਆਂ ਹੋਣ। ਮਤਲਬ ਗੱਲ ਇਹ ਨਹੀਂ ਹੈਗੀ, ਗੱਲ ਹੈ ਕਿ ਉਸ ਵਿਅਕਤੀ ਦੀ ਸ਼ਖਸੀਅਤ ਜਿਹੜੀ ਹੈ, ਜਿਹਦੇ ਦੁਆਲੇ ਜਨਰਲ ਸ਼ਵੇਕ ਸਿੰਘ ਵਰਗੇ ਭੌਰੇ ਬਣ ਕੇ ਭੱਜੇ ਫਿਰਦੇ ਆ, ਜੀ ਜਿਹਦੇ ਸਾਹਮਣੇ IAS ਅਫਸਰ, IPS ਅਫਸਰ ਜਿਹੜੇ ਉਹਦੇ ਮਗਰ ਦੌੜੇ ਫਿਰਦੇ ਨੇ, ਉਹ ਸ਼ਖਸੀਅਤ ਕਿੱਦਾਂ ਦੀ ਹੈ, ਜਿਹਦੇ ਮਗਰ ਲੀਡਰਸ਼ਿਪ ਰਾਜਨੀਤਿਕ, ਧਾਰਮਿਕ, ਸਮਾਜਿਕ, ਚਾਹੇ ਕਾਲੀ ਪੱਖੀ ਹੈ, ਇਸ ਤੋਂ ਵਿਰੋਧੀ ਹੈ, ਜਿਹੜੀ ਉਹਦੇ ਸਾਹਮਣੇ ਜਿਵੇਂ ਮਤਲਬ ਪੱਤਝੜ ਵਿੱਚ ਪੱਤੇ ਖੜਖੜ ਕਰਕੇ ਡਿੱਗਦੇ ਨੇ ਨਾ, ਤੇ ਉਹ ਮਤਲਬ ਕਿ ਇਸ ਤਰ੍ਹਾਂ ਮਤਲਬ ਕਿ ਕੰਬਦੇ ਸੀ ਉਹਦੇ ਸਾਹਮਣੇ। ਇਹ ਸ਼ਕਤੀ ਕਿੱਦਾਂ, ਇਹ ਕਿਵੇਂ ਆਈ, ਇਹ ਬਹੁਤੀਆਂ ਸਾਰੀਆਂ ਗੱਲਾਂ ਇਸ ਨੂੰ ਸਮਝੇ ਬਗੈਰ 84 ਨੂੰ ਨਹੀਂ ਸਮਝ ਪਾਓਗੇ। ਭਾਈ ਸਾਹਿਬ ਇਹ ਅਸੀਂ ਸੰਖੇਪ ਦੇ ਵਿੱਚ ਆ ਕੇ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਥੋੜੇ ਸ਼ਬਦਾਂ ਤੁਹਾਡੇ ਤੋਂ ਜ਼ਿਆਦਾ ਜਾਣਕਾਰੀ ਲਈ ਜਾਵੇ, ਉਦੋਂ ਲਾਲ ਕਿਲੇ ਦੇ ਵਿੱਚ ਬੀਬੀ ਇੰਦਰਾ ਗਾਂਧੀ ਨੂੰ ਖਰੀਆਂ ਸੁਣਾ ਕੇ ਰਾਮਲੀਲਾ ਗਰਾਊਂਡ ਦੇ ਵਿੱਚ, ਮਾਫ ਕਰਨਾ, ਖਰੀਆਂ ਸੁਣਾ ਕੇ ਵਾਪਸ ਕਿੰਨੇ ਦਿਨਾਂ ਚ ਆਉਣਾ ਹੁੰਦਾ, ਤੇ ਉਸ ਤੋਂ ਬਾਅਦ ਸਿੱਧਾ 84 ਜੂਨ ਦੇ ਵਿੱਚ ਇੱਕ ਸੰਤ ਫੌਜੀ ਬਣ ਕੇ ਕਿਵੇਂ ਦੇਖੋ ਉੱਥੋਂ ਤਾਂ ਸਮਾਪਤੀ ਹੋਈ ਤੇ ਮੁੜ ਕੇ ਵਾਪਸ ਆ ਗਏ। ਇੱਥੇ ਅਗਲੇ ਦਿਨ ਇਹ ਇਲਾਕੇ ਨਗਰ ਕੀਰਤਨ ਇੱਕ ਹੋਰ ਸੀ ਆਪਣਾ। ਕੋਈ ਅੰਦਾਜ਼ਾ ਹੈ ਕਿ ਉਹ ਕਿੰਨਵਾਂ ਨਗਰ ਕੀਰਤਨ ਹੋਊਗਾ ਦਿੱਲੀ ਵਾਲਾ? ਜੀ ਹੁਣ ਇੰਨਾ ਨਹੀਂ, ਵੀ ਉਹਦਾ 20ਵਾਂ ਨੰਬਰ ਸੀ ਕਿ 22ਵਾਂ ਸੀ, ਇਹਨਾਂ ਮੈਂ ਗਿਣਤੀ ਨਹੀਂ ਗਿਣ ਸਕਦਾ। ਉਹਦੇ ਲਿਸਟਾਂ ਦਿੱਤੀਆਂ ਹੋਈਆਂ ਨੇ, ਉਹਨਾਂ ਦੀ ਲਿਖਤਾਂ ਚ ਆਈਆਂ ਨੇ, ਪਰ ਕਿੰਨੇ ਨੰਬਰ ਤੇ ਹੋਊਗਾ ਮੈਂ ਇਸ ਵਕਤ ਨਹੀਂ ਦੱਸ ਸਕਦਾ। ਜੀ ਤੇ ਕਿਉਂਕਿ ਉਦੋਂ ਬਾਅਦ ਵੀ ਚੱਲਦੇ ਰਹੇ, ਪਹਿਲਾਂ ਵੀ ਚੱਲਦੇ ਰਹੇ। ਅੱਛਾ, ਉਦੋਂ ਬਾਅਦ 77 ਦੇ ਵਿੱਚ ਸੰਤ ਕਰਤਾਰ ਸਿੰਘ ਕਾਲ ਚਲਾਣਾ ਕਰਕੇ ਉਹਨਾਂ ਦਾ ਐਕਸੀਡੈਂਟ ਹੋ ਗਿਆ। ਜੀ ਐਕਸੀਡੈਂਟ ਵਿੱਚ ਵੀ ਉਹ CMC, ਮੈਂ ਉਦੋਂ ਇੱਕ ਮੂਹਰੇ ਕਾਰ ਸੀ, ਮਗਰੋਂ ਦੇ ਜੀਪ ਜਾ ਰਹੀ ਸੀ ਟਕਸਾਲ ਦੀ, ਮਗਰ ਇੱਕ ਮਿੰਨੀ ਬੱਸ, ਅਸੀਂ ਮਿੰਨੀ ਬੱਸ 'ਚ ਬੈਠੇ ਹਾਂ। ਕਾਰ ਬਾਹਰੋਂ ਆਈ ਸੀ ਕਿਸੇ ਦੀ, ਲੈ ਕੇ ਜਾ ਰਹੀ ਸੀ ਸੋਲਨ। ਉਹ ਕਾਰ ਮਿੱਟੀ ਪੈ ਰਹੀ ਸੀ, GT ਰੋਡ ਬੰਦਾ ਸੀ, ਤੇ ਮੂਹਰੋਂ ਟਰੱਕ ਆ ਰਿਹਾ ਸੀ ਜੀ, ਤੇ ਚਿਗੜੀ ਜੀ ਸੀ, ਤੇ ਉਹਨੇ ਮਿੰਨੀ ਤੋਂ ਅੱਗੇ ਲੰਘਾਈ ਬੱਸ ਤੋਂ, ਮੁੜ ਕੇ ਕਾਰ ਜੀਪ ਤੋਂ ਵੀ ਅੱਗੇ ਲੰਘਾਇਆ, ਤੇ ਉਹ ਅੱਗੋਂ ਟਰੱਕ ਨੇੜੇ ਆ ਗਿਆ। ਉਹਨੇ ਯਕਦਮ ਮੋੜੀ ਤੇ ਗੱਡੀ ਫਿਸਲ ਕੇ ਤੇ ਇੱਕ ਦਰਖਤ ਨਾਲ, ਤੂਤ ਦਾ ਦਰਖਤ ਸੀ, ਉਹਦੇ ਨਾਲ ਜਾ ਵੱਜੀ, ਜਿੱਥੇ ਉਹਨਾਂ ਨੂੰ ਸੱਟਾਂ ਵੱਜੀਆਂ। ਉੱਥੋਂ CMC ਲੈ ਕੇ 13 ਦਿਨ ਰਹੇ। ਉੱਥੇ ਸਾਰੇ ਲੀਡਰਸ਼ਿਪ ਵੀ ਆਏ, ਹੋਰ ਵੀ ਆਏ, ਤੇ ਇੱਕ ਉਹ ਪਸਲੀਆਂ ਟੁੱਟ ਗਈਆਂ ਸੀ, ਕਈ ਕੁਝ ਹੋਇਆ ਸੀ, ਕੰਨ ਲਾਗੇ ਲਹੂ ਵਗਦਾ ਸੀ, ਲਹੂ ਇੱਥੇ ਵਗਦਾ ਸੀ, ਬਾਕੀ ਅੰਦਰ ਉਹਨਾਂ ਦੇ ਸੱਟਾਂ ਸੀ ਸਾਰੀਆਂ ਜੀ। ਤੇ ਉਹ ਡਾਕਟਰਾਂ ਨੇ ਕਿਹਾ ਵੀ ਬਾਕੀ ਦਾ ਤਾਂ ਹੌਲੀ ਹੌਲੀ ਕਰਕੇ ਪ੍ਰਬੰਧ ਹੋ ਜਾਊਗਾ, ਜਿਹੜਾ ਨਾ ਇਹਦਾ ਆਪਰੇਸ਼ਨ ਕਰਨਾ ਪੈਣਾ। ਅੱਛਾ, ਤੇ ਸਾਨੂੰ ਰੋਮ ਕੱਟਣੇ ਪੈਣੇ ਆ। ਸੰਤਾਂ ਉਹਨਾਂ ਸਿੰਘਾਂ ਸਾਰਿਆਂ ਨੂੰ ਪੁੱਛਿਆ, ਤੇ ਸਿੰਘ ਕਹਿੰਦੇ ਵੀ ਅਸੀਂ ਸੰਤਾਂ ਨੂੰ ਪੁੱਛੇ ਬਗੈਰ ਨਹੀਂ ਸਕਦੇ। ਸੰਤਾਂ ਨੂੰ ਪੁੱਛਿਆ, ਧੀਮੀ ਜੀ ਗੱਲ ਉਹਨਾਂ ਕਹੀ ਵੀ ਮੇਰਾ ਧੌਣ ਲੱਤ 'ਚ, ਪਰ ਮੇਰਾ ਕੇਸ ਨਹੀਂ ਕੱਟਿਆ ਜਾਣਾ ਚਾਹੀਦਾ। ਜੀ ਤੇ ਉਹ ਇਸ ਗੱਲ ਤੇ ਅੜ ਗਏ। ਸਰਕਾਰ ਉਦੋਂ ਅਕਾਲੀ ਦਲ ਦੀ ਸੀ, ਇਹ ਵੀ ਆਏ, ਐਮਰਜੈਂਸੀ ਟੁੱਟ ਚੁੱਕੀ ਸੀ, ਤੇ ਉਹ ਆਪਣਾ ਜਥੇਦਾਰ ਕਿਰਪਾਲ ਸਿੰਘ ਆਇਆ। ਸੰਤਾਂ ਨੇ ਉਹਨੂੰ ਕਿਹਾ, ਕਿਰਪਾਲ ਸਿੰਘ ਜੀ ਤੇਰੀ ਜ਼ਿੰਮੇਵਾਰੀ ਹੈ, ਮੇਰਾ ਰੋਮ ਨਾ ਕੱਟਿਆ ਜਾਵੇ ਜੀ, ਰੋਮ ਕੱਟਣ ਤੋਂ ਬਗੈਰ ਮੇਰੀ ਧੌਣ ਕੱਟ ਦਿਓ, ਪਰ ਮੇਰੀ ਮਤਲਬ ਕਿ ਰੋਮ ਨਾ ਕੱਟਿਆ ਜਾਵੇ, ਇਹ ਜ਼ਿੰਮੇਵਾਰੀ ਮੈਂ ਤੈਨੂੰ ਚੱਲਿਆ। ਉਹ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਸੰਗਤ ਜੀ, ਇਹ ਗੱਲ ਉਹਨੂੰ ਵੀ ਕਹੀ, ਜਥੇ ਦੇ ਸਿੰਘਾਂ ਨੇ ਵੀ ਕਹੀ, ਤਾਂ ਕਿ ਮਤਲਬ ਕਿ ਇਹ ਨਾ ਹੋਵੇ ਕੱਲ੍ਹ ਨੂੰ ਅਕਾਲ ਤਖਤ ਤੋਂ ਹੁਕਮਨਾਮਾ ਕੋਈ ਕਰਾ ਦੇਣ ਵੀ ਆਹੋ ਜੀ ਇੱਦਾਂ ਦਾ ਕੋਈ, ਜਾਂ ਕੋਈ ਆਰਡਰ ਕਰਾ ਦੇਣ ਵੀ ਇਹਨੂੰ ਬਚਾਉਣਾ ਜ਼ਰੂਰੀ ਹੈ। ਜਾਣੀ ਕਿ ਉਹਨਾਂ ਨੇ ਬਿਲਕੁਲ ਜਦੋਂ ਮਿਲਣ ਗਿਆ ਤੇ ਉਹਨੂੰ ਇਹ ਗੱਲ ਕਹਿ ਦਿੱਤੀ। ਮੈਂ ਉਹਦਾ ਅਰਥ ਇਹ ਸਮਝਿਆ ਵੀ ਉਹਨੂੰ ਕਿਉਂ ਕਿਹਾ ਹੋਊਗਾ, ਇਸ ਕਰਕੇ ਜੀ। ਅੱਛਾ, ਉਹ ਕਾਲ ਚਲਾਣਾ ਕਰ ਗਏ, ਤੇ ਉਹਨਾਂ ਦੀ ਥਾਂ ਤੇ ਬਾਬਾ ਠਾਕਰ ਸਿੰਘ ਜੀ ਨੇ ਸਾਰੇ ਸਿੰਘਾਂ ਦੀ ਸਲਾਹ ਦੇ ਨਾਲ, ਲੰਬੀ ਗੱਲ ਨਹੀਂ ਕਰਦੇ, ਸੰਤ ਜਰਨੈਲ ਸਿੰਘ ਨੂੰ ਸੰਤ ਬਣਾਤਾ ਵੀ ਇੱਕ ਸੰਤ ਦੇ ਨਾਲ ਇੱਕ ਜਰਨੈਲ ਦੀ ਵੀ ਲੋੜ ਹੈ। ਤੇ ਉਹ ਇਸ ਤਰ੍ਹਾਂ ਉਹ ਸਟੇਜ ਤੇ ਆ ਗਿਆ।
ਇਸ ਤੋਂ ਬਾਅਦ ਥੋੜਾ ਚਿਰ ਹੀ 77 ਤੋਂ ਪ੍ਰਚਾਰ ਤੇ ਲੱਗ ਗਏ, ਜੋ ਉਹਨਾਂ ਡਿਊਟੀ ਹੁੰਦੀ ਆਮ ਜਥੇਬੰਦੀ ਦੀਆਂ, ਤੇ 78 ਦਾ ਸਾਕਾ ਜਿਹੜਾ ਸੀ ਉਹ ਵਾਪਰ ਗਿਆ ਨਿਰੰਕਾਰੀਆਂ ਵਾਲਾ। ਸੰਤ ਜਰਨੈਲ ਸਿੰਘ ਦਾ ਕੱਦ, ਪਹਿਲਾਂ ਜਥੇਬੰਦੀ ਦਾ ਕੱਦ ਵੱਡਾ ਸੀ, ਫਿਰ ਸੰਤ ਕਰਤਾਰ ਸਿੰਘ ਦੇ ਕਾਲ ਚਲਾਣੇ ਕਰਕੇ ਹਮਦਰਦੀ ਦਾ ਆਇਆ, ਫਿਰ ਸੰਤ ਜਰਨੈਲ ਸਿੰਘ ਦੇ ਆਪ ਅਭਿਆਸੀ ਨਾਮ ਬਾਣੀ ਵਾਲਾ, ਉਹਨਾਂ ਦਾ ਆਪਣਾ ਬੜਾ ਸਤਿਕਾਰ ਸੀ, ਉਹ ਵੀ ਆਇਆ। ਜਥੇਬੰਦੀ ਸਾਰੀ ਦੀ ਸਾਰੀ ਇਕੱਠੀ ਰਹਿ ਗਈ, ਇੱਕ ਵੀ ਬੰਦਾ ਨਹੀਂ ਨਿਕਲਿਆ। ਨਹੀਂ ਤੇ ਆਮ ਸੰਤ ਚੜਾਈ ਕੀਤੇ 2-2 4-4 ਹੋ ਜਾਂਦੇ ਆ, ਇੱਕ ਵੀ ਬੰਦਾ ਨਹੀਂ ਨਿਕਲਿਆ। ਇਹ ਇੱਕ ਸ਼ਕਤੀ ਜਿਹੜੀ ਸੀ, ਉਹ ਵੀ ਸ਼ਕਤੀ ਜਿਹੜੀ ਸੀ ਉਹ ਵਿੱਚ ਹੀ ਰਹਿ ਗਈ ਸਾਡੀ। ਜੀ ਜੀ। ਉਹਦੇ ਨਾਲ 78 ਦਾ ਸਾਕਾ ਆਇਆ। 78 ਦੇ ਸਾਕੇ 13 ਸਿੰਘਾਂ ਦੀ ਸ਼ਹਾਦਤ, ਉਹਦੇ ਵਿੱਚ ਉਹਨਾਂ ਦਾ ਹੋਰ ਵੱਡਾ ਰੂਪ ਨਿਕਲਿਆ ਜੀ। ਉਹ ਜ਼ਿਆਦਾ ਮੈਂ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿ ਲੰਬੀ ਹੋ ਜਾਏਗੀ। ਉਸ ਤੋਂ ਬਾਅਦ 10 ਜੂਨ ਨੂੰ ਹੁਕਮਨਾਮਾ ਜਾਰੀ ਹੋਇਆ। ਸੰਤ ਉਹ ਹੁਕਮਨਾਮਾ ਲੈ ਕੇ ਲੋਕਾਂ 'ਚ ਚਲੇ ਗਏ ਕਿ ਸਾਧ ਸੰਗਤ ਜੀ, ਹੁਕਮਨਾਮਾ ਨੇ ਇਹਨਾਂ ਰੋਟੀ ਬੇਟੀ ਦੇ ਨਾਲ ਸਾਂਝ ਨਹੀਂ ਰੱਖਣੀ, ਇਹਨਾਂ ਨੂੰ ਵਧਣ ਫੁੱਲਣ ਤੋਂ ਰੋਕਣਾ, ਹਰ ਤਰੀਕੇ ਨਾਲ ਯੋਗ ਤਰੀਕੇ ਨਾਲ ਵਿਰੋਧ ਕਰਨਾ। ਉਹ ਹੁਕਮਨਾਮੇ ਦੇ ਸ਼ਬਦ ਸਨ ਸਾਧੂ ਸਿੰਘ ਭੌਰਾ ਜੀ ਨੇ ਜਾਰੀ ਕੀਤਾ ਸੀ, ਅਕਾਲ ਤਖ਼ਤ ਦੇ ਜਥੇਦਾਰ ਜੀ। ਉਹ ਤੋਂ ਗਾਂ ਅਕਾਲੀਆਂ ਦੇ ਨਾਲ ਵੀ ਟਕਰਾਓ, ਜਦੋਂ ਇਹ ਗੱਲ ਕਰਦੇ ਅਕਾਲੀ ਸਰਕਾਰ ਹੈ ਤੇ ਸਰਕਾਰ ਨਾਲ ਟਕਰਾਓ ਆਉਣੇ ਸੀ। ਉਹਨਾਂ ਨੇ ਕਿਹਾ ਭਵਨ ਬੰਦ ਕਰਾਂਗੇ, ਪੰਜਾਬ 'ਚ ਕੋਈ ਭਵਨ ਨਹੀਂ ਚੱਲੇਗਾ। ਸਰਕਾਰ ਖੋਲ੍ਹਣਾ ਚਾਹੁੰਦੀ ਸੀ, ਸੰਤਾਂ ਨੇ ਬੰਦ ਕਰਾਤੇ ਜੀ ਜ਼ਬਰਦਸਤੀ। ਜਦੋਂ ਬੰਦ ਕਰਾਏ ਤੇ ਉਹ ਟਕਰਾਅ ਵੀ ਆ ਗਿਆ, ਕਾਨੂੰਨੀ ਅੜਚਨ ਵੀ। ਕਿਸੇ ਨੇ ਤੁਸੀਂ ਕਿਸੇ ਦੇ ਘਰ ਨੂੰ ਕਿਵੇਂ ਬੰਦ ਕਰਾ ਸਕਦੇ ਹੋ? ਪੰਜਾਬ ਸਾਰੇ ਦੇ ਬੰਦ ਕਰਾਤੇ ਉਹਨਾਂ ਨੇ ਜੀ, ਪਬਲਿਕ ਦੇ ਨਾਲ। ਪਬਲਿਕ ਸ਼ਕਤੀ ਬੜੀ ਵੱਡੀ ਹੁੰਦੀ ਹੈ, ਪਰ ਸਰਕਾਰ ਨਾਲ ਵੀ ਟਕਰਾਅ ਆਉਣਾ ਸੀ। ਅਕਾਲੀ ਸਰਕਾਰ ਸੀ। ਉਦੋਂ ਗਾਂ ਥੋੜ੍ਹੇ ਚਿਰ ਬਾਅਦ, 2 ਮਹੀਨੇ ਬਾਅਦ, ਇਹ ਹੈਗੀ ਆ ਅਗਸਤ ਦੀ ਗੱਲ ਹੈ, ਤੇ ਅਗਸਤ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਪਹਿਲੇ ਦਿਨਾਂ 'ਚ ਇੱਕ ਅਕਾਲੀ ਦਲ ਨੇ ਬਹੁਤ ਵੱਡਾ ਮੋਰਚਾ ਇੱਥੇ ਵਾਹਿਗੁਰੂ ਕਾਨਫਰੰਸ ਕੀਤੀ ਸੀ, 18ਵੀਂ ਸਰਬਿੰਦ ਕਾਨਫਰੰਸ ਲੁਧਿਆਣੇ। ਤੇ ਉਹ ਉੱਥੇ ਇਕੱਠ ਦੇ ਵਿੱਚ ਤਲਵੰਡੀ ਹਾਥੀ ਦੇ ਜਿਹੜਾ ਸੀ ਉਹਨੂੰ ਹਾਥੀ ਖਿਲਾਰ ਕੇ ਵੀ ਕਹਿਣਗੇ 5 ਪੈਰੇ ਸੰਤਾਂ ਨੂੰ ਕਿਹਾ ਜੀ 5 ਪੈਰੇ ਤੁਰ ਕੇ ਜਾ ਰਹੇ ਹੋ ਹਾਥੀ ਤੇ। ਸੰਤ ਛੇਤੀ ਆਏ, ਆ ਕੇ ਉਹਨੂੰ ਕਹਿੰਦੇ 5 ਪੈਰੇ ਤੁਰੇ ਜਾਂਦੇ, ਤੂੰ ਹਾਥੀ ਤੇ ਜਿਹੜਾ ਥੱਲੇ ਉਤਰ। ਅੱਛਾ, ਉਹ ਥੱਲੇ ਤਾਰਿਆ। ਗੁੱਸਾ ਗੱਸਾ ਤਾਂ ਇੱਕ ਦੂਜੇ ਨਾਲ ਹੋਣਾ ਹੀ ਸੀ। ਉਹ ਵੀ ਗਰਮ ਸੁਭਾਅ ਦਾ, ਇਹ ਵੀ ਗਰਮ ਸੁਭਾਅ ਦੇ ਸੀ। ਚਲੋ ਸਟੇਜ ਸੀ, ਸਟੇਜ ਦੇ ਉੱਤੇ ਚੰਦਰ ਸ਼ੇਖਰ, ਚਰਨ ਸਿੰਘ ਜੀ, ਮਧੂ ਦੰਡਵਤੇ, ਰਾਜ ਨਾਰਾਇਣ ਤੇ ਕਈ ਹੋਰ ਮੰਤਰੀ ਸੈਂਟਰ ਦੇ ਬੈਠੇ ਸੀ ਜੀ, ਤੇ ਅਡਵਾਨੀ ਜੀ ਇਹ ਵੀ ਉੱਥੇ ਸੀ। ਇਹ ਵੀ ਸੈਂਟਰ ਦਾ ਵਜ਼ੀਰ ਹੁੰਦਾ ਜੀ। ਇਹ ਸਾਰੇ ਉਸ ਸੰਗਤ ਉਦੋਂ ਜਨਤਾ ਪਾਰਟੀ ਦੀ ਸਰਕਾਰ ਸੀ। ਉਸ ਸਟੇਜ ਦੇ ਉੱਤੇ ਅਕਾਲੀ ਦਲ ਦੀ ਸਟੇਜ ਸੀ। ਅਨੰਦਪੁਰ ਦਾ ਮਤਾ ਉਹਨਾਂ ਨੇ ਪਾਸ ਕਰਨਾ ਸੀ ਜੀ। ਜਦੋਂ ਉਹ ਇਹ ਸਾਰੇ ਬੈਠੇ ਤੇ ਸੰਤਾਂ ਨੂੰ ਟਾਈਮ ਨਾ ਦੇਣ, ਅਕਾਲੀ ਉਹ ਸੋਚੇ ਵੀ ਇਹਨਾਂ ਨੂੰ ਸਾਰਿਆਂ ਨੂੰ ਬੁਲਾ ਬੁਲੀਏ, ਬਾਅਦ 'ਚ ਦੇਖਾਂਗੇ, ਕਰ ਲੈਂਦੇ ਆ। ਤੇ ਉਹ ਅਸਲ 'ਚ ਡਰਦੇ ਸੀ ਵੀ ਨਾ ਕੋਈ ਗੱਲ ਨਾ ਹੋ ਜਾਏ। ਤੇ ਪਬਲਿਕ ਉੱਠ ਕੇ ਖੜੀ ਹੋ ਗਈ, ਪਹਿਲਾਂ ਉਹਨਾਂ ਨੂੰ ਬੁਲਾਓ। ਉਹ ਪਬਲਿਕ ਖੜੀ ਹੋ ਗਈ ਤੇ ਉਹ ਰੌਲਾ ਪੈ ਗਿਆ। ਉਹ ਸਾਰੇ ਮਤਲਬ ਵੇਖਣਾ ਵੀ ਉਹ ਕਿਹੜਾ ਇਨਸਾਨ ਹੈ ਜਿਹਦੇ ਕਾਰਨ ਜੀ ਇਹ ਪਬਲਿਕ ਸਾਰੀ ਅਕਾਲੀਆਂ ਤੋਂ ਵੀ ਬਾਗੀ ਹੈ, ਜਿਨ੍ਹਾਂ ਦਾ ਪ੍ਰੋਗਰਾਮ ਉਹਨਾਂ ਤੋਂ ਹੀ ਬਾਗੀ ਆ ਜੀ। ਅੱਛਾ, ਉਹ ਪਾਉਣ ਲਈ ਬੜੇ ਕਹਿੰਦੇ ਰਹੇ, ਹਰੇਕ ਨੇ ਕਿਹਾ, ਟੌੜੇ ਨੇ ਕਿਹਾ, ਉਹਨੇ ਕਿਹਾ, ਦੂਜੇ ਨੇ ਕਿਹਾ ਬੈਠਾ ਨਾ ਸੁਖਜਿੰਦਰ ਸਿੰਘ ਪਾਉਣ ਵਾਲਾ, ਪਰ ਨਹੀਂ ਬੈਠੇ ਜੀ। ਤੇ ਇੱਕ ਨੇ ਕਿਹਾ ਜੀ ਸੰਜੀ ਤੁਸੀਂ ਬਿਠਾਓ। ਸੰਜੀ ਉੱਠੇ ਸੀਗਾ, ਸਾਧ ਸੰਗਤ ਜੀ ਮੇਰੀ ਬੇਨਤੀ ਹੈ ਸਾਰੇ ਬੈਠ ਜਾਓ, ਕੋਈ ਨਹੀਂ ਹਿੱਲੇਗਾ, ਕੋਈ ਨਹੀਂ ਬੋਲੇਗਾ। ਉਹ ਸਾਰੇ ਬਹਿ ਗਏ ਜੀ। ਉਹ ਹਿੰਦੁਸਤਾਨ ਦੀ ਸਰਕਾਰ ਦੀ ਲੀਡਰਸ਼ਿਪ ਨੇ ਵੀ ਇੱਕ ਬੰਦੇ ਨੇ ਕਿਹਾ ਬੈਠ ਜਾਓ ਤੇ ਸਾਰੇ ਬਹਿ ਗਏ ਆ ਜੀ। ਸੰਗਤ ਅਕਾਲੀ ਦਲ ਦੀ ਹੈ, ਇਕੱਠ ਅਕਾਲੀ ਦਲ ਦਾ ਹੈ, ਲੋਕ ਬੈਠ ਗਏ ਨੇ, ਇਹ ਕੀ ਹੋਇਆ ਜੀ? ਉਹ ਮਤਲਬ ਕਿ ਡਾਇਰੈਕਸ਼ਨ ਸੈਂਟਰ ਸਰਕਾਰ ਦੇ ਯਕਦਮ ਵੱਜੀ ਜਰਨੈਲ ਸਿੰਘ ਦੀ ਵੀ ਇਹ ਇੱਕ ਸ਼ਕਤੀ ਹੈ ਪੰਜਾਬ ਦੇ ਵਿੱਚ ਜੀ। ਸ਼ਕਤੀ ਮਤਲਬ ਐਦਾਂ ਉੱਭਰ ਕੇ ਆਈ, ਤਾਂ ਟਕਰਾਈ ਹੈ। ਨਹੀਂ ਤਾਂ ਕਈ ਕਹਿੰਦੇ ਪਤਾ ਨਹੀਂ ਉਹਨੇ ਪੈਦਾ ਕਰਤਾ। ਕੋਈ ਜਿਹੜਾ ਆਪ ਨਹੀਂ ਬਣ ਸਕਦਾ, ਕਿਸੇ ਨੂੰ ਕੀ ਪੈਦਾ ਕਰ ਸਕਦਾ? ਬਿਲਕੁਲ ਸਹੀ। ਇਹ ਇੱਕ ਕਹਾਵਤ ਅਕਾਲੀਆਂ ਨੇ ਉਹਨਾਂ ਤੇ ਦੋਸ਼ ਲਾਏ ਨੇ, ਉਹਨਾਂ ਨੇ ਆਮ ਹੀ ਇੱਦਾਂ ਕਰਦੇ ਆ। ਤੇ ਉਹ ਨਾ ਮਤਲਬ ਸ਼ਕਤੀ ਆਈ। ਉਹ ਫਿਰ ਸੰਤ ਬਹਿ ਗਏ। ਥੋੜਾ ਚਿਰ ਬਾਅਦ ਉਹ ਫਿਰ ਨਾ ਬੁਲਾਇਆ, ਤੇ ਫਿਰ ਲੋਕ ਕਹਿੰਦੇ ਜੀ ਬੁਲਾਉਂਦੇ ਨਹੀਂ, ਕਿ ਉੱਠੋ, ਬੁਲਾਓ ਬੁਲਾਓ ਬੁਲਾਓ, ਪਹਿਲਾਂ ਅਸੀਂ ਨਹੀਂ ਸੁਣਨਾ ਹੋਰ ਕਿਸੇ ਨੂੰ। ਉਹ ਸੰਤਾਂ ਨੇ ਫਿਰ ਸੰਤ ਉੱਠ ਕੇ ਬੋਲੇ ਥੋੜਾ। ਸੰਤ ਕਹਿੰਦੇ ਸਾਧ ਸੰਗਤ ਜੀ ਤੁਹਾਨੂੰ ਮੈਂ ਕਿਹਾ ਬੈਠ ਜਾਓ, ਇਹਨਾਂ ਨੂੰ ਸੁਣੋ, ਇਹਨਾਂ ਦਾ ਪ੍ਰੋਗਰਾਮ ਜੋ ਹੈਗਾ ਕਰ ਦਿਓ। ਸੰਤਾਂ ਨੇ 2 ਮਿੰਟ ਲਾਏ ਤੇ ਸੰਤ ਚਲੇ। ਤੇ ਤਲਵੰਡੀ ਨਾਲ ਤੂੰ ਮੈਂ ਉੱਥੇ ਹੋ ਗਈ। ਅਕਾਲੀ ਦਲ ਦਾ ਪ੍ਰਧਾਨ ਸੀ ਉਦੋਂ ਜੀ। ਉਹ ਤੂੰ ਮੈਂ ਹੋ ਗਈ। ਸੰਤ ਉੱਠ ਕੇ ਚਲੇ ਗਏ, ਅੱਧੀ ਕੁ ਸੰਗਤ ਤੁਰ ਗਈ, ਉਹ ਪਿੱਛੇ ਹੋ ਰਿਹਾ। ਉਦੋਂ ਇੱਕ ਮਤਲਬ ਕਿ ਅਕਾਲੀ ਦਲ ਦੀ ਜਿਹੜੀ ਸ਼ਕਤੀ ਸੀ ਨਾ, ਜਿਹਨੂੰ ਕਹਦੀ ਪਬਲਿਕਲੀ, ਉਹਦੀ ਸ਼ਕਤੀ ਦਾ ਮਤਲਬ ਕਿ ਦਿੱਲੀ ਤੱਕ ਵਾਜਾ ਵੱਜ ਗਿਆ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਜੀ ਜੀ ਜੀ। ਇਹ ਜਿਹੜੀ ਸੀ ਇਹ ਸਮਝ ਰਹੇ ਸੀ ਦੀ ਦੂਜੀ ਸ਼ਕਤੀ। ਇਹ ਤੋਂ ਬਾਅਦ ਉਹਨਾਂ ਨੇ 79 ਦੀ ਇਲੈਕਸ਼ਨ ਵਿੱਚ 21 ਬੰਦੇ ਖਿਲਾਰੇ ਤੇ 7 ਬੰਦੇ ਜਿਤਾ ਲਏ ਪਹਿਲੀ ਵਾਰੀ। ਵੈਸੇ ਹੀ ਨਾ ਉਹ ਇਹਨਾਂ ਦੀ ਸਰਕਾਰ ਵੀ ਇਹਨਾਂ ਦੀ ਸਾਬਕਾ ਅਕਾਲੀ ਦਲ ਵੀ ਇਹਨਾਂ ਕੋਲ, ਸ਼੍ਰੋਮਣੀ ਕਮੇਟੀ ਇਹਨਾਂ ਨੂੰ ਸਾਰਾ ਕੁਛ। ਤੇ ਅਮਰੀਕ ਸਿੰਘ ਨੂੰ ਹਰਾਤਾ, ਉਮਰਾਂ ਨੂੰ ਖਿਲਾਰ ਕੇ ਮੰਤਰੀ ਹੁੰਦਾ ਸੀ ਉਹ ਮਾਲ ਜੀ ਜੀ। ਅੱਛਾ, ਉਸ ਤੋਂ ਬਾਅਦ ਉੱਥੇ ਇੱਕ ਹੋਰ ਉਦੋਂ ਉਹਨਾਂ ਦਿਨਾਂ ਦੇ ਵਿੱਚ ਥੋੜੇ ਚਿਰ ਬਾਅਦ ਨਿਰੰਕਾਰੀ ਜਿਹੜਾ ਸੀ ਉਹਦਾ ਕੇਸ ਉੱਥੇ ਚਲੇ ਗਿਆ, ਬਰੀ ਹੋ ਗਿਆ ਜੀ। ਉਹਨੇ ਕਿਹਾ ਵੀ ਸਿੱਖਾਂ ਦਾ ਗੁਰੂ ਇੰਨੇ ਬੰਦੇ 52 ਲੈ ਕੇ ਆਏ ਸੀ ਤੇ ਮੈਂ ਇੰਨੇ ਰਿਹਾ ਕਰਾ ਕੇ ਲਿਆ। ਤੇ ਉਹ 30 ਦਿਨਾਂ 'ਚ ਕੇਸ ਕਰਨਾ ਸੀ, ਬਾਦਲ ਨੇ ਕੀਤਾ ਨਹੀਂ। ਸਮਝ ਰਹੇ ਨੇ
ਮਤਲਬ ਕਿਹਾ ਵੀ ਕੋਈ ਗੱਲ ਨਹੀਂ, ਫਿਰ ਇਹਨੂੰ ਅਸੀਂ ਆਪੇ ਕਰ ਲਾਂਗੇ ਹੁਣ ਜੀ। ਤੇ ਉਹਨੂੰ ਮਹੀਨੇ ਤੇ 2-3 ਹੀ ਲੰਘੇ ਤੇ ਉਹ 24 ਅਪ੍ਰੈਲ ਨੂੰ ਮਾਰ ਦਿੱਤਾ ਸਿੰਘਾਂ ਨੇ। ਰਣਜੀਤ ਸਿੰਘ ਸਾਹਿਬ ਤੇ ਕਾਬਲ ਸਿੰਘ ਇਹਨਾਂ ਹੋਰ ਸੰਤਾਂ ਨਾਲ ਬੰਦੇ ਭੇਜੇ ਸੀ ਇਹਨਾਂ ਨੇ ਉਹਨੂੰ ਮਾਰਦਾ, ਉਹਦਾ ਮਤਲਬ ਕਿ ਜਾਣੀ ਕਿ ਉਹਦੀ ਮੌਤ ਹੋ ਗਈ ਜੀ। ਉਹਦੇ ਨਾਲ ਹੋਰ ਅੱਗੇ ਉੱਭਰੇ, ਉਹਨਾਂ ਨੂੰ ਗ੍ਰਿਫਤਾਰੀ ਵਾਸਤੇ ਪੁੱਛਗਿੱਛ ਵਾਸਤੇ CBI ਦੂਜੀ ਤੀਜੀ ਆਈ, ਇੱਥੇ ਅੰਮ੍ਰਿਤਸਰ ਹੁੰਦੀ ਰਹੀ। ਉਹਦੇ 'ਚ ਉਹਨਾਂ ਨੇ ਬੜੇ ਸਵਾਲ ਉਹੋ ਜਿਹੇ ਜਵਾਬ ਦਿੱਤੇ ਤੇ ਸਰਕਾਰ ਬੇਵੱਸ ਹੋ ਕੇ ਵਾਪਸ ਮੁੜ ਗਈ ਜੀ। ਤੇ ਉਦੋਂ ਬਾਅਦ ਅਕਾਲੀ ਦਲ ਦੇ ਨਾਲ ਉਹ ਗੱਲ ਦਾ ਟਕਰਾਅ ਸੀ ਵੀ ਤੁਸੀਂ 30 ਦਿਨਾਂ 'ਚ ਹਾਈ ਕੋਰਟ 'ਚ ਕਿਉਂ ਨਹੀਂ ਗਏ ਜੀ। ਤੇ ਉਹਨਾਂ ਨੇ ਉਦੋਂ ਸੈਂਟਰ ਸਰਕਾਰ ਜਿਹੜੀ ਟੁੱਟ ਗਈ, ਚਰਨ ਸਿੰਘ ਬਣ ਗਿਆ ਸੀ ਤੇ ਉਹ ਇਲੈਕਸ਼ਨ ਆਈ ਤੇ ਸੰਤਾਂ ਨੇ ਕਿਹਾ ਸਾਧ ਸੰਗਤ ਜੀ ਇਹ ਅਕਾਲੀਆਂ ਨੇ ਬੇਈਮਾਨੀ ਕੀਤੀ ਕੌਮ ਨਾਲ, 13 ਸਿੰਘਾਂ ਦੇ ਕਾਤਲ ਜਿਹੜੇ ਸੀ ਉਹਨਾਂ ਦੇ ਵਿਰੁੱਧ ਹਾਈ ਕੋਰਟ 'ਚ ਨਹੀਂ ਗਏ, ਇਹਨਾਂ ਦੇ ਸਾਰੇ MP ਹਰਾ ਦਿਓ। ਇਹਨਾਂ ਨੇ ਇੱਕ ਤੁੜ ਦਾ ਮੁੰਡਾ ਖਿਲਾਰਤਾ, ਤੁੜ ਨਾਲ ਸੰਤਾਂ ਦਾ ਬੜਾ ਪਿਆਰ ਸੀ, ਸੰਤਾਂ ਨੇ ਕਿਹਾ ਤੁੜ ਦਾ ਮੁੰਡਾ ਜਿਤਾ ਦਿਓ ਬਾਕੀ ਸਾਰੇ ਹਰਾ ਦਿਓ। ਉਹ 12 ਹੀ ਹਰ ਗਏ, ਕੱਲਾ ਤੁੜ ਦਾ ਮੁੰਡਾ ਜਿੱਤਾ ਅਕਾਲੀ ਦਲ ਵੱਲੋਂ। ਉਹਦੇ ਨਾਲ ਇੱਕ ਸ਼ਕਤੀ ਦਾ ਹੋਰ ਇੱਕ ਉਹਦਾ ਕੱਦ ਬਹੁਤ ਵੱਡਾ ਹੋ ਗਿਆ, ਵੀ ਐਡੀ ਸ਼ਕਤੀ ਆ ਜੀ। ਉਹ ਮਤਲਬ ਦਲ ਅੱਗੇ ਤੋਂ ਅੱਗੇ ਮਤਲਬ ਸ਼ਕਤੀ ਕਿੱਦਾਂ ਦੀ ਵੱਧਦੀ ਹੈ। ਉਹ ਜੇ ਉਹ ਸਮਾਂ ਲੰਘਿਆ ਤੇ ਉਹ ਲਾਲਾ ਜਗਤ ਰਾਮ ਦਾ ਕੇਸ ਆ ਗਿਆ ਜੀ। ਲਾਲਾ ਜਗਤ ਰਾਮ ਦੇ ਕੇਸ ਦੇ ਵਿੱਚ ਉਹਨਾਂ ਦੀ ਜਦੋਂ ਗ੍ਰਿਫਤਾਰੀ ਹੋਈ ਉਹਨੇ ਕਿਹਾ ਮੈਂ ਫਲਾਣੇ ਤਰੀਕ ਨੂੰ ਗ੍ਰਿਫਤਾਰੀ ਦਿਆਂਗਾ। ਹੁਣ ਇੱਕ ਮੁਲਜ਼ਮ ਸਰਕਾਰ ਨੂੰ ਕਹਿ ਰਿਹਾ ਮੈਂ ਗ੍ਰਿਫਤਾਰੀ ਦਊਂਗਾ ਤੇ ਫਲਾਣੇ ਦਿਨ ਦਿਆਂਗਾ ਤੇ ਆ ਮੇਰੀਆਂ ਸ਼ਰਤਾਂ ਹੋਣਗੀਆਂ ਜੀ। ਇਹ ਇੱਕ ਬੜੀ ਅਜੀਬ ਕਿਸਮ ਦੀ ਗ੍ਰਿਫਤਾਰੀ ਹੈ ਜੇ ਲੱਖਾਂ ਲੋਕ ਉੱਥੇ ਆ ਜਾਂਦੇ ਆ ਤੇ ਲੀਡਰਸ਼ਿਪ ਵੀ ਅਕਾਲ ਤਖਤ ਦੇ ਜਥੇਦਾਰ ਤੋਂ ਲੈ ਕੇ ਸਾਰੀ ਉੱਥੇ ਬੈਠੀ ਹੁੰਦੀ ਹੈ। ਉਹ ਵੀ ਇੱਕ ਜਿਹੜੀ ਚੀਜ਼ ਸੀ ਉਹਨੇ ਸ਼ਕਤੀ ਸਰਕਾਰ ਨੂੰ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਬੰਬ ਧਮਾਕੇ ਹੋਏ, ਬਹੁਤ ਬੰਦੇ ਮਰ ਗਏ, ਕਈ ਕੁਛ ਹੋਇਆ, ਪਟੜੀਆਂ ਰੇਲਾਂ ਦੀਆਂ ਟੁੱਟ ਗਈਆਂ, ਇੱਦਾਂ ਦੇ ਹਾਲਾਤ ਬਣ ਗਏ, ਅੱਗਾਂ ਲੱਗ ਗਈਆਂ, ਸਟੇਸ਼ਨ ਸੜ ਗਏ। ਉਹ ਨੌਜਵਾਨ ਫੈਡਰੇਸ਼ਨ ਜਾਂ ਹੋਰ ਮੁੰਡੇ ਜਿਹੜੇ ਜਾਂ ਜਜ਼ਬਾਤੀ ਹੋ ਗਏ ਲੋਕ ਪਿੰਡਾਂ ਵਾਲੇ, ਸਰਕਾਰ ਦੇ ਬਵੱਸ ਹੋ ਗਈ, ਉਹਨਾਂ ਨੇ 1.5 ਮਹੀਨੇ ਦੇ ਵਿੱਚ ਇਹਨੂੰ ਸੰਤਾਂ ਨੂੰ ਰਿਹਾਅ ਕਰਤਾ ਜੀ। ਤੇ ਸੰਤਾਂ ਨੇ ਬਾਹਰ ਆ ਗਿਆ ਜੇ ਮੈਂ ਦੋਸ਼ੀ ਨਿਰਦੋਸ਼ ਸੀ ਮੈਨੂੰ ਫੜਿਆ ਕਿਉਂ, ਜੇ ਮੈਂ ਦੋਸ਼ੀ ਸੀ ਮੈਨੂੰ ਛੱਡਿਆ ਕਿਉਂ। ਉਹਨਾਂ ਨੇ ਇਸ ਚੀਜ਼ ਦਾ ਪ੍ਰਚਾਰ ਆਰੰਭ ਕਰਤਾ, ਹੋਰ ਸਮੱਸਿਆ ਵੱਧ ਗਈ, ਯਾਨੀ ਕਿ ਕੱਦ ਵੱਧਦੇ ਗਏ। ਤੇ ਫਿਰ ਆਖਰੀ ਟਾਈਮ ਤੇ ਉਹਨਾਂ ਨੇ ਸੰਤ ਭਾਈ ਅਮਰੀਕ ਸਿੰਘ ਬਾਬਾ 1800 ਨੂੰ ਗ੍ਰਿਫਤਾਰ ਕੀਤਾ ਤੇ ਸੰਤਾਂ ਨੇ ਉਸੇ ਦਿਨ ਮਈਤੇ ਇੱਥੇ ਪਹੁੰਚਦਿਆਂ ਸਾਰੀ 51 ਸਿੰਘਾਂ ਦਾ ਜਥਾ ਪਹਿਲਾਂ ਭੇਜ ਕੇ 16 ਜਥੇ ਪਹਿਲਾਂ ਭੇਜੇ। ਅਕਾਲੀ ਦਲ ਕਪੂਰੀ ਮੋਰਚਾ ਆਈ ਬੈਠਾ ਹੀ ਫੇਲ ਹੋ ਗਿਆ, ਮੁੜ ਕੇ ਵੀ ਮਿੰਤਰਲਾ ਜਿਵੇਂ ਢੰਗ ਤਰੀਕੇ ਹੁੰਦੇ ਆ ਟੌੜਾ ਸਾਹਿਬ ਵਿਚਾਲੇ ਪੈ ਗਏ ਤੇ ਉਹ ਇੱਥੇ ਆ ਗਏ ਆਪਣੇ ਜੀ। ਸੰਤਾਂ ਦਾ ਟੌੜੇ ਨਾਲ ਤੇ ਤਲਵੰਡੀ ਨਾਲ ਤੇ ਤੁੜਨਾ ਥੋੜਾ ਜਿਹਾ ਪਿਆਰ ਰਿਹਾ, ਬਾਦਲ ਨਾਲ ਨਹੀਂ ਸੀ ਬਣਦਾ। ਭਾਈ ਸਾਹਿਬ ਸਮੇਂ ਦੀ ਸੀਮਾ ਨੂੰ ਦੇਖਦੇ ਹੋਏ ਮੈਂ ਇਹ ਜਾਣਨਾ ਜ਼ਰੂਰ ਚਾਹੁੰਦੀ ਕਿਉਂਕਿ ਤੁਸੀਂ ਨਾਲ ਰਹੇ ਹੋ ਔਰ ਬੜਾ ਲੰਬਾ ਸਮਾਂ ਨਾਲ ਰਹੇ ਹੋ ਔਰ ਨੇੜੇ ਤੋਂ ਵਿਚਰੇ ਔਰ ਸੰਤ ਨੂੰ ਇੱਕ ਫੌਜੀ ਜਰਨੈਲ ਬਣਦੇ ਦੇਖਿਆ ਆਪਣੇ ਅੱਖੀਂ। ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਪਹਿਲਾਂ ਪਰਵਰਿਸ਼ ਇਸ ਤਰੀਕੇ ਨਾਲ ਹੁੰਦੀ ਰਹੀ। ਸੰਤ ਕਰਤਾਰ ਸਿੰਘ ਦੇ ਵੇਲੇ ਤੋਂ ਇੱਕ ਕਹਿੰਦੇ ਹੁੰਦੇ ਬੂਟਾ ਲਾਇਆ ਹੋਇਆ ਦਰਖਤ ਬਣਦਾ। ਦਰਬਾਰ ਸਾਹਿਬ ਦੇ ਵਿੱਚ ਜੋ ਕੁਝ ਵੀ ਵਾਪਰਦਾ ਉਹਦੇ ਬਾਰੇ 'ਚ ਜ਼ਰੂਰ ਮੈਂ ਚਾਹੁੰਦੀ ਹਾਂ ਸੰਖੇਪ ਥੋੜ੍ਹਾ ਜਿਹਾ ਦੱਸ ਦਿਓ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਹੋਈਆਂ, ਅੰਦਾਜ਼ੇ ਸੀ ਪਹਿਲਾਂ ਕਿ ਸਰਕਾਰ ਜਿਹੜੀ ਆ ਇਸ ਹੱਦ ਤੱਕ ਮਨਸੂਬੇ ਘੜੀ ਬੈਠੀ ਆ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸਰਕਾਰ ਨੇ ਸੋਚਿਆ ਨਹੀਂ ਸੀ ਸ਼ਾਇਦ ਉਹਨਾਂ ਦੀਆਂ ਸਾਰੀਆਂ ਕਹਿ ਸਕਦੇ ਇੰਟੈਲੀਜੈਂਸਿਸ ਫੇਲ ਹੋਈਆਂ ਕਿ ਅੰਦਰ ਇੰਨੀ ਕੁ ਜਿਹੜੀ ਤਾਕਤ ਹੈਗੀ ਆ ਇੰਨੇ ਕੁ ਨਾਲ ਠੀਕ ਹੋ ਜੂ ਤੇ 2-4 ਘੰਟਿਆਂ 'ਚ ਫਤਿਹ ਕਰਕੇ ਅਸੀਂ ਨਿਕਲ ਆਵਾਂਗੇ ਔਰ 6 ਦਿਨ ਉਲਝਾਈ ਰੱਖਣਾ ਉਹਨਾਂ ਨੂੰ। ਉਹਦੇ ਬਾਰੇ 'ਚ ਜ਼ਰੂਰ ਸ਼ਹੀਦੀ ਤੱਕ ਮੈਨੂੰ ਸੰਖੇਪ ਨਾਲ ਦੱਸ ਦਿਓ। ਜਦੋਂ ਮੋਰਚਾ ਲੱਗ ਗਿਆ ਕਾਲੀ ਵਿੱਚ ਆ ਗਏ, ਜੇਲ੍ਹਾਂ ਭਰ ਗਈਆਂ, ਬਵੱਸ ਹੋ ਗਈ, ਲੱਖਾਂ ਲੋਕ ਆਉਂਦੇ ਸੀ, ਗ੍ਰਿਫਤਾਰੀਆਂ ਦਿੰਦੇ ਸੀ, 5000 2000 4000 100 ਜਿੱਦਾਂ ਵੀ ਇੱਦਾਂ ਮੁੜ ਕੇ ਜੀ ਸਰਕਾਰ ਦੇ ਬਵੱਸੀ 2 ਸਾਲ ਦੇ ਲਗਭਗ ਮੋਰਚਾ ਚੱਲਿਆ ਜੀ। ਇਹਦੇ ਦਰਮਿਆਨ ਅੱਗੇ ਜਾ ਕੇ ਅਕਾਲੀ ਦਲ ਦੇ ਨਾਲ ਤਫਰਕਾ ਪੈਦਾ ਹੋ ਗਿਆ ਉਹਨਾਂ ਦਾ ਕੁਝ ਮਸਲਿਆਂ ਦੇ ਉੱਤੇ ਲੌਂਗੋਵਾਲ ਨਾਲ। ਇਹ ਵੀ ਹੋਇਆ ਮਰਜੀਵੜਿਆਂ ਦੀਆਂ ਸੌਹਾਂ, ਕਈ ਕੁਝ ਫੌਜੀਆਂ ਦੀ ਮੀਟਿੰਗ, ਕਿਤੇ ਸੱਚੇ ਸੁੱਚੇ ਸਿੱਖਾਂ ਦੀ ਮੀਟਿੰਗ, ਕਿਤੇ ਨੌਜਵਾਨਾਂ ਦੀਆਂ ਹੁੰਦੀਆਂ ਸੀ, ਕਿਤੇ ਕਿਸੇ ਦੀਆਂ, ਇੱਦਾਂ ਕਰਕੇ ਚੱਲਦਾ ਰਿਹਾ। ਸ਼ਕਤੀ ਦਾ ਸੈਂਟਰ ਬਿੰਦੂ ਸਿੱਖਾਂ ਦਾ ਉਹ ਬਣ ਗਿਆ ਸੀ ਜੀ। ਤੇ ਸਰਕਾਰ ਖਤਮ ਕਰਨਾ ਚਾਹੁੰਦੀ ਸੀ। ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਅਕਾਲੀ ਦਲ ਦੀਆਂ ਚਿੱਠੀਆਂ ਜਾਂ ਕੁਝ ਕੁ ਬੰਦਿਆਂ ਦਾ ਜਿਹੜਾ ਉਹ ਵਿਚਲੇ, ਸਾਰੇ ਤਾਂ ਨਹੀਂ ਹੁੰਦੇ, ਸਾਰੇ ਬੰਦੇ ਕਦੇ ਵੀ ਕਿਤੇ ਮਾੜੇ ਨਹੀਂ ਹੁੰਦੇ, ਕੁਝ ਬੰਦੇ ਜਿਹੜੇ ਸੀ ਉਹ ਚਾਹੁੰਦੇ ਸੀ ਵੀ ਇਹਨੂੰ ਕਿਵੇਂ ਮਗਰੋਂ ਲਾਈਏ, ਜਾਂ ਉਹ ਚਾਹੁੰਦੇ ਸੀ ਜਾਂ ਨਹੀਂ ਚਾਹੁੰਦੇ ਸੀ, ਰੱਬ ਜਾਣੇ ਐਵੇਂ ਆਪਾਂ ਬਹੁਤਾ। ਪਰ ਜਿਹੜਾ ਜੋ ਪੋਜੀਸ਼ਨ ਲੋਕਾਂ ਸਾਹਮਣੇ ਆਉਂਦੀ ਹੈ ਜੀ ਕਿ ਉਹਨਾਂ ਨੇ ਵੀ ਆਖਰ ਤਾਂ ਉਹਨਾਂ ਨੂੰ ਵਿਸ਼ਵਾਸ 'ਚ ਲੈਣਾ ਹੀ ਪੈਣਾ ਸੀ ਕਿਸੇ ਨੂੰ ਏਡਾ ਵੱਡਾ ਕੰਮ ਕਰ ਲਈ, ਤੇ ਉਹਨਾਂ ਨੇ ਮਾੜਾ ਮੋਟ ਵਿਸ਼ਵਾਸ 'ਚ ਕੋਈ ਬੰਦਾ ਲੈ ਲਿਆ। ਜਿਵੇਂ ਬਾਦਲ ਤੇ ਸ਼ੱਕ ਕਰਦੇ ਨੇ ਲੋਕ ਜਾਂ ਬਰਨਾਲੇ ਤੇ ਕਰਦੇ, ਰੱਬ ਜਾਣੇ ਕੀ ਸੱਚ ਹੈ ਝੂਠ ਹੈ, ਇਹ ਤਾਂ ਕੁਦਰਤ ਜਾਂ ਉੱਪਰਲਾ ਜਾਣਦਾ ਹੀ, ਇਹਦੀ ਮਤਲਬ ਵੱਡੀ ਨਹੀਂ ਗੱਲ ਕਹਿ ਸਕਦੇ। ਪਰ ਲੋਕਾਂ 'ਚ ਸਾਰੀਆਂ ਗੱਲਾਂ ਜੋ ਉਹਨਾਂ ਦਿਨਾਂ ਚਿੱਠੀਆਂ ਵੀ ਬਾਅਦ 'ਚ ਵਹਿੰਦੇ ਰਹੇ ਆਪਾਂ, ਜਾਂ ਲੌਂਗੋਵਾਲ ਦਾ ਵੀ ਜ਼ਿਕਰ ਆਉਂਦਾ ਰਿਹਾ। ਤਾਂ ਇਹਦੇ ਦਰਮਿਆਨ 27 ਫਰਵਰੀ ਨੂੰ CRP ਦੇ ਨਾਲ ਗੋਲੀ ਚੱਲੀ ਹੈ 5 ਘੰਟੇ ਜੀ, ਫਰਵਰੀ 84 'ਚ 17 ਫਰਵਰੀ ਨੂੰ।
ਉਹਦੇ ਨਾਲ ਉਹਨਾਂ ਨੇ ਵੇਖਿਆ ਵੀ ਇਹਨਾਂ ਦੀ ਕਿੰਨੀ ਕੁ ਸ਼ਕਤੀ ਹੈ, ਸ਼ਕਤੀ ਵੇਖਣ ਲਈ ਕਰ ਰਹੇ ਸਨ। ਇੱਧਰਲੇ ਪਾਸੇ ਹੁਕਮ ਸੰਤਾਂ ਨੇ ਕਹਿਤਾ ਕੋਈ ਗੋਲੀ ਨਹੀਂ ਚਲਾਏਗਾ। ਜਨਰਲ ਸ਼ਵੇਕ ਸਿੰਘ ਨੇ ਸਭ ਨੂੰ ਹਦਾਇਤ ਕੀਤੀ ਕੋਈ ਗੋਲੀ ਨਹੀਂ ਚਲਾਓ ਜਿੰਨਾ ਇੱਧਰ ਅਸੀਂ ਨਹੀਂ ਕਹਿੰਦੇ ਜੀ। ਉਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਵੀ ਕਿੱਥੇ ਮੋਰਚੇ, ਕਿਉਂਕਿ ਸਾਰੀਆਂ ਗੱਲਾਂ ਜਿਹੜੀਆਂ ਅੰਦਰ ਉਹ ਨਹੀਂ ਪਤਾ ਲੱਗ ਸਕਿਆ। ਜੀ ਜੀ। ਉਦੋਂ ਬਾਅਦ 19 ਕੁ ਮਈ ਨੂੰ ਸੰਤਾਂ ਕੋਲੇ ਖਬਰ ਆ ਗਈ ਸੀ ਲਗਭਗ ਕਿ ਹਮਲਾ ਹੋਣ ਵਾਲਾ ਹੈ। ਅੱਛਾ। ਹਾਂਜੀ, ਅਗਰ ਉਹ ਬਾਹਰ ਜਾਣਾ ਚਾਹੁੰਦੇ ਤਾਂ ਜਾ ਸਕਦੇ ਸੀ ਆਰਾਮ ਨਾਲ ਹੀ, ਪਬਲਿਕ ਆਮ ਕੋਈ ਇਹੋ ਜਿਹੀ ਗੱਲ ਨਹੀਂ, ਪਰ ਉਹ ਇੱਕ ਨਿੱਠ ਕੇ ਬੈਠੇ ਸੀ ਕਿ ਮੈਂ ਆਪਣੀ ਥਾਂ ਤੇ ਖੜਾ ਜੀ। ਤੇ ਹੌਲੀ ਹੌਲੀ ਫਿਰ ਉਹਨਾਂ ਦੇ ਕੋਲ ਹੋਰ ਸੱਜੇ ਖੱਬੇ ਖਬਰਾਂ ਆਉਣ ਲੱਗੀਆਂ, ਸਾਰਾ ਕੁਝ ਉਹਨਾਂ ਦੇ ਕੋਲ ਇਦਾਂ ਦੀ ਰਿਪੋਰਟਿੰਗ ਸੀ। ਜਿਹੜਾ 6 ਜੂਨ ਦਾ, ਉਹ 31 ਤਰੀਕ ਨੂੰ ਉਹਨਾਂ ਸਾਰੇ ਸਿੰਘਾਂ ਨੂੰ ਸਰੋਪੋ ਦੇ ਕੇ ਕਿਹਾ ਵੀ ਜਿਹੜੇ ਜਾਣਾ ਚਾਹੁੰਦੇ ਚਲੇ ਜਾਓ, ਤੁਸੀਂ ਮੇਰਾ ਬੜਾ ਸਾਥ ਦਿੱਤਾ ਜੀ, ਮੈਂ ਤਾਂ ਹੁਣ ਸ਼ਹਾਦਤ ਦਿਆਂਗਾ, ਕੁਰਬਾਨੀ ਕਰਾਂਗਾ, ਜੋ ਵੀ ਇਦਾਂ ਦੀ ਉਹਨਾਂ ਨੇ ਕਰ ਜੀ। ਸਿੰਘ ਕਿੱਥੇ ਜਾਂਦੇ, ਫਿਰ ਕੁਝ ਸਿੰਘਾਂ ਦੀਆਂ ਨਾ ਡਿਊਟੀਆਂ ਵੀ ਲਾਈਆਂ, ਤੂੰ ਆਹ ਕੰਮ ਕਰਨਾ, ਤੂੰ ਉੱਥੇ ਚੱਲ ਜਾ, ਤੂੰ ਉੱਥੇ ਚੱਲ ਜਾ। ਜਿਵੇਂ ਮਨਵੀਰ ਸਿੰਘ ਧੰਨਾ ਹੋਈ ਬੰਬੇ ਭੇਜ ਦਿੱਤੇ, ਕੋਈ ਮਾਨੋ ਚੱਲ ਬਾਹਰ ਭੇਜਤਾ, ਇੱਦਾਂ ਕਰਕੇ ਬੰਦੇ ਬਹੁਤ ਦੇ ਡਿਊਟੀਆਂ ਲੱਗ ਗਈਆਂ ਸੱਜੇ ਖੱਬੇ ਦੀ। ਮੇਰੀ ਵੀ ਡਿਊਟੀ ਲੱਗੀ ਸੀ ਜੀ ਜੀ। ਬਾਕੀ ਬਾਹਰ ਨਿਕਲ ਗਏ ਸਾਰੇ, ਕਈ ਨਹੀਂ ਵੀ ਨਿਕਲ ਪਾਏ ਤੇ ਮੈਂ ਵੀ ਨਹੀਂ ਨਿਕਲ ਪਾਇਆ। ਹੁਣ ਚੱਲ ਜਾਣਾ, ਘੜੀ ਚੱਲ ਜਾਣਾ, ਮੁੜ ਕੇ ਗੋਲੀ ਆਰੰਭ ਹੋ ਗਈ 1 ਤਰੀਕ ਨੂੰ ਸਵੇਰੇ ਜੀ। ਉਹ ਫਿਰ ਅਗਲੇ ਦਿਨ ਫਿਰ ਗੁਰਪੁਰਬ ਆ ਗਿਆ, 1 ਦਿਨ ਬਾਅਦ ਉਹ ਗੁਰਪੁਰਬ ਕਰਕੇ ਵੀ ਚਲੋ ਚਲੇ ਹੀ ਜਾਣਾ, ਹੁਣ ਚੱਲ ਜਾਣਾ। ਮੇਰੀ ਉਹ ਚਿੱਠੀ ਸੀ ਜਿਹੜੀ ਬਾਬਾ ਜੀ ਨੂੰ ਦੇਣੀ ਸੀ, ਉਹ ਮੇਰੇ ਕੋਲ ਸੀ। ਇਹ ਲੜਾਈ ਦੇ ਦਰਮਿਆਨ, ਉਹ ਲੜਾਈ ਜਿਹੜੀ ਚੱਲਦੀ ਰਹੀ, ਅਸੀਂ ਅੰਦਰ ਹੀ ਸਾਂ ਤੇ ਦਲਬੀਰ ਸਿੰਘ ਬਿਆਸੀ 2 ਬੁਰਜਾਂ ਦਾ ਜਿਹੜਾ ਬੰਗਾ ਹੈ, ਇਹਦੇ 'ਚ ਅਸੀਂ ਉਹਨਾਂ ਦੇ ਸਾਥੀ ਸੀ, ਇੱਕੇ ਕਮਰੇ 'ਚ ਪਹਿਲਾਂ ਰਹਿੰਦੇ ਸੀ ਜੀ। ਉਹ ਜਥੇਦਾਰ ਹੁੰਦਾ ਸੀ ਸਾਡਾ ਸਾਰਿਆਂ ਦਾ, ਤੇ ਮੈਂ ਤਾਂ ਲੜਾਈ ਲੂਈ ਨਹੀਂ ਸੀ ਲੜਦਾ, ਮੈਂ ਕਿਉਂਕਿ ਮੇਰੀ ਡਿਊਟੀ ਬਾਹਰ ਅੰਦਰ ਦੀ ਸੀ, ਦੂਜੀ ਤੀਜੀ ਹਥਿਆਰਬੰਦ ਨਹੀਂ ਸੀ ਮੇਰੀ ਡਿਊਟੀ, ਪਹਿਲਾਂ ਵੀ ਨਹੀਂ ਰਹੀ, ਬਾਅਦ 'ਚ ਵੀ ਨਹੀਂ ਕੀਤੀ ਜੀ, ਕਿਉਂਕਿ ਜੇ ਮੈਨੂੰ ਉਹਨਾਂ ਨੇ ਕੁਝ ਬੰਦੇ ਨੂੰ ਨਾ ਸਪੈਸ਼ਲ ਡਿਊਟੀ ਲਾਈ ਹੋਈ, ਤੁਸੀਂ ਬਾਹਰ ਅੰਦਰ, ਤੁਹਾਡਾ ਇਹ ਗੱਲ 'ਚ ਜ਼ਿਕਰ ਨਹੀਂ ਹੋਣਾ ਚਾਹੀਦਾ ਜੀ ਜੀ ਜੀ। ਤਾਂ ਇਹੀ ਕਾਰਨ ਹੈ ਕਿ ਸਰਕਾਰਾਂ ਨੂੰ ਉਹ ਗੱਲਾਂ ਨਹੀਂ ਲੱਭ ਪਾਈਆਂ ਵੀ ਜਿਹੜੇ ਬੰਦੇ ਨਹੀਂ ਸੀ ਲੜਦੇ ਤਾਂ ਉਹ ਨਹੀਂ ਸੀ ਲੜਦੇ, ਉਹਨਾਂ ਦਾ ਕਿਤੇ ਰਿਕਾਰਡ 'ਚ ਨਹੀਂ ਹੈਗਾ ਕੁਝ ਜੀ ਜੀ ਜੀ। ਤਾਂ ਇਹ ਸਾਰੀ ਸਥਿਤੀ ਜਿਹੜੀ ਹੈ ਉਹ ਲੜਾਈ ਦੇ ਵਿੱਚ ਹੋਈ। ਲੜਾਈ ਇਸ ਕਿਸਮ ਦੀ ਹੀ ਬੀਬਾ ਕਿ ਮੈਂ ਸਮਝਦਾ, ਤੁਹਾਨੂੰ ਮੈਨੂੰ ਦੱਸੋ ਕਿੰਨੇ ਮਿੰਟਾਂ 'ਚ ਸਮਾਪਤੀ ਕਰਨੀ ਹੈ ਮੈਨੂੰ? ਨਹੀਂ, ਕੋਈ ਗੱਲ ਨਹੀਂ, ਤੁਸੀਂ ਸੰਖੇਪ ਦੇ ਵਿੱਚ ਜਿੰਨਾ ਦੱਸ ਸਕਦੇ ਹੋ। ਓਕੇ, ਦੇਖੋ ਮੋਟੀ ਗੱਲ ਇਹ ਹੈ ਕਿ ਲੜਾਈ ਦੇ ਹਿੱਸੇ ਕਈ ਨੇ ਜੀ। ਇੱਕ ਉਹ ਲੋਕ ਨੇ ਜਿਹੜੇ ਲੜਨ ਵਾਲੇ ਨੇ ਅਕਾਲ ਤਖਤ ਸਾਹਿਬ ਤੇ ਘੰਟਾ ਘਰ ਵਾਲੇ ਪਾਸੇ ਜਾਂ ਉੱਚੀਆਂ ਬਿਲਡਿੰਗਾਂ ਤੇ, ਉਹ ਮੋਰਚਿਆਂ 'ਚ ਲੜ ਰਹੇ ਆ ਜੀ। ਇੱਕ ਉਹ ਲੋਕ ਨੇ ਜਿਹੜੇ ਬੁੰਗਿਆਂ ਤੇ ਉੱਤੇ ਲੜ ਰਹੇ ਆ, ਬੱਬਰ ਅਕਾਲ ਤਖਤ ਵਾਹਿਗੁਰੂ ਬਾਬੇ ਟੱਲ ਤੇ ਸਰਾਂ ਗੁਰੂ ਨਾਨਕ ਨਿਵਾਸ ਸਨ ਜੀ। ਜਿਹੜੇ ਫੈਡਰੇਸ਼ਨ ਵਾਲੇ ਸੀ, 2 ਗੈਸਟ ਹਾਊਸ ਹੁੰਦੇ ਸੀ, ਇਹ ਇੱਥੇ ਸਨ ਤੇ ਇਹਨਾਂ ਕੋਲ ਟੈਂਕੀ ਹੁੰਦੀ ਸੀ ਜੀ। ਜਿਹੜੇ ਸੰਤ ਲੌਂਗੋਵਾਲ ਸੀ ਉਹ ਸਮੁੰਦਰੀ ਹਾਲ 'ਚ ਬੈਠੇ ਹੋਏ ਸਨ ਜੀ, ਟੌੜਾ ਸਾਹਿਬ ਜੀ, ਇਹ ਸਾਰੇ। ਜਿਹੜੀ ਆਮ ਪਬਲਿਕ ਸੀ ਉਹ ਕਮਰੇ 'ਚ ਜਿੱਥੇ ਕੋਈ ਬਰਾਂਡੇ ਬੁੰਡੇ ਲੁਕਮੀ ਛਿਪਮੀ ਥਾਂ ਸੀ, ਉਹ ਉੱਥੇ ਬੈਠੀ ਹੋਈ। ਜਿਹੜੇ ਉੱਥੇ ਕਈ ਕਿਸਮ ਦੇ ਲੋਕ ਸਨ ਜੀ। ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਇੱਕ ਲੜਨ ਵਾਲੇ ਸਨ ਜੀ, ਇੱਕ ਟਕਸਾਲ ਦੇ ਵਿੱਚ ਲੜਨ ਵਾਲੇ ਨਹੀਂ ਸੀ, ਪਰ ਉਹ ਵੈਸੇ ਉਹਨਾਂ ਦੇ ਸਹਿਯੋਗੀ ਤੇ ਉਹਨਾਂ ਦੇ ਸਾਥੀ ਸਨ ਸਾਰੇ ਜੀ, ਕਿਉਂਕਿ ਵਿਦਿਆ ਵੀ ਪੜ੍ਹਾਉਂਦੇ ਸੀ, ਕਈ ਕੁਛ ਸੀ। ਉਹ ਸਨ। ਇੱਕ ਫੈਡਰੇਸ਼ਨ ਵਾਲੇ ਨੌਜਵਾਨਾਂ ਦਾ ਵਰਗ ਸੀ, ਇੱਕ ਉਹਦੇ ਵਿੱਚ ਗ੍ਰਿਫਤਾਰੀ ਦੇਣ ਵਾਲਾ ਜਥਾ ਆਇਆ ਹੋਇਆ ਸੀ, ਇੱਕ ਉਹਦੇ ਵਿੱਚ ਕਾਲੀ ਵਰਕਰ ਜਿਹੜੇ ਸਨ ਉਹ, ਤੇ ਇੱਕ ਉਹ ਸਨ ਜਿਹੜੇ ਮਤਲਬ ਕਿ ਜਨ ਸਧਾਰਨ ਗੁਰਪੁਰਬ ਕਰਕੇ ਮੱਥਾ ਟੇਕਣ ਆਇਆ ਸੀ ਜੀ। ਜਦੋਂ ਕੋਈ ਨੇ ਬਾਹਰ ਲੋਕਾਂ ਨੇ ਜਾਣਾ ਹੁਣ, ਜਦੋਂ ਸ਼ਾਮ ਜੀ ਨੂੰ ਕਰਫਿਊ ਲੱਗ ਗਿਆ ਤੇ ਉਹ ਬਾਹਰ ਨਹੀਂ ਨਿਕਲ ਪਾਏ, ਉਹ ਵੀ ਕਈ ਅੰਦਰ ਫਸ ਗਏ ਜੀ। ਕਈ ਇੱਕ ਬਾਹਰੋਂ ਦੂਰੋਂ ਦਰੇਡੋਂ ਆਏ ਹੁੰਦੇ ਜਿਨ੍ਹਾਂ ਨੂੰ ਭੂਗੋਲਿਕ ਸਥਿਤੀ ਨਹੀਂ ਪਤਾ ਹੁੰਦਾ, ਉਹ ਸ਼ਹਿਰ 'ਚ ਨਿਕਲ ਹੀ ਨਹੀਂ ਪਾਏ। ਸ਼ਹਿਰਾਂ ਵਾਲੇ ਤਾਂ ਚਲੇ ਜਾਂਦੇ ਮੱਥਾ ਟੇਕ ਕੇ ਗੁਰਪੁਰਬ ਵਾਲੇ, ਆਮ ਪਬਲਿਕ ਅੰਦਰ ਦੇ ਅੰਦਰ ਫਸ ਗਈ, ਵੀ ਬਾਹਰ ਨਿਕਲ ਕੇ ਵੀ ਕਿੱਥੇ ਜਾਣਾ ਸੀ ਜੀ ਜੀ ਜੀ, ਕਿਉਂਕਿ ਬੱਸਾਂ ਬੰਦ ਹੋ ਗਈਆਂ, ਕਰਫਿਊ ਲੱਗ ਗਏ, ਸਾਰਾ ਕੁਝ ਹੋ ਗਿਆ। ਤਾਂ ਇਹ ਸਾਰੀ ਸਥਿਤੀ ਜਿਹੜੀ ਸੀ ਉਹ ਕਈ ਕਿਸਮਾਂ ਸਨ ਜੀ। ਨੁਕਸਾਨ ਜ਼ਿਆਦਾ ਉਸ ਚੀਜ਼ ਦਾ ਹੋਇਆ, ਜੇ ਲੜਨ ਵਾਲੇ ਸੀ ਉਹ ਤਾਂ ਲੜ ਰਹੇ ਸੀ ਮੋਰਚਾਬੰਦੀ ਦੂਜੇ ਤੀਜੇ 'ਚ, ਉਹ ਵੱਖਰੀ ਤਰ੍ਹਾਂ, ਤੇ ਦੂਸਰੇ ਜਿਹੜੇ ਜਨ ਸਧਾਰਨ ਉਹਨਾਂ ਨੂੰ ਬੰਬ ਸਿੱਟ ਕੇ ਇਹਨਾਂ ਨੇ ਗੁਰੂ ਰਾਮਦਾਸ ਸਰਾਂ 'ਚ ਮਾਰਿਆ ਸਰਕਾਰ ਨੇ। ਪਰ ਮੈਂ ਸਮਝਦਾ ਇੰਨੀ ਵੱਡੀ ਜ਼ੁਲਮ, ਇੰਨਾ ਵੱਡਾ ਅਤਿਆਚਾਰ ਉਸ ਕੌਮ ਦੇ ਉੱਤੇ, ਜਿਸ ਕੌਮ ਨੇ ਸਦੀਆਂ ਇਹਨਾਂ ਲਈ ਲੜਾਈਆਂ ਲੜੀਆਂ, ਸਦੀਆਂ ਇਹਨਾਂ ਲਈ ਮਰੇ, ਉਹ ਇਹਨਾਂ ਵਾਸਤੇ ਦੇਗਾਂ 'ਚ ਉਬਲ ਗਏ, ਉਹ ਇਹਨਾਂ ਵਾਸਤੇ ਚਾਂਦਨੀ ਚੌਂਕ ਨੂੰ ਲਾਲ ਕਰ ਗਏ। ਉਹਨਾਂ ਜਿਨ੍ਹਾਂ ਨੇ ਮਤਲਬ ਕਿ ਦੀਵਾਰਾਂ ਚਿਣੀਆਂ, ਜਿਨ੍ਹਾਂ ਨੇ ਚਮਕੌਰ ਦੇ ਸਾਕੇ ਵਰਤਾਏ, ਜਿਨ੍ਹਾਂ ਬੰਦੇ ਬਹਾਦਰ ਨੇ ਫੜ ਕੇ ਮਤਲਬ 800-700 ਸਾਲ ਦੀ ਜਿਹੜੀ ਗੁਲਾਮੀ ਸੀ ਤੋੜ ਕੇ ਸਿੱਟੀ ਹੋਵੇ। ਸਿੱਖਾਂ ਨੇ ਇੰਨਾ ਜ਼ੁਲਮ ਅਤਿਆਚਾਰ ਸਭ ਕੁਝ ਸਹਿਆ ਹੋਵੇ ਜੀ ਜੀ, ਜਿਸ ਨੇ ਇੱਥੋਂ ਮੁਗਲਾਂ ਦੇ ਰਾਜ ਨੂੰ ਪੱਟ ਦਿੱਤਾ ਹੋਵੇ, ਜਿਨ੍ਹਾਂ ਨੇ ਨਾਦਰ ਵਰਗਿਆਂ ਦੀ ਇੱਥੇ ਨਾਥਾਂ ਪਾਈ ਹੋਵੇ, ਜਿਨ੍ਹਾਂ ਨੇ ਅਬਦਾਲੀ ਦੀਆਂ 17 ਹਮਲੇ ਜਾਂ 11 ਹਮਲੇ ਕਈ ਕਹਿੰਦੇ ਆ, ਉਹਨਾਂ ਨੂੰ ਮਤਲਬ ਕਿ ਇੱਥੋਂ ਫੜ ਕੇ ਭਗਾ ਕੇ ਬਾਹਰ ਮਾਰਿਆ ਹੋਵੇ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਨਾ ਚੱਲਣ ਦਿੱਤਾ ਹੋਵੇ, ਉਸ ਕੌਮ ਨੇ ਅਖੀਰ ਤੇ ਜਾ ਕੇ ਉਹਨਾਂ ਆਪਣਾ ਵੀ ਪੰਜਾਬ, ਆਪਣਾ ਵੀ ਅੱਧ ਜਿਹੜਾ ਸੀ ਇਹਨਾਂ ਦੇ ਨਾਲ ਜੋੜ ਕੇ ਕੱਟ ਕੇ ਅੱਧਾ ਉੱਧਰ ਚਲੇ ਗਿਆ, ਇੱਧਰ ਆ ਗਿਆ। ਲੱਖਾਂ ਲੋਕ 47 'ਚ ਮਰ ਗਏ ਜੀ ਜੀ। ਔਰ ਕਿੰਨੇ ਲੋਕ 65 ਦੀ ਲੜਾਈ ਵਿੱਚ ਉਜੜ ਗਿਆ ਪੰਜਾਬ ਸਾਰਾ, ਕਿਉਂ ਬਰਬਾਦੀ ਦੇ ਕੰਢੇ ਤੇ ਜੀ। 71 'ਚ ਉਜੜ ਗਿਆ, ਫੌਜ 'ਚ ਇਹ ਮਰੇ ਲੜੇ, ਤੇ
ਲੋਕ ਭੁੱਖੇ ਨੰਗੇ ਸੀ, ਉਦੋਂ ਬਾਹਰੋਂ ਭਾਂਡੇ ਲੈ ਕੇ ਤੁਰੇ ਫਿਰਦੇ, ਸਾਨੂੰ ਆਟਾ ਦੇ ਦਿਓ, ਦਾਲ ਦੇ ਦਿਓ ਜੀ ਜਾਂ ਕਣਕ ਦੇ ਦਿਓ। ਉਹ ਕਿਸਾਨਾਂ ਨੇ ਪਸੀਨਾ ਵਗਾ ਵਗਾ ਕੇ ਧਰਤੀ ਦੇ ਮਤਲਬ ਕਿ ਵਿੱਚ ਸੋਨਾ ਪੈਦਾ ਕੀਤਾ, ਕਣਕ ਪੈਦਾ ਕੀਤੀ, ਝੋਨਾ ਪੈਦਾ ਕੀਤਾ, ਕਪਾਹ ਪੈਦਾ, ਇਹਨੇ ਜਾਣੀ ਇਹਨਾਂ ਨੂੰ ਭੁੱਖਿਆਂ ਦਾ ਤਨ ਵੀ ਢੱਕਿਆ ਤੇ ਇਹਨਾਂ ਦਾ ਢਿੱਡ ਵੀ ਭਰਿਆ। ਜੀ ਉਸ ਸਾਊ ਕੌਮ ਦੇ ਨਾਲ ਇਹ ਸਰਕਾਰ ਨੇ ਕੀ ਕੀਤਾ ਹੈ, ਇਹ ਬਹੁਤ ਅਤਿਆਚਾਰ ਕਹਾਣੀ। ਮੈਂ ਸਮਝਦਾ ਕਿ ਉੱਥੇ ਸਾਰੇ ਤੱਤ ਜਿਹੜੇ ਸੀ ਨਾ, ਉਹ ਆਪਣੀ ਸ਼ਕਲ ਵਟਾ ਗਏ ਸਨ। ਜੀ ਮਤਲਬ ਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਹਵਾ ਦਾ ਗੁਣ ਹੈ, ਉਹ ਬਦਬੂ ਦੂਜੀ ਤੀਜੀ ਨੂੰ ਖਤਮ ਕਰਕੇ ਤੇ ਉਹ ਸਾਫ਼ ਰਹਿੰਦੀ ਹੈ, ਪਰ ਉੱਥੇ ਹਵਾ ਦੁਰਗੰਧੀ ਹੋ ਗਈ ਸੀ। ਪਾਣੀ ਆਪਣਾ ਰੰਗ ਵਟਾ ਕੇ ਲਾਲ ਹੋ ਗਿਆ, ਇਹ ਵਿੱਚ ਲਾਸ਼ਾਂ ਤਰ ਰਹੀਆਂ ਸਨ। ਜੀ ਜਿਹੜਾ ਮਤਲਬ ਕਿ ਉਸ ਸਮੇਂ ਗਰਮੀ ਇੰਨੀ ਕਿ ਉੱਪਰੋਂ ਤੋਪਾਂ ਟੈਂਕਾਂ ਦੇ ਗੋਲੇ, ਅੰਦਰੋਂ ਇੰਨੀ ਗੋਲੀ, ਪਤਾ ਨਹੀਂ 500-500 ਦਾ ਪਟਾ ਚੜ੍ਹਦਾ ਇਹਨਾਂ ਦਾ, ਉਹ ਕਿੰਨੀ ਗੋਲੀ 1 ਸਕਿੰਟ ਮਿੰਟ 'ਚ ਕੱਢ ਦਿੰਦੇ ਆ। ਕਿੰਨੀ ਫੌਜ ਉੱਥੇ ਲੜ ਰਹੀ ਸੀ, ਕਿੰਨਾ ਉੱਥੇ ਗੋਲਾ ਸਿੱਕਾ, ਕਿੰਨਾ ਉਹ ਜਿਹੜਾ ਖੋਲ ਡਿੱਗ ਰਿਹਾ ਸੀ, ਅੱਗ ਬਣਿਆ ਹੋਇਆ, ਉਹ ਕਿੰਨੀ ਗਰਮੀ ਸੀ। ਜਿਹੜੀਆਂ ਪ੍ਰਕਰਮਾਂ ਸੀ ਉੱਥੇ ਟੁੱਟ ਟੁੱਟ ਕੇ ਕੰਧਾਂ ਦੇ ਦੂਜੇ ਤੀਜੇ ਤੇ ਉਹ ਇਹ ਚੀਜ਼ਾਂ ਨਾਲ ਹੋ ਰਿਹਾ ਸੀ। ਭੁੱਖੇ ਸਨ, ਧਿਆਏ ਸਨ, ਉਹ ਆਪਣੇ ਗਰਮੀ ਦੇ ਮਾਰੇ ਸਨ, ਨੀਂਦਰੇ ਦੇ ਮਾਰੇ ਸਨ, ਆਪਣੇ ਘਰ ਵਿੱਚ ਬੈਠੇ, ਆਪਣੇ ਗੁਰੂ ਦੇ ਘਰ ਵਿੱਚ, ਆਪਣੇ ਕੌਮੀ ਮੰਦਿਰ 'ਚ ਬੈਠੇ ਹੋਏ। ਜੀ ਔਰ ਕੌਮੀ ਮੰਦਿਰ ਨੂੰ ਢਾਹ ਰਹੀ ਸਰਕਾਰ ਤੇ ਕੌਮੀ ਮੰਦਿਰ ਨੂੰ ਬਚਾਉਣ ਵਾਸਤੇ ਜੋ ਉਸ ਸਮੇਂ ਉਹ ਉੱਥੇ ਘਾਣ ਮਿੱਝ ਹੋਇਆ ਜੀ, ਧਰਤੀ ਆਪਣਾ ਮਤਲਬ ਕਿ ਥਾਂ ਥੱਲੇ ਜਿਹੜੀ ਸੀ ਉਹਦਾ ਸ਼ਕਲ ਬਦਲ ਗਈ। ਜਿਹੜਾ ਆਕਾਸ਼ ਸੀ ਉਹ ਤੋਪਾਂ ਟੈਂਕਾਂ ਨਾਲ ਮਤਲਬ ਕਿ ਪਾਟ ਰਿਹਾ ਸੀ। ਜੀ ਜਾਣੀ ਕਿ ਸਾਰੇ ਤੱਤ ਜਿਹੜੇ ਸੀ ਉਹ ਵੀ ਉਸ ਸਮੇਂ ਸਰਕਾਰ ਦੇ ਜ਼ੁਲਮਾਂ ਦੇ ਮਤਲਬ ਗਵਾਹੀ ਦੇ ਵਿੱਚ ਤਬਦੀਲੀ 'ਚ ਹੋ ਗਏ। ਐਦਾਂ ਦਾ ਭਿਆਨਕਤਾ ਦਾ ਦ੍ਰਿਸ਼ ਜਿਹੜਾ, ਇੰਨੀ ਬਰਬਰਤਾ, ਇੰਨੀ ਜ਼ੁਲਮ, ਇੰਨਾ ਅਤਿਆਚਾਰ, ਸਰਾਂ ਦੇ 4 ਚੁਫੇਰੇ ਕਮਰੇ ਵਿਚਾਲੇ ਖਾਲੀ ਥਾਂ ਦੀ ਖਿਲਾਰ ਕੇ ਲੋਕਾਂ ਨੂੰ ਉੱਤੋਂ ਬੰਬ ਸਿੱਟਣੇ, ਫੌਜ ਨੇ ਬੰਦਿਆਂ ਨੇ ਮਰ ਜਾਣਾ, ਲਾਸ਼ਾਂ ਪਾਸ਼ੇ ਫਿਰ ਖਿਲਾਰਦੇ ਨੇ, ਫਿਰ ਬੰਬ ਸਿੱਟਣੇ, ਖਿਲਾਰ ਕੇ ਬੰਦੇ ਬੰਬ ਮਾਰ ਕੇ ਬੰਦੇ ਮਾਰ ਦੇਣੇ। ਇਹ ਇੱਕ ਜ਼ੁਲਮ, ਇਹ ਅਤਿਆਚਾਰ, ਇਹ ਏਡਾ ਪਾਪ ਉਸ ਸਾਊ ਕੌਮ ਤੇ ਜੀ, ਜਿਨ੍ਹਾਂ ਇਹਨਾਂ ਤੇ ਇੰਨੇ ਗੁਣ ਕੀਤੇ ਹੋਣ ਤੇ ਇਹਨਾਂ ਨੇ ਇਹਨਾਂ ਨਿਰਦਈਪੁਣਾ ਉੱਥੇ ਕੀਤਾ। ਇਹ ਇੱਕ ਮੈਂ ਸਮਝਦਾ ਕਿ ਬੜਾ ਇੱਕ ਭਿਆਨਕਤਾ ਦਾ। ਪਰ ਮੈਂ ਇੱਕ ਗੱਲ ਹੋਰ ਵੀ ਸਮਝਦਾ ਵੀ ਇੱਕ ਪਾਸੇ ਉਸ ਸਮੇਂ ਸਮਝੇ ਸੀ ਬੜੀ ਵੱਡੀ ਤਾਕਤ ਆ, ਬੜੇ ਲੰਮੇ ਸਮੇਂ ਬਾਅਦ ਸਾਨੂੰ ਆਜ਼ਾਦੀ ਮਿਲੀ ਹੈ, ਇੱਕ ਸ਼ਕਤੀ ਸੀ ਉਹਨਾਂ ਦੇ ਕੋਲ। ਇੱਕ ਪਾਸੇ ਇੱਕ ਮਹਾਂਬਲੀ ਸੂਰਮਿਆਂ ਦੀ ਕੌਮ ਸੀ, ਮਹਾਂਬਲੀ ਸੂਰਮੇ ਤੇ ਸਰਕਾਰ ਆਪਸ ਵਿੱਚ ਦੀ ਭਿੜ ਗਈ, ਗੁੱਥਮ ਗੁੱਥਾ ਹੋਈ। ਨਤੀਜਾ ਇਹ ਨਿਕਲਿਆ ਕਿ ਮਹਾਂਬਲੀਆਂ ਦਾ ਸੂਰਮਾ ਸ਼ਹਾਦਤ ਦੇ ਗਿਆ, ਇਹਨਾਂ ਦੇ ਜਿਹੜਾ ਮੁਖੀ ਸੀ ਇੰਦਰਾ, ਉਹ ਮਾਰੀ ਗਈ ਜੀ। ਉਹ ਸ਼ਹੀਦੀ ਨਹੀਂ, ਇਹ ਲੜਕੇ ਸ਼ਹੀਦ ਹੁੰਦਾ, ਉਹ ਮਾਰੀ ਜਾਂਦੀ ਹੈ। ਇੱਥੇ ਦੇ ਜਰਨਲ ਸ਼ਬੇਗ ਸਿੰਘ ਲੜਕੇ ਸ਼ਹੀਦ ਹੁੰਦਾ, ਉਹਨਾਂ ਦਾ ਵੈਦਿਆ ਜਿਹੜਾ ਉੱਥੇ ਸਬਜ਼ੀ ਖਰੀਦਾ ਮਾਰਿਆ ਜਾਂਦਾ। ਇਹ ਹਾਲਾਤ ਨੇ, ਸਾਡੀ ਕੌਮ ਨੇ ਮਤਲਬ ਕਿ ਕੁਰਬਾਨੀਆਂ ਉੱਥੇ ਤਾਂ ਕੀਤੀਆਂ ਹੀ ਕੀਤੀਆਂ ਨੇ ਜੀ, ਪਰ ਉਸ ਤੋਂ ਬਾਅਦ ਵੀ ਜੋ ਕੁਝ ਹੋਇਆ ਉਹ ਵੀ ਇੱਕ ਲੰਮੀ ਦਾਸਤਾਨ ਹੈ। 84 ਨੂੰ ਸਮਝਣ ਲਈ ਇਹ ਬਹੁਤ ਵੱਡੇ ਕਲਮਾਂ ਦੀ, ਬਹੁਤ ਵੱਡੇ ਦਾਇਰਿਆਂ ਦੀ, ਬਹੁਤ ਵੱਡੇ ਕਾਗਜ਼ ਦੀ ਮਤਲਬ ਕਿ ਸਿਸਟਮ ਦੀ, ਜਿਹਦੇ ਉੱਤੇ ਕਿਤੇ ਕੋਈ ਸਿਆਣੇ ਲੋਕ ਵਾਚਨ। ਕਿਉਂਕਿ ਕੋਈ ਵੀ ਇਤਿਹਾਸ ਅੱਜ ਜਿੱਥੇ ਆਪਾਂ ਖੜੇ ਹਾਂ ਪਹਿਲਾਂ ਸ਼ਰਧਾਲੂਆਂ ਵੱਲੋਂ ਹੁੰਦਾ ਜੀ, ਜਿਹੜਾ ਉਹ ਕੋਈ ਮਾੜੀ ਜਿਹੀ ਵੀ ਗੱਲ ਕਰਦਾ ਤੇ ਚਾਹੇ ਉਹ ਸੱਚੀ ਗੱਲ ਸ਼ਰਧਾਲੂ ਬਰਦਾਸ਼ਤ ਨਹੀਂ ਕਰਦੇ ਜੀ ਜੀ ਜੀ, ਮੁੜ ਕੇ ਵਿਰੋਧੀਆਂ ਲਾਉਂਦਾ, ਮੁੜ ਕੇ ਉਹਦੇ ਉੱਤੇ ਨਿੱਠ ਕੇ ਵਿਚਾਰ ਕੇ ਸਾਰੀਆਂ ਗੱਲਾਂ ਨੂੰ ਵਾਚਿਆ ਜਾਂਦਾ ਵੀ ਹਾਲਾਤ ਕੀ ਸਨ, ਕੀ ਹੋਇਆ, ਕਿਵੇਂ ਹੋਇਆ, ਇੱਥੇ ਕੀ ਹੋਇਆ, ਉੱਥੇ ਉਹ ਘਟਨਾਵਾਂ ਦਰ ਘਟਨਾਵਾਂ। ਇਹ ਇਤਿਹਾਸ ਬਣ ਗਿਆ ਜੀ। ਇਹ ਇਤਿਹਾਸ ਦਾ ਮਤਲਬ ਹੈ ਇਹ ਇਸ ਤਰ੍ਹਾਂ ਹਾਦਸਾ ਹੋਇਆ, ਇਹ ਇਸ ਤਰ੍ਹਾਂ ਹਾਦਸਾ ਹੋਇਆ ਜੀ। ਇਹ ਇਤਿਹਾਸ ਦਾ ਜੇ ਹਾਦਸਾ ਕਿਸ ਤਰ੍ਹਾਂ ਹੋਇਆ ਜੇ ਪਤਾ ਲੱਗੇ, ਤੇ ਜੇ ਅਭੀ ਉੱਥੇ ਦੋ ਬੰਦੇ ਸੀ, 2 ਧਿਰਾਂ ਸੀ, ਉਹ ਲੜੇ ਘੁਲੇ, ਤੇ ਉਹ ਕੋਈ ਇਤਿਹਾਸ ਨਹੀਂ ਹੁੰਦਾ। ਇਹ ਇੱਕ ਇਤਿਹਾਸ ਬੜਾ ਵੱਡਾ ਸਿੱਖਾਂ ਦੇ 500 ਸਾਲਾਂ 550 ਸਾਲਾਂ ਦੇ ਇਤਿਹਾਸ ਵਿੱਚ ਇੱਕ ਆਪਣੀ ਨਿਵੇਕਲੀ ਵੱਖਰੀ ਛਾਪ ਛੱਡ ਗਿਆ। ਔਰ ਮੈਂ ਇਹਦੇ 'ਚ ਇੱਕ ਹੋਰ ਗੱਲ ਸਮਝਣਾ ਚਾਹੁੰਦਾ ਕਿ ਦੱਸਣਾ ਚਾਹੁੰਦਾ ਕਿ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਤੋਂ ਬਾਅਦ ਅਸੀਂ ਮਤਲਬ ਕਿ 10 ਸਾਲ ਤੱਕ ਸਰਕਾਰ ਨੂੰ ਸਿੱਖਾਂ ਨੇ ਵਕਤ ਪਾ ਛੱਡਿਆ ਜੀ, ਫਿਰ ਹਾਰ ਦਿੱਤੀ। ਕਿੱਦਾਂ? ਸਿੱਖ ਉਹ ਕਹਿੰਦੇ ਇਹਨਾਂ ਦੀ ਅਸੀਂ ਪਹਿਚਾਣ ਭੁਲਾਉਣੀ ਹੈ। ਸਿੱਖਾਂ ਨੇ ਦਸਤਾਰਾਂ, ਕੇਸਰੀ ਦੁਪੱਟੇ ਤੇ ਬੋਲੇ 100 ਨਿਹਾਲ ਦਾ ਨਾਰਾ ਜਿਹੜਾ ਸੀ ਅੰਮ੍ਰਿਤਸਰ ਤੋਂ ਲੈ ਕੇ ਦੁਨੀਆ ਦੇ ਪਰਲੇ ਕਿਨਾਰੇ, ਨਿਊਯਾਰਕ ਤੋਂ ਜਿੱਥੇ ਤੱਕ ਵੀ ਤੁਸੀਂ ਕਹਿ ਲਓ, ਸਿੱਖਾਂ ਦਾ ਵੱਜਦਾ ਹੀ ਨਜ਼ਾਰਾ। ਹਰ ਇਹਨਾਂ ਦੇ ਰਾਜਦੂਤ ਘਰਾਣੇ ਦੇ ਸਾਹਮਣੇ ਜਿਹੜਾ ਸਿੱਖ ਸੀ ਉਹ ਉੱਥੇ ਮਤਲਬ ਕਿ ਲਾਹਨਤ ਤੇ ਉੱਥੇ ਆਪਣੀ ਗੱਲ ਕਰ ਰਿਹਾ ਸੀ।
ਇਹ ਸਿੱਖ ਜਿਹੜਾ ਸੀ ਨੰਬਰ 2 ਤੇ ਅਸੀਂ ਸਮਝਦੇ ਹਾਂ ਕਿ ਧਾਰਮਿਕ ਤੌਰ ਤੇ ਮਜ਼ਬੂਤ ਹੋਇਆ। ਜਿਹੜੇ ਨਹੀਂ ਸੀ ਉਹਨਾਂ ਵੀ ਕੇਸ ਰੱਖ ਲਏ, ਉਹਨਾਂ ਵੀ ਅੰਮ੍ਰਿਤ ਛਕ ਲਿਆ, ਉਹ ਵੀ ਗੁਰੂ ਘਰ ਨਾਲ ਜੁੜ ਗਏ। ਧਾਰਮਿਕ ਤੌਰ ਤੇ ਵੀ ਸਿੱਖ ਮਜ਼ਬੂਤ ਹੋ ਗਿਆ ਜੀ। ਸਰੀਰਕ ਤੌਰ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਨੇ ਆਪਣੀ ਸ਼ਕਲ ਬਦਲ ਲਈ ਜੀ, ਕੇਸਰੀ ਦੁਪੱਟੇ, ਅਸੀਂ ਸ਼ਕਤੀਸ਼ਾਲੀ ਹੋਏ, ਸਰਕਾਰ ਹਰਾਈ ਇਸ ਮਾਮਲੇ 'ਚ। ਸਾਡੀ ਕੌਮ ਨੇ ਇਸ ਤੋਂ ਅੱਗੇ ਜਿੱਤੀ ਤੇ ਜਿੱਥੇ ਸਮਾਜਿਕ ਤੇ ਧਾਰਮਿਕ ਜਿੱਤੀ, ਉੱਥੇ ਨਾਲ ਦੀ ਨਾਲ ਅਸੀਂ ਇੱਕ ਇਤਿਹਾਸ ਪੈਦਾ ਕਰਕੇ ਇੱਕ ਜਿੱਤ ਪ੍ਰਾਪਤ ਕੀਤੀ ਹੈ। ਇਸ ਤੋਂ ਅਗਲੀ ਸਾਡੀ ਪ੍ਰਾਪਤੀ ਹੈ ਕਿ ਅਸੀਂ ਰਾਜਨੀਤਿਕ ਮਾਰ ਵੀ ਦਿੱਤੀ ਇਹਨਾਂ ਨੂੰ। ਜੀ ਜੀ 99 ਦੇ ਵਿੱਚ ਚਾਹੇ ਉਹ ਅਕਾਲੀ ਸਨ ਚਾਹੇ ਕਾਂਗਰਸ ਸਨ, 4-4 5-5 ਲੱਖ ਦੇ ਫਰਕ ਨਾਲ ਪੰਜਾਬ 'ਚੋਂ ਹਰਾ ਦੇਣਾ ਜੀ। ਇਹ ਰਾਜਨੀਤਿਕ ਹਾਰ ਨਹੀਂ ਤੇ ਹੋਰ ਕੀ ਹੈ ਜੀ। ਇਹ ਸਾਡੀ ਧਿਰ ਨੇ ਰਾਜਨੀਤਿਕ ਹਾਰ ਦੇ ਕੇ ਉਹਨਾਂ ਨੂੰ, ਇਹ ਠੀਕ ਹੈ ਕਿ ਬਾਬਾ ਜੋਗਿੰਦਰ ਸਿੰਘ, ਬਾਬਾ ਠਾਕਰ ਸਿੰਘ ਜੀ ਜਾਂ ਹੋਰ ਫੈਡਰੇਸ਼ਨ ਵਾਲੇ ਜਾਂ ਨੌਜਵਾਨ, ਉਹਨਾਂ ਸਾਰਿਆਂ ਰਲ ਕੇ ਜਿੱਤੀ ਸੀ। ਬਾਅਦ 'ਚ ਇੱਕ ਆਗੂ ਨੂੰ ਅੱਗੇ ਲਾਇਆ ਜਿਹਨੂੰ ਹੋ ਸਕਦਾ ਉਹਦੇ 'ਚ ਕਈ ਗੁਣ ਹੋਣਗੇ, ਪਰ ਉਹ ਰਾਜਸੀ ਸਿਸਟਮ ਤੋਂ ਜੀ ਨਹੀਂ ਉਸ ਨੂੰ ਚਲਾ ਪਾਇਆ, ਜਿਸ ਕਰਕੇ ਅਸੀਂ ਅੱਜ ਜਿੱਥੇ ਜ਼ਮਾਨਤਾਂ ਜ਼ਬਤ ਕਰਾਉਂਦੇ ਹਾਂ ਅਸੀਂ ਆਪਦੀਆਂ ਕਰਵਾ ਰਹੇ ਹਾਂ, ਉਹ ਵੱਖਰੀ ਗੱਲ ਹੈ। ਪਰ ਇੱਕ ਵਾਰ ਉਸ ਤੋਂ ਬਾਅਦ ਸਨ ਜਰਨੈਲ ਸਿੰਘ ਦੀ, ਜਿਹਨੂੰ ਕਹਿ ਦਈਏ ਮੈਂ ਉਹਦੀ ਮੜੀ ਸ਼ਬਦ ਵਕਰਾਂ, ਉਹਦੀ ਮੜੀ ਦੇ ਉੱਤੇ ਖਾਲਸੇ ਨੇ ਆਪਣਾ ਪੰਜਾਬ 'ਚ ਝੰਡਾ ਚਲਾਇਆ ਜੀ। ਆਹ ਸਿੱਖਾਂ ਦਾ ਝੰਡਾ, ਕੋਈ ਹੋਰ ਨਹੀਂ, ਸਭ ਦੀਆਂ ਜ਼ਮਾਨਤਾਂ ਜ਼ਬਤ ਨੇ। ਪੰਜਾਬ ਦਾ ਮਾਲਕ ਕੌਣ ਨੇ? ਸਿੱਖ ਨੇ ਜੀ। ਇਹ ਇੱਕ ਗੱਲ ਦਾ ਦਾਅਵਾ ਜਿਹੜਾ ਹੀ ਸਿੱਖਾਂ ਨੇ ਇੱਥੇ ਕੀਤਾ, ਇਹ ਜਿਹੜੀ ਵੱਡੀ ਗੱਲ ਜਿਹੜੀ ਹੈ ਇਹ ਸਿੱਖਾਂ ਦੀ ਹੈ। ਅੱਜ ਸਿੱਖ ਜਿਹੜਾ ਦੁਨੀਆ ਵਿੱਚ ਕੋਈ ਮੰਤਰੀ ਬਣਿਆ ਫਿਰਦਾ, ਕੋਈ ਜੱਜ ਬਣਿਆ ਫਿਰਦਾ, ਕੋਈ ਕੁਛ ਬਣਿਆ ਫਿਰਦਾ, ਕੋਈ ਅਫੀਸਰ ਬਣਿਆ ਫਿਰਦਾ ਜੀ। ਉਦੋਂ ਤੱਕ ਸਾਡੀ ਕੌਮ ਨੂੰ ਦੁਨੀਆ 'ਚ ਇਹਨਾਂ ਨੇ ਪ੍ਰਚਾਰਿਆ ਸੀ ਕਿ ਹਿੰਦੂਆਂ ਦਾ ਕੇਸਾਧਾਰੀ ਹਿੰਦੂ ਜੀ। ਅੱਜ ਕੇਸਾਧਾਰੀ ਹਿੰਦੂ ਨਹੀਂ ਕਹਿੰਦਾ ਦੁਨੀਆ ਦਾ, ਕੋਈ ਦੁਨੀਆ ਦਾ ਕਿਨਾਰਾ, ਕੋਈ ਅੰਗਰੇਜ਼ ਹੋਵੇ, ਮੁਸਲਮਾਨ ਹੋਵੇ, ਈਸਾਈ, ਦੂਜਾ ਕੋਈ ਧਰਮ ਕਿਸੇ ਦੇਸ਼ ਚਲ ਜਾਓ, ਉਹ ਕਹਿੰਦੇ ਨੇ ਕਿ ਸਿੱਖ ਨੇ ਆਪਣੀ ਵੱਖਰੀ ਪਹਿਚਾਣ ਜਿਹੜੀ ਸੀ, ਉਹਦਾ ਝੰਡਾ ਜਿਹੜਾ ਦੁਨੀਆ ਦੇ ਵਿੱਚ ਗੱਡ ਦਿੱਤਾ ਉਸ ਤੋਂ ਬਾਅਦ ਕਿ ਇਹਨਾਂ ਦਾ ਵੱਖਰਾ ਸਿਧਾਂਤ ਹੈ। ਜੇ ਇੱਕ ਹੁੰਦੇ ਤੇ ਇੱਕ ਦੂਜੇ ਨਾਲ ਲੜੇ ਕਿਉਂ ਜੀ? ਜੇ ਇੱਕ ਹੁੰਦੇ ਤੇ ਉਹਨਾਂ ਨੇ ਹਮਲਾ ਕੀਤਾ ਕਿਉਂ? ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਨ ਜਰਨੈਲ ਸਿੰਘ ਦੀ ਕਮਾਈ, ਮਤਲਬ ਜਿਹੜੀ ਹੈ ਇਹ ਮੂੰਹ ਬੋਲਦੀ ਤਸਵੀਰ ਹੈ। ਬਿਲਕੁਲ ਭਾਈ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਦੱਸਿਆ, ਔਰ ਇਹ ਇੱਕ ਬਹੁਤ ਸੋਹਣਾ ਸੁਨੇਹਾ, ਇਹਦੇ ਨਾਲ ਫਿਰ ਤੋਂ ਕੋਸ਼ਿਸ਼ ਰਹੂਗੀ ਕਿ ਤੁਹਾਡੇ ਨਾਲ ਫਿਰ ਤੋਂ ਜੁੜ ਬੈਠੀਏ, ਕਿਉਂਕਿ ਵਾਕਈ ਇਹ ਸੱਚ ਹੈ ਕਿ ਘਟਨਾਵਾਂ ਦਾ ਜ਼ਿਕਰ ਹਰ ਕੋਈ ਕਰ ਦਿੰਦਾ, ਕੌਣ ਕਿੱਥੇ ਸੀ, ਕਿੱਥੇ ਕਿਸਨੇ ਕਿਹੜੀਆਂ ਪੋਜੀਸ਼ਨਾਂ ਲਈਆਂ ਸੀ, ਸਭ ਜ਼ਿਕਰ ਹੁੰਦਾ, ਪਰ ਕਿਉਂ ਹੁੰਦਾ? ਕੋਈ ਇੱਕ ਸਧਾਰਨ ਇਨਸਾਨ ਜਾਂ ਇੱਕ ਸੰਤ ਇਸ ਮੋੜ ਤੱਕ ਆਉਂਦਾ ਕਿਵੇਂ ਆ, ਜਾਂ ਸਰਕਾਰਾਂ ਲੈ ਕੇ ਕਿਵੇਂ ਆਉਂਦੀਆਂ, ਇਹਨਾਂ ਗੱਲਾਂ ਨੂੰ ਵਿਚਾਰਨਾ ਵਾਕਈ ਜ਼ਰੂਰੀ ਆ। ਔਰ ਤੁਸੀਂ ਬੇਹੱਦ ਖੂਬਸੂਰਤ ਸੁਨੇਹਾ ਦਿੱਤਾ ਸਾਡੀ ਪੀੜ੍ਹੀ ਨੂੰ ਵੀ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜਿਹੜੀ ਕੋਸ਼ਿਸ਼ ਆ, ਸਾਡੀ ਔਨ-에ਅਰ ਦੀ ਕੋਸ਼ਿਸ਼ ਹੀ ਇਹ ਆ ਕਿ ਉਹ ਜਿਹੜਾ ਸੁਨੇਹਾ ਸਭ ਤੱਕ ਪਹੁੰਚੇ। ਦੁਬਾਰਾ ਫਿਰ ਤੋਂ ਕਦੀ ਤੁਹਾਡੇ ਨਾਲ ਜੁੜ ਬੈਠਾਂਗੇ ਔਰ ਇਹਨਾਂ ਚੀਜ਼ਾਂ ਨੂੰ ਹੋਰ ਜ਼ਿਆਦਾ ਵਿਸਥਾਰ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਅੱਜ ਦੇ ਲਈ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀ ਸਮੁੱਚੇ ਅਦਾਰੇ ਦਾ ਧੰਨਵਾਦ ਕਰਦਾ ਜੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਕਹਾਣੀਆਂ ਦੇ ਨਾਲ ਫਿਰ ਜੁੜਾਂਗੇ। ਹਾਲ ਦੀ ਘੜੀ ਇਸੇ ਸੁਨੇਹੇ ਦੇ ਨਾਲ ਦਿਓ ਇਜਾਜ਼ਤ। ਮੈਂ ਰਮਨ ਤੂਰ, ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ।